ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 8 ਜੁਲਾਈ 2021 24 ਹਾਰਡ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸਾਡੇ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਪਾਈਨ ਹਿੱਲ ਨਿਊ ਜਰਸੀ ਤੋਂ ਸਰਦਾਰ ਹਰਜਿੰਦਰ ਸਿੰਘ ਹੋਰਾਂ ਵੱਲੋਂ। ਸੋ ਹਰਜਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਕੌਂਸਲ ਆਫ ਖਾਲਿਸਤਾਨ ਨਾਲ ਜੁੜੇ ਹੋਏ ਹਨ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਜਿਹੜੇ ਮੀਡੀਆ ਬੁਲਾਰੇ ਹਨ। ਸੋ ਨਿਊ ਜਰਸੀ ਸਟੇਟ ਸੈਨੇਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਜਿਹੜੀ ਮਾਨਤਾ ਮਿਲਣ ਤੇ ਜਿਹੜਾ ਉਹਨਾਂ ਮਤਾ ਕੀਤਾ ਸੀ ਉਹਨਾਂ ਪਿੱਛੇ ਹਰਜਿੰਦਰ ਸਿੰਘ ਅਤੇ ਜਿਹੜੀ ਉਹਨਾਂ ਦੀ ਟੀਮ ਦੀ ਜਿਹੜੀ ਅਹਿਮ ਭੂਮਿਕਾ ਰਹੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਿਊ ਜਰਸੀ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ WhatsApp ਤੇ ਸਾਨੂੰ ਮੈਸੇਜ ਕਰਦੇ ਸੇਮ ਨੰਬਰ ਤੇ ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ 31 ਅਗਸਤ ਤੱਕ ਸਾਰੀ ਅਮਰੀਕਨ ਫੌਜ ਜਿਹੜੀ ਹੈਗੀ ਆ ਅਫਗਾਨਿਸਤਾਨ ਚੋਂ ਕੱਢ ਲਈ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹ ਤਾਲਿਬਾਨ ਤੇ ਬਿਲਕੁਲ ਇਤਬਾਰ ਨਹੀਂ ਕਰਦੇ ਪਰ ਉਹ ਅਫਗਾਨ ਲੋਕਾਂ ਦੇ ਨਾਲ ਖੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਕੱਲ ਜਿਹੜਾ ਸੈਗਮੈਂਟ ਮੁਹੰਮਦ ਯੂਸਫ ਖਾਨ ਜਿਨ੍ਹਾਂ ਦਾ ਫਿਲਮੀ ਨਾਂ ਦਲੀਪ ਕੁਮਾਰ ਕਰਕੇ ਜ਼ਿਆਦਾ ਮਸ਼ਹੂਰ ਹੋਇਆ ਉਹਨਾਂ ਨੂੰ ਜਿਹੜੀ ਅਸੀਂ ਟ੍ਰਿਬਿਊਟ ਦਿੱਤੀ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਬਹੁਤ ਸਾਰੀਆਂ ਫੋਨ ਕਾਲਸ ਵੀ ਆਈਆਂ ਇੰਗਲੈਂਡ ਤੋਂ ਵੀ ਸਾਡੇ ਵੀਰ ਅਮਰਜੀਤ ਸਿੰਘ ਜਿਹੜੇ ਅਕਸਰ ਕਾਲ ਕਰਦੇ ਨੇ ਉਹਨਾਂ ਨੇ ਵੀ ਉਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਕਾਲ ਕੀਤਾ ਔਰ ਉਹਨਾਂ ਨੇ ਆਪਣਾ ਤਜਰਬਾ ਦੱਸਦਿਆਂ ਵੀ ਕਿਹਾ ਉਹਨਾਂ ਨੇ ਕਿਹਾ ਕਿ ਜੀ ਚੰਡੀਗੜ੍ਹ ਦੇ ਨੇੜੇ ਇੱਕ ਵੱਡਾ ਸਮਾਗਮ ਅੱਜ ਤੋਂ ਲਗਭਗ 20 ਸਾਲ ਪਹਿਲਾਂ ਹੋਇਆ ਸੀ ਜਿਹਦੇ 'ਚ ਸਾਰੇ ਹੀ ਵੱਡੇ ਵੱਡੇ ਫਿਲਮੀ ਸਿਤਾਰੇ ਜਿਹੜੇ ਨੇ ਉਹਨਾਂ ਦੀ ਪਾਰਟਿਸਪੇਸ਼ਨ ਸੀ। ਦਲੀਪ ਕੁਮਾਰ ਵੀ ਆਏ ਔਰ ਸਾਰਿਆਂ ਨੇ ਜਿਹੜੇ ਈਵਨ ਪੰਜਾਬੀ ਓਰੀਜਨ ਦੇ ਐਕਟਰ ਵੀ ਸੀ ਉਹਨਾਂ ਨੇ ਹਿੰਦੀ 'ਚ ਤਕਰੀਰਾਂ ਕੀਤੀਆਂ ਪਰ ਦਲੀਪ ਕੁਮਾਰ ਉਹਨਾਂ ਨੇ ਬੜੀ ਠੇਠ ਪੰਜਾਬੀ ਦੇ ਵਿੱਚ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਦਾ ਅੰਦਾਜ਼ ਔਰ ਉਹਨਾਂ ਦਾ ਬੇਸ਼ੱਕ ਉਹਨਾਂ ਨੂੰ ਬਹੁਤ ਸਾਰੀਆਂ ਜ਼ੁਬਾਨਾਂ ਤੇ ਆਬੂਰ ਹਾਸਲ ਸੀ। ਫਾਰਸੀ ਵੀ, ਪਸ਼ਤੋ ਉਹਨਾਂ ਦੀ ਮਦਰ ਟੰਗ ਸੀ, ਹਿੰਦੀ ਔਰ ਹਿੰਦੀ ਦੇ ਵੀ ਜਿੰਨੇ ਡਾਇਲੈਕਟ ਨੇ ਅਵਧੀ ਵੀ, ਮੈਥਲੀ ਵੀ, ਲਖਨਵੀ ਵੀ ਔਰ ਭੋਜਪੁਰੀ ਵੀ ਤੁਸੀਂ ਜਿੰਨੇ ਉਹਨਾਂ ਦੇ ਕਿਰਦਾਰ ਦੇਖੋ ਉਸੇ ਅੰਦਾਜ਼ ਦੇ ਵਿੱਚ ਔਰ ਇੰਗਲਿਸ਼ ਉਹਨਾਂ ਦੀ ਬੜੀ ਖੂਬਸੂਰਤ ਉਹਨਾਂ ਦੇ ਕੁਛ ਇੰਟਰਵਿਊ ਜਿਹੜੇ ਉਹਨਾਂ ਨੇ ਦਿੱਤੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਉਹਦੇ 'ਚ ਬਿਲਕੁਲ ਡਿਲੀਵਰੀ ਤਾਂ ਹੈ ਹੀ ਕਮਾਲ ਦੀ ਸੀ। ਸੋ ਹਰ ਇੱਕ ਨੇ ਇਹ ਮਹਿਸੂਸ ਕੀਤਾ ਹੈ ਕਿ ਵੀ ਜਿਹੜੀ ਦਲੀਪ ਕੁਮਾਰ ਹੋਰਾਂ ਵਿਚਲੀ ਪੰਜਾਬੀ ਦੇ ਲਈ ਪਿਆਰ ਦੀ ਕਹਾਣੀ ਸੀ ਉਹਨੂੰ ਓਵਰਆਲ ਬਾਕੀ ਜਿਹੜੇ ਵੀ ਭਾਰਤੀ ਮੀਡੀਆ ਨੇ ਖਾਸ ਤੌਰ ਤੇ ਉਹਨੂੰ ਅਮਿਟ ਕੀਤਾ। ਸੋ ਆਪਣੀ ਧਰਤੀ ਨਾਲ ਵੀ ਜੁੜੇ ਹੋਏ ਸੀ ਜਿਵੇਂ पेशावर तो साढ़े 2-3 ਜਿਹੜੇ ਵਿਊਅਰ ਨੇ
ਉਹਨਾਂ ਨੇ ਖਾਸ ਤੌਰ ਤੇ ਸ਼ੁਕਰੀਆ ਅਦਾ ਕੀਤਾ, ਕਿਉਂਕਿ ਉਹ ਉਹਨਾਂ ਦੀ ਜਿਹੜਾ ਉਹ ਧਰਤੀ ਜਿਹੜੀ ਕਦੇ ਵੀ ਉਹਨਾਂ ਨੇ ਭੁਲਾਈ ਨਹੀਂ ਹੈ। ਔਰ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਵੀ ਲਿਖੀ, ਜਿਹੜੀ ਕਿ ਉਹਨਾਂ ਦੇ ਨਾਲ ਲਗਾਤਾਰਤਾ ਨਾਲ ਉਹਨਾਂ ਨੇ ਆਪਣੇ ਬਚਪਨ ਤੋਂ ਆਪਣੀ ਕਹਾਣੀ ਨੂੰ ਬਿਆਨਿਆ, ਉਹਦੇ 'ਚ ਵੀ ਉਹਨਾਂ ਨੇ ਉਹਨਾਂ ਦੀ ਮੁਹੱਬਤ ਦਾ ਜ਼ਿਕਰ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਅਜੇ ਵੀ ਮੈਨੂੰ ਪੇਸ਼ਾਵਰ ਦਾ ਮੌਸਮ, ਉਸ ਦੀ ਖੁਸ਼ਬੂ, ਉਸ ਮਿੱਟੀ ਦੀ, ਉਹ ਮੇਰੇ ਜਿਹੜਾ ਰੋਮ ਰੋਮ ਦੇ ਵਿੱਚ ਹੈ। ਸੋ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਔਰ ਜਿੰਨੀ ਉਹਨਾਂ ਨੂੰ ਪਜ਼ੀਰਾਈ, ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਜ਼ਿੰਦਗੀ ਵੀ ਉਹਨਾਂ ਦੀ ਬੇਮਿਸਾਲ ਸੀ, ਸ਼ੌਹਰਤ ਦੀਆਂ ਉਹਨਾਂ ਨੇ ਬੁਲੰਦੀਆਂ ਛੂਹੀਆਂ, ਔਰ ਇਹਦੇ ਬਾਵਜੂਦ ਕਿ ਹਿੰਦੂ ਤਵੀ ਨਫ਼ਰਤ ਉਹ ਸ਼ਿਵ ਸੈਨਾ ਦੀ ਹੋਏ, ਜਦੋਂ ਕਿ ਉਹਨਾਂ ਨੂੰ ਨਿਸ਼ਾਨੇ ਇਮਤਿਆਜ਼ ਵਾਪਸ ਕਰਨ ਲਈ ਕਿਹਾ ਗਿਆ, ਜਾਂ ਬੀਜੇਪੀ ਦੇ IT ਸੈੱਲ ਦੇ ਮੁਖੀ ਹਰਿਆਣੇ ਦੇ ਨੇ ਅਜੇ ਵੀ ਤਨਜ਼ ਕੀਤੀ, ਲੇਕਿਨ ਕੁੱਲ ਮਿਲਾ ਕੇ ਜਿਹੜਾ ਪਿਆਰ ਦਾ ਉਮੜਾ ਉਹਨਾਂ ਦੇ ਲਈ ਸੀ, ਪੂਰਾ ਚਾਰ ਚੁਫੇਰਿਓਂ ਜਿਹਨੂੰ ਅਸੀਂ ਕਹਿੰਦੇ ਉਮੜ ਕੇ ਮੁਹੱਬਤ ਆਈ, ਔਰ ਉਹ ਉਹਨਾਂ ਦੀ ਇਸ ਅਖੀਰਲੀ ਘੜੀ ਵੇਲੇ ਵੀ ਉਹਨਾਂ ਨੂੰ ਉਹ ਸਿਖਰ ਨਸੀਬ ਹੋਇਆ ਜਿਹੜਾ ਹਰ ਇੱਕ ਨੂੰ ਨਸੀਬ ਨਹੀਂ ਹੁੰਦਾ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇੱਕ ਇਸ ਸਭ ਦੇ ਨਾਲ ਨਾਲ ਇੱਕ ਨੇਕ ਇਨਸਾਨ ਹੋਣਾ, ਇੱਕ ਉਹ ਸ਼ਖਸੀਅਤ, ਔਰ ਅੱਜ ਹੀ ਜਦੋਂ ਹੋਰ ਜਾਣਕਾਰੀ ਵੀ ਸਾਹਮਣੇ ਆਉਂਦੀ ਹੈ ਕਿ ਕਿਵੇਂ ਜਿਹੜੀ ਇੰਸਟੀਚਿਊਟ ਫਾਰ ਦਾ ਬਲਾਈਂਡ ਨਬੀਨਿਆਂ ਦੇ ਲਈ ਉਹਨਾਂ ਦੇ ਵੀ ਉਹ ਹੈੱਡ ਸੀ, ਔਰ ਇੱਕ ਖਾਸਾ ਜਿਹੜਾ ਆਪਣਾ ਉਹ ਸਰਮਾਇਆ ਉਸ ਪਾਸੇ ਡੈਡੀਕੇਟ ਕਰਦੇ ਸੀ, ਔਰ ਉਹਨਾਂ ਦੇ ਲਈ ਫੰਡ ਰੇਜ਼ਿੰਗਸ ਵੀ ਉਹਨਾਂ ਦਾ ਕਰਨਾ, ਔਰ ਉਹਨਾਂ ਦੇ ਲਈ ਜਿਹੜੀ ਖਾਸ ਤੌਰ ਤੇ ਨਬੀਨਿਆਂ ਦੀ ਜ਼ੁਬਾਨ ਜਿਹਨੂੰ ਬਰੇਲ ਕਹਿੰਦੇ ਨੇ, ਉਸ ਦੀਆਂ ਦੁਨੀਆ ਭਰ ਚੋਂ ਜਿਹੜੀ ਬਰੇਲ ਨਾਲ ਰਿਲੇਟਡ ਬੁੱਕਸ ਮੰਗਵਾ ਕੇ ਦੇਣੀਆਂ। ਔਰ ਇਹ ਉਹਨਾਂ ਦਾ ਜਿਹੜਾ ਪਾਰਟ ਹੈ, ਔਰ ਸ਼ਾਇਦ ਐਕਟਰ ਤਾਂ ਹੋਰ ਵੀ ਹੋਏ ਨੇ, ਹੋਣਗੇ ਵੀ, ਔਰ ਉਹਦੇ ਵਿੱਚ ਹੋ ਸਕਦਾ ਕੋਈ ਦਮਖੰਭ ਵਾਲੇ ਵੀ ਹੋਣ ਜਾਂ ਆ ਜਾਣ, ਲੇਕਿਨ ਇੱਕੋ ਵੇਲੇ ਇੱਕ ਸ਼ਖਸੀਅਤ ਦੇ ਵਿੱਚ ਜਿੱਥੇ ਐਕਸੈਲੈਂਸ ਹੈ ਜੋ ਕਰ ਰਹੇ ਨੇ, ਪਰ ਨਾਲ ਦੇ ਨਾਲ ਇਨਸਾਨੀਅਤ, ਔਰ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਾਇਸਤਗੀ, ਹਰ ਇੱਕ ਦਾ ਸਤਿਕਾਰ, ਪਿਆਰ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਹਰਜਿੰਦਰ ਸਿੰਘ, ਵਾਈਨ ਹਿੱਲ, ਫਿਲਾਡੈਲਫੀਆ 'ਚ ਇਹਨਾਂ ਦੇ ਨਾਲ ਪਹਿਲੀਆਂ ਮੁਲਾਕਾਤਾਂ ਰਹੀਆਂ, ਔਰ ਬੜੇ ਹੀ ਡੈਡੀਕੇਟਿਡ, ਲਿਖਣ ਦੀ ਵੀ ਉਹਨਾਂ ਦੇ ਕੋਲ ਇੱਕ ਪੂਰੀ ਕਲਾ ਹੈ, ਔਰ ਹੁਣ ਤਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਜਿਹੜੀ ਹੈ ਉਹ ਬੜੀ ਫੈਕਟ ਬੇਸਡ, ਔਰ ਉਹਨਾਂ ਦੀ ਮਿਹਨਤ ਹੈ ਕਿ ਜਿਵੇਂ ਨਿਊ ਜਰਸੀ ਦੇ ਵਿੱਚ ਉਹਨਾਂ ਦੀ ਸੈਨੇਟ ਜਾਂ ਹਾਊਸ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਰੈਕਗਨਾਈਜ਼ ਕਰਨਾ ਐਜ਼ ਏ ਲਿਵਿੰਗ ਇਟਰਨਲ ਗੁਰੂ ਸਿੱਖਾਂ ਦਾ, ਇਸ ਦੇ ਲਈ, ਔਰ ਇਸ ਤੋਂ ਇਲਾਵਾ ਵੀ ਜਿਹੜੀ ਰੈਕਗਨੀਸ਼ਨ ਖਾਲਸਾ ਸਾਜਨਾ ਦਿਵਸ ਦੇ ਹਵਾਲੇ ਨਾਲ ਹੈ, ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਨ ਦੇ ਹਵਾਲੇ ਨਾਲ ਹੈ। ਸੋ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਥੱਲੇ ਉਹਨਾਂ ਨੇ ਕਾਫੀ ਜ਼ਬਰਦਸਤ ਐਕਟੀਵਿਟੀ ਕੀਤੀ ਹੈ। ਉਹ TV 84 ਦੇ ਵੈਲ ਵਿਸ਼ਰ ਵੀ ਨੇ, ਸਾਡੇ ਨਾਲ ਵੀ ਉਹਨਾਂ ਦਾ ਇੱਕ ਲਗਾਤਾਰ ਪੰਥਕ ਪਰਿਵਾਰ ਵਾਂਗ ਰਿਸ਼ਤਾ ਹੈ, ਔਰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇਸ ਸਪਾਂਸਰਸ਼ਿਪ ਲਈ। ਔਰ ਅਸੀਂ ਐਨਕਰੇਜ ਵੀ ਕਰਾਂਗੇ ਕਿ ਜ਼ਰੂਰੀ ਨਹੀਂ ਹੈ, ਕਿਉਂਕਿ ਜੂਨ ਦਾ ਮਹੀਨਾ ਆਲਮੋਸਟ ਅੱਡ-ਅੱਡ ਇੰਸਟੀਟਿਊਸ਼ਨਸ, ਆਰਗੇਨਾਈਜੇਸ਼ਨਸ ਨੇ ਹਮਲਾ ਮਾਰਿਆ, ਉਸਨੇ ਸਾਡਾ ਫਾਈਨੈਂਸ਼ੀਅਲ ਰਾਹ ਥੋੜ੍ਹਾ ਜਿਹਾ ਸੁਖਾਲਾ ਕੀਤਾ, ਪਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਇੰਡੀਵਿਜੂਅਲ ਸਾਡੇ ਐਡਮਾਇਰਰ ਨੇ TV 84 ਦੇ, ਔਰ ਜਿਹੜੇ ਸਮਝਦੇ ਨੇ ਕਿ ਖਾਲਿਸਤਾਨ ਦੀ ਗੱਲ, ਇਹ ਪੰਥਕ ਪਲੇਟਫਾਰਮ ਜਿਹੜਾ ਹੈ ਇਹ ਅੱਗੇ ਵਧਣਾ ਚਾਹੀਦਾ ਹੈ, ਸੋ ਉਹ ਜੋ ਵੀ ਉਹਨਾਂ ਦੀ ਅਫੋਰਡੇਬਿਲਟੀ ਹੋਏ, ਅਸੀਂ ਸਭ ਨੂੰ ਇਨਵੋਲਵ ਵੀ ਕਰਨਾ ਚਾਹੁੰਦੇ ਹਾਂ। ਕੋਈ ਸਾਡੀ ਇਹ ਤਵੱਕੋ ਨਹੀਂ ਹੈ ਕਿ ਹਰ ਕੋਈ ਹਜ਼ਾਰਾਂ ਡਾਲਰ ਜਿਹੜਾ ਉਹ ਸਪਾਂਸਰਸ਼ਿਪ ਦੇ ਲਈ ਦੇ, ਜੋ ਵੀ ਤੁਹਾਡੀ ਹੈ ਮਿਨੀਮਮ ਤੁਸੀਂ $500, $1000 ਜੋ ਵੀ ਕਰ ਸਕਦੇ ਹੋ, ਔਰ ਆਪਣਾ ਮੈਸੇਜ ਵੀ ਤੁਸੀਂ ਦੇਣਾ ਚਾਹੋ, ਅਸੀਂ ਇਸ ਦੇ ਲਈ ਓਪਨ ਹੈ, ਕਿਉਂਕਿ ਅਸੀਂ ਇਨਵੋਲਵਮੈਂਟ ਵੀ ਰੱਖਦੇ ਹਾਂ ਜਾਂ ਰੱਖਣਾ ਚਾਹੁੰਦੇ ਹਾਂ, ਪਰ ਇਹਦੇ ਨਾਲ ਨਾਲ ਸਾਡਾ ਫਾਈਨੈਂਸ਼ੀਅਲ ਰਸਤਾ ਵੀ ਜਿਹੜਾ ਹੈ ਉਹ ਸੌਖਾ ਹੋਏਗਾ, ਔਰ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ TV 84 ਨੂੰ ਐਕਸਪੈਂਡ ਕਰਨ ਦੇ ਸਮਰੱਥ ਹੋ ਸਕਾਂਗੇ। ਅਫਗਾਨਿਸਤਾਨ, ਔਰ ਜਿਹੜੀ ਤਵੱਕੋ ਸੀ, ਬੇਸ਼ੱਕ ਜਿਵੇਂ ਅਸੀਂ ਅਕਸਰ ਇਹ ਮੈਂਸ਼ਨ ਕਰਦੇ ਹਾਂ ਕਿ ਫੈਬਰੂਰੀ 2020 ਦੇ ਵਿੱਚ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਦੋਹਾ ਦੇ ਵਿੱਚ ਸਮਝੌਤਾ ਹੁੰਦਾ ਹੈ, ਐਗਰੀਮੈਂਟ ਹੁੰਦਾ ਹੈ, ਜਿਹਦੇ ਥੱਲੇ ਪੜਾਅਵਾਰ ਉਹਨਾਂ ਨੇ ਜਿੱਥੇ ਅਫਗਾਨ ਸਰਕਾਰ ਨੂੰ ਵੀ ਇਨਵੋਲਵ ਕਰਨਾ ਸੀ, ਅਮਰੀਕਾ ਦੀ ਟੋਟਲ ਵਿਦਡਰਾਲ ਜਿਹੜੀ ਟਰੰਪ ਨਹੀਂ, ਔਰ ਮੈਂ ਸਮਝਦਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਜੇ ਕੁਝ ਚੰਗੇ ਫੈਸਲੇ ਗਿਣਨੇ ਹੋਣ ਤਾਂ ਉਹਨਾਂ ਦੇ ਵਿੱਚ
ਇਹ ਅਮਰੀਕਨ ਵਿਦਡਰਾਅਲ ਦੇ ਲਈ ਜਿਹੜਾ ਉਹਨਾਂ ਦਾ ਐਗਰੀਮੈਂਟ ਤਾਲਿਬਾਨ ਦੇ ਨਾਲ, ਔਰ ਇਸ ਦੇ ਨਾਲ ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਕਿ ਜਿੱਥੇ ਅਮਰੀਕਾ ਨੂੰ ਇੱਕ ਫੇਸ ਮਿਲੇ, ਉੱਥੇ ਨਾਲ ਦੀ ਨਾਲ ਜਦੋਂ ਅਮਰੀਕਾ ਉੱਥੋਂ ਨਿਕਲਦਾ ਹੈ ਤੇ ਉਹ ਹਾਲਾਤ ਨਾ ਬਣਨ ਜੋ ਸੋਵੀਅਤ ਯੂਨੀਅਨ ਦੇ ਉੱਥੋਂ ਨਿਕਲਣ ਤੋਂ ਬਾਅਦ ਬਣੇ ਸੀ। ਔਰ ਫਿਰ ਜਿਵੇਂ ਅਮਰੀਕਾ ਦੇ ਵੀ ਉੱਥੋਂ ਸਡਨ ਵਿਦਡਰਾਅਲ ਕਰਕੇ ਹਾਲਾਤ ਬਦਤਰ ਰਹੇ ਔਰ ਲਗਭਗ 5-6 ਸਾਲ ਅਫਗਾਨਿਸਤਾਨ ਸਿਵਲ ਵਾਰ ਦੇ ਵਿੱਚ ਪਲੰਜ ਹੋਇਆ। ਤੇ ਫਿਰ ਜੇ ਤਾਲਿਬਾਨ ਐਮਰਜ ਹੋਏ ਤੇ ਤਾਲਿਬਾਨ ਦੀ ਹਕੂਮਤ ਬਣਨ ਦੇ 3-4 ਸਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ 9/11 ਜਿਹੜਾ ਹੁੰਦਾ ਹੈ ਉਸ ਦੇ ਲਈ ਜ਼ਿੰਮੇਵਾਰ ਅਲ-ਕਾਇਦਾ ਔਰ ਅਸਾਮਾ ਉਹਨਾਂ ਦੀ ਪਨਾਹਗਾਹ ਅਫਗਾਨਿਸਤਾਨ ਸੀ। ਔਰ ਉਹਦੇ 'ਚ 9/11 ਤੋਂ ਇੱਕਦਮ ਬਾਅਦ ਫਿਰ ਅਸੀਂ ਅਮਰੀਕਾ ਦੀ ਸਟ੍ਰਾਈਕ ਬੈਕ ਲਾਈਨ ਦੇਖਦੇ ਹਾਂ। UN ਸਿਕਿਉਰਿਟੀ ਕੌਂਸਲ ਦੇ ਥੱਲੇ ਨੈਟੋ ਜਿਹੜਾ ਹੈ ਉਹ ਜੁਆਇਨ ਕਰਦਾ ਹੈ ਅਮਰੀਕਾ ਨੂੰ, ਔਰ ਫਿਰ ਲਗਭਗ 20 ਸਾਲ ਦੀ ਇਹ ਜੰਗ, ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਲੰਮੀ ਜੰਗ, ਔਰ ਇਸ ਨੂੰ ਟਰੰਪ ਨੇ ਫਾਈਨਲ ਇਸ ਤੇ ਸਟੈਂਪ ਲਾਈ ਕਿ ਇਹਨੂੰ ਫਿਨਿਸ਼ ਕਰੋ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟੇਕ ਓਵਰ ਕਰਨ ਵੇਲੇ ਵੀ, ਕਿਉਂਕਿ ਕੁਝ ਚੀਜ਼ਾਂ ਤਾਂ ਉਹੀ ਲੈਗੇਸੀ ਹੈ ਜਿਹੜੀ ਤੁਸੀਂ ਕੰਟੀਨਿਊ ਕਰਦੇ ਹੋ, ਲੇਕਿਨ ਮੈਂ ਸਮਝਦਾ ਹਾਂ ਵੀ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਬੇਸ਼ੱਕ ਜਿਹੜੀ ਵਿਦਡਰਾਅਲ ਡੇਟ ਸੀ ਫੌਜਾਂ ਦੀ, ਉਹ ਉਹਨਾਂ ਨੇ 9/11 ਤੱਕ ਖਿੱਚਣ ਦਾ ਐਲਾਨ ਕੀਤਾ ਕਿ ਭਾਈ ਅਸੀਂ 9/11 ਤੱਕ ਜਿਹੜਾ ਕਰ ਲਾਂਗੇ, ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਹਰ ਚੀਜ਼ ਨੂੰ, ਕਿਉਂਕਿ ਤੁਸੀਂ ਇੱਕ ਇਵੈਂਟ ਵੀ ਬਣਾਉਂਦੇ ਹੋ ਕਿ ਇਹਨੂੰ ਐਜ਼ ਏ ਵਿਕਟਰੀ ਡਿਕਲੇਅਰ ਕੀਤਾ ਜਾਏ। ਔਰ ਉਸ ਡਿਲੇ ਦੇ ਵਿੱਚ ਫਿਰ ਕਈ ਕੁਛ ਵਿਚਾਲੇ ਆਉਂਦਾ ਰਿਹਾ ਕਿ ਟੋਟਲ, ਕਿਉਂਕਿ ਇਹ ਜ਼ੋਰ ਇੰਡੀਆ ਦਾ ਲੱਗਾ ਹੋਇਆ ਸੀ ਪੂਰੀ ਤਰ੍ਹਾਂ ਕਿ ਅਮਰੀਕਾ ਜਿਹੜੀ ਹੈ ਆਪਣੀ ਵਿਦਡਰਾਅਲ ਨਾ ਕਰੇ। ਕਿਤੇ ਨਾ ਕਿਤੇ ਪਾਕਿਸਤਾਨ ਵੀ ਚਾਹੁੰਦਾ ਸੀ ਕਿ ਟੋਟਲ ਵਿਦਡਰਾਅਲ ਦਾ ਹੋਣਾ ਉਹ ਜੇ ਹਾਲਾਤ ਨਾ ਪੈਦਾ ਕਰੇ ਜੋ ਜੇ ਪਹਿਲਾਂ ਹੋਏ ਨੇ, ਔਰ ਉਸ ਦਾ ਜਿਹੜਾ ਪ੍ਰਭਾਵ ਹੈ ਜਾਂ ਉਸ ਦਾ ਇਫੈਕਟ ਪਾਕਿਸਤਾਨ ਦੇ ਉੱਤੇ ਪਵੇ। ਹੁਣ ਵੀ ਪਾਕਿਸਤਾਨ ਦੀ ਇੱਕ ਮਿਨਿਸਟਰੀ ਵੱਲੋਂ ਇਹ ਕਿਹਾ ਗਿਆ ਕਿ ਜੇ ਅਫਗਾਨਿਸਤਾਨ ਦੇ ਵਿੱਚ ਸਿਵਲ ਵਾਰ ਜਿਹੜੀ ਹੈ ਹੋ ਜਾਂਦੀ ਹੈ ਤੇ ਲਗਭਗ 5 ਲੱਖ ਰਿਫਿਊਜੀ ਜਿਹੜੇ ਨੇ ਉਹ ਪਾਕਿਸਤਾਨ ਆ ਸਕਦੇ ਨੇ। ਔਰ ਇਸ ਵਾਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਮੇਨਲੈਂਡ 'ਚ ਨਹੀਂ ਆਉਣ ਦਿੱਤਾ ਜਾਏਗਾ, ਬਾਰਡਰ ਦੇ ਉੱਤੇ ਹੀ ਜਿਹੜੇ ਨੇ ਕੈਂਪ ਹੋਣਗੇ। ਸੋ ਜ਼ਾਹਰ ਹੈ ਕਿ ਪਾਕਿਸਤਾਨ ਆਲਰੇਡੀ ਇੱਕ ਸਟੇਜ ਦੇ ਉੱਤੇ 30 ਲੱਖ ਦੇ ਕਰੀਬ ਅਫਗਾਨ ਰਿਫਿਊਜੀ ਜਦੋਂ ਸੋਵੀਅਤ ਯੂਨੀਅਨ ਦੇ ਨਾਲ ਚੱਲ ਰਿਹਾ ਸੀ ਜਾਂ ਸਿਵਲ ਵਾਰ ਚੱਲ ਰਹੀ ਸੀ, ਉਹ ਪਾਕਿਸਤਾਨ ਨੇ ਝੱਲੇ। ਉਸ ਦੇ ਇਫੈਕਟ ਵੀ ਹੋਏ, ਦਹਿਸ਼ਤਗਰਦੀ ਵੀ ਪਾਕਿਸਤਾਨ ਦੇ ਵਿੱਚ ਆਈ ਔਰ ਇੱਕ ਵੱਡਾ ਖਰਚਾ, ਔਰ ਤੁਹਾਡੇ ਕੋਲ ਕੋਈ ਸਕਰੀਨਿੰਗ ਦਾ ਮਾਧਿਅਮ ਵੀ ਨਹੀਂ ਰਹਿ ਜਾਂਦਾ ਕਿਉਂਕਿ ਇੰਟਰਨੈਸ਼ਨਲ ਏਜੰਸੀਆਂ ਇਨਵੋਲਵ ਹੋ ਜਾਂਦੀਆਂ ਨੇ। ਰਿਫਿਊਜੀ ਕਾਰਡਸ ਮਿਲੇ ਹੋਏ ਨੇ, ਕੌਣ ਕਿੱਥੇ ਘੁੰਮ ਰਿਹਾ, ਔਰ ਉਸ ਲੋਕਾਂ ਦੀ ਪਛਾਣ ਤਾਂ ਇੱਕੋ ਜਿਹੀ ਹੈ ਸਾਰੇ, ਕਿਉਂਕਿ ਉਹੀ ਇੱਕ ਕਬੀਲਾ ਇੱਧਰ ਹੈ, ਕੋਈ ਉੱਧਰ ਹੈ, ਅੱਧੇ ਉਹਨਾਂ ਦੇ ਇੱਧਰ ਨੇ, ਅੱਧੇ ਉੱਧਰ ਨੇ। ਇਸੇ ਤਰ੍ਹਾਂ ਜਿਹੜੇ ਦੂਸਰੇ ਡਰ ਅਸੀਂ ਦੇਖਦੇ ਹਾਂ ਕਿ ਆਲਰੇਡੀ ਜਦੋਂ ਤਾਲਿਬਾਨ ਹੁਣ ਜਦੋਂ ਟੇਕ ਓਵਰ ਕਰ ਰਹੇ ਨੇ, ਮਜ਼ਾਰੇ ਸ਼ਰੀਫ ਵੱਲ ਆਏ, ਦੂਸਰੇ ਕਿਵੇਂ 1000 ਤੋਂ ਜ਼ਿਆਦਾ ਅਫਗਾਨ ਸੋਲਜਰ ਉਹ ਜਾ ਕੇ ਤਾਜ਼ਿਕਸਤਾਨ ਦੇ ਵਿੱਚ ਉਹਨਾਂ ਨੇ ਪਨਾਹ ਲਈ। ਸੋ ਜਿਹੜਾ ਤਾਜ਼ਿਕਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਉਸ ਦੇ ਉੱਤੇ ਬੇਸ਼ੱਕ ਉਹਨਾਂ ਨੇ ਬਾਰਡਰ ਕ੍ਰਾਸ ਨਹੀਂ ਕੀਤਾ, ਪਰ ਰਸ਼ੀਆ ਦਾ ਬੇਸ ਹੈ ਤਾਜ਼ਿਕਸਤਾਨ 'ਚ, ਉਹਨਾਂ ਨੂੰ ਵੀ ਲੱਗਾ। ਔਰ ਅੱਜ ਰਸ਼ੀਆ ਨੇ ਆਫਰ ਕੀਤਾ ਤਾਜ਼ਿਕਸਤਾਨ ਦੀ ਹਕੂਮਤ ਨੂੰ ਕਿ ਜੇ ਉਹ ਕਹਿਣ ਤੇ ਉਹ ਰਸ਼ੀਅਨ ਆਰਮੀ ਭੇਜਣ ਲਈ ਤਿਆਰ ਨੇ ਤਾਂ ਕਿ ਉਹ ਬਾਰਡਰ ਕ੍ਰਾਸਿੰਗ ਨਾ ਹੋ ਸਕੇ। ਸੋ ਜ਼ਾਹਰ ਹੈ ਰਸ਼ੀਆ ਦਾ ਵੀ ਇੱਕ ਵੱਡਾ ਫਿਕਰ ਹੈ। ਫਿਰ ਅਸੀਂ ਈਰਾਨ ਦੇ ਹਵਾਲੇ ਨਾਲ ਦੇਖਦੇ ਹਾਂ, ਔਰ ਇੱਕ ਚੰਗੀ ਗੱਲ ਹੈ ਜਿਹੜੀ, ਹਾਲਾਂਕਿ ਉਹਦੀ ਪਹਿਲਾਂ ਖਬਰ ਨਹੀਂ ਸੀ, ਪਿਛਲੇ ਕੱਲ੍ਹ ਹੀ ਮੀਡੀਆ ਚੈਨਲਸ ਨੇ ਥੋੜ੍ਹਾ ਬਹੁਤ ਇਸ ਦੀ ਉਹਨਾਂ ਨੂੰ ਉਗ ਸੁਗ ਲੱਗੀ ਤੇ ਉਹਨਾਂ ਨੇ ਕਿਹਾ, ਹੁਣ ਸਾਹਮਣੇ ਆ ਗਿਆ ਕਿ ਕਿਵੇਂ ਤਹਿਰਾਨ ਦੇ ਵਿੱਚ ਜਿਹੜੀ ਹੈ ਗੱਲਬਾਤ ਦਾ ਇੱਕ ਦੌਰ, ਉਹਨੂੰ ਅਗਲਾ ਦੌਰ ਤਾਂ ਨਹੀਂ ਕਵਾਂਗੇ ਕਿਉਂਕਿ ਆਲਰੇਡੀ ਦੋਹਾ ਦੇ ਵਿੱਚ ਗੱਲਬਾਤ ਹੋਈ ਔਰ ਫਿਰ ਜਿਹੜਾ ਇਸਤਨਬੁਲ ਦੇ ਵਿੱਚ ਹੋਣਾ ਸੀ ਟਰਕੀ 'ਚ, ਉਹ ਕੈਂਸਲ ਕਰਨ ਦੀ ਲਾਈਨ ਗਈ। ਔਰ ਜਿਹੜੀ ਈਰਾਨ ਨੇ ਹੋਸਟ ਕੀਤੀ ਅਫਗਾਨ ਪੀਸ ਟਾਕਸ, ਉਹਦੇ 'ਚ ਜਿਹੜਾ ਤਾਲਿਬਾਨ ਵੱਲੋਂ ਉਹਨਾਂ ਦਾ ਮੇਨ ਨੈਗੋਸ਼ੀਏਟਰ ਨੇ ਸ਼ੇਰ ਮੁਹੰਮਦ ਅਬਾਸ ਸਟੈਨਿਕਜ਼ਾਈ, ਉਹ ਦੋਹਾ ਤੋਂ ਫਲਾਈ ਕਰਕੇ ਤਹਿਰਾਨ ਪਹੁੰਚੇ। ਔਰ ਚੰਗੀ ਗੱਲ ਹੈ ਕਿ ਵੀ ਇੱਕ ਪਾਸੇ ਭਾਵੇਂ ਤਾਲਿਬਾਨ ਅਸ਼ਰਫ ਗਨੀ ਜਾਂ ਉਹਦੇ ਨਾਲ ਨੈਗੋਸ਼ੀਏਸ਼ਨ ਪਸੰਦ ਨਹੀਂ ਕਰਦੇ, ਪਰ ਅਫਗਾਨ ਗਵਰਨਮੈਂਟ ਦੇ ਬਿਹਾਫ ਤੇ ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਅਫਗਾਨਿਸਤਾਨ ਹਕੂਮਤ 'ਚ ਯੂਨਸ ਕਾਨੂੰਨੀ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਔਰ ਇਹਦੇ ਨਾਲ ਈਵਨ ਈਰਾਨ ਦੇ ਫੋਰਨ ਮਿਨਿਸਟਰ ਮੁਹੰਮਦ ਜਾਵੇਦ ਜ਼ਾਰਿਫ
ਉਹਨਾਂ ਨੇ ਵੀ ਇਹਦੇ 'ਚ ਪਾਰਟਿਸਿਪੇਸ਼ਨ ਕੀਤੀ। ਉਹਨਾਂ ਨੇ ਜਿਹੜੀਆਂ ਵਾਰਿੰਗ ਫੈਕਸ਼ਨਸ ਨੇ ਉਹਨਾਂ ਨੂੰ ਕਿਹਾ ਕਿ ਟੇਕ ਡਿਫਿਕਲਟ ਡਿਸੀਜਨਸ ਫॉर योर ਕੰਟਰੀ। ਔਰ ਇਹ ਜਿਹੜੀ ਗੱਲਬਾਤ ਤਹਿਰਾਨ ਦੇ ਵਿੱਚ ਹੋਈ, ਇਸ ਨੂੰ ਅਮਰੀਕਾ ਨੇ ਵੀ ਐਂਡੋਰਸ ਕੀਤਾ। ਔਰ ਅਸੀਂ ਕਿਉਂਕਿ ਅੱਜ ਜੋ ਬਾਈਡਨ ਨੇ ਕੱਲ ਇਹ ਆ ਗਿਆ ਸੀ ਕਿ ਅੱਜ ਉਹ ਫਾਈਨਲ ਐਲਾਨ ਕਰਨਗੇ ਅਫਗਾਨਿਸਤਾਨ ਨਾਲ ਸੰਬੰਧਿਤ, ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਮੈਂ ਈਰਾਨ ਵਾਲੀ ਗੱਲ ਟੱਚ ਕਰ ਲਈ ਹੈ, ਮੈਂ ਇਹ ਅਮਰੀਕਾ ਨੇ ਇਸ ਨੂੰ ਵੈਲਕਮ ਕੀਤਾ ਹੈ। ਨਹੀਂ ਤਾਂ ਕੋਈ ਵੀ ਚੀਜ਼ ਜਿਹੜੀ ਈਰਾਨ ਨਾਲ ਸੰਬੰਧਿਤ ਰਹੀ ਹੈ ਉਹ ਤਾਂ ਨੋ ਰਿਹਾ ਕਿ ਅਨਟਚੇਬਲ ਹੈ। ਲੇਕਿਨ ਇੱਕ ਚੰਗੀ ਗੱਲ ਹੈ ਵੀ ਅਮਰੀਕਾ ਨੇ ਵੀ ਇਹ ਮਹਿਸੂਸ ਕੀਤਾ ਕਿ ਭਾਈ ਉਹਨੇ ਤਾਂ ਆਪਣੀ ਪਾਰੀ ਖੇਡ ਲਈ ਹੈ। 20 ਸਾਲ ਬਾਅਦ ਉਹ ਹਾਲਾਤ ਤਾਂ ਨਹੀਂ ਬਣੇ ਜਿਵੇਂ ਵੀਅਤਨਾਮ ਚੋਂ ਰੂਫ ਟਾਪ ਦੇ ਉੱਤੇ ਅਮਰੀਕਨ ਐਮਬੈਸੀ ਦੀ ਜਿਹੜਾ ਹੈਲੀਕਾਪਟਰ ਲੈਂਡ ਕੀਤਾ ਔਰ ਉਹਦੇ 'ਚ ਉੱਡ ਰਹੇ ਨੇ, ਅਖੀਰ 'ਚ ਬੰਦੇ ਲਟਕੇ ਹੋਏ ਨੇ, ਕਿ ਉਸ ਕਿਸਮ ਦਾ ਸੀਨ ਦੁਨੀਆ ਨੇ ਨਹੀਂ ਦੇਖਿਆ। ਲੇਕਿਨ ਇਹ ਜ਼ਰੂਰ ਹੈ ਕਿ ਅਮਰੀਕਾ ਨੇ ਦੇਖ ਲਿਆ ਕਿ ਭਾਈ ਇਹ ਹੁਣ ਸਾਡੇ ਲਈ ਇਨਫ ਇਜ਼ ਇਨਫ, ਹੁਣ ਨਿਕਲਣ 'ਚ ਹੀ ਭਲਾ ਹੈ। ਲੇਕਿਨ ਅਮਰੀਕਾ ਇਹ ਵੀ ਨਹੀਂ ਚਾਹੁੰਦਾ ਕਿ ਭਾਈ ਉੱਥੇ ਉਸ ਕਿਸਮ ਦੀ ਸਿਵਲ ਵਾਰ, ਉਹਦੇ ਲਈ ਫਿਰ ਅਮਰੀਕਾ ਦੇ ਸਿਰ ਤੇ ਦੋਸ਼ ਆਇਆ ਕਿ ਭਾਈ 20 ਸਾਲ ਰਹੇ ਇੱਥੇ ਔਰ ਸਡਨਲੀ ਨਿਕਲ ਗਏ। ਨਿਕਲਿਆ ਇਵੇਂ ਹੀ ਜਾ ਸਕਦਾ ਸੀ। ਜੇ ਤੁਸੀਂ ਕਹੋ ਕਿ ਜੀ ਹੁਣ ਮਿਸ਼ਨ ਵੀ ਕੀ ਸੀ, ਔਰ ਬਾਈਡਨ ਨੇ ਜਿਵੇਂ ਆਪਣੀ ਸਪੀਚ ਦੇ ਵਿੱਚ ਜਿੱਥੇ ਇੱਕ ਪਾਸੇ ਤਾਲਿਬਾਨ ਦੇ ਲਈ ਆਪਣਾ ਡਿਸਡੇਨ ਵੀ ਸ਼ੋਅ ਕੀਤਾ ਹੈ, ਹਾਲਾਂਕਿ ਇਹ ਅਵੋਇਡ ਵੀ ਕੀਤਾ ਜਾ ਸਕਦਾ ਸੀ, ਪਰ ਇਹ ਗੱਲ ਉਹਨਾਂ ਨੇ ਬੜੀ ਕਲੀਅਰਲੀ ਕਹੀ ਹੈ ਕਿ ਅਸੀਂ ਜਿਹੜਾ ਹੈ ਇਸ 31 ਅਗਸਤ ਤੱਕ ਸਾਡਾ ਜਿਹੜਾ ਮਿਲਟਰੀ ਮਿਸ਼ਨ ਹੈ ਉਹ ਖਤਮ ਹੋ ਜਾਏਗਾ। ਸੋ 9/11 ਤੋਂ ਠੀਕ ਆਲਮੋਸਟ 11 ਦਿਨ ਪਹਿਲਾਂ 31 ਅਗਸਤ ਨੂੰ ਅਮਰੀਕਾ ਦੀ ਟੋਟਲ ਜਿਹੜੀ ਹੈ ਵਿਦਡਰਾਅਲ ਉੱਥੋਂ ਹੋਏਗੀ। ਔਰ ਈਰਾਨ ਦੇ ਵਿੱਚ ਜਿਹੜੀ ਤਹਿਰਾਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਔਰ ਇਸੇ ਤਰ੍ਹਾਂ ਅਸੀਂ ਜਦੋਂ ਦੇਖ ਰਹੇ ਹਾਂ ਵੀ ਕਿੰਨੇ ਨੇਬਰਸ ਰੈਟਲਡ ਨੇ। ਚਾਈਨਾ ਸਭ ਤੋਂ ਵੱਧ ਇਸ ਤੋਂ ਪ੍ਰਭਾਵਿਤ ਹੈ ਕਿਉਂਕਿ ਚਾਈਨਾ ਦਾ ਸਿੰਗਕਿਆਂਗ ਪ੍ਰੋਵਿੰਸ ਵੀ ਲੱਗਦਾ ਹੈ ਅਫਗਾਨਿਸਤਾਨ ਨਾਲ, ਉਸ ਨੂੰ ਇਸ਼ੂ ਬਣਾ ਕੇ ਅਮਰੀਕਾ ਆਲਰੇਡੀ ਟਾਰਗੇਟ ਵੀ ਕਰ ਰਿਹਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵਿਦਿਨ ਬੇਸ਼ੱਕ ਗੱਲਬਾਤ ਤਾਂ ਤਾਲਿਬਾਨ ਦੇ ਨਾਲ ਹੀ ਹੋਈ, ਸਮਝੌਤਾ ਵੀ ਉਹਨਾਂ ਨਾਲ ਹੋਇਆ, ਮੇਨ ਫਾਈਟਿੰਗ ਫੋਰਸ ਵੀ ਤਾਲਿਬਾਨ ਹੀ ਸਨ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਆਲਰੇਡੀ ਦੂਸਰੀਆਂ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਦਹਿਸ਼ਤਗਰਦ ਕਹਿ ਲਓ, ਇਸਲਾਮਿਕ ਦੇ ਨਾਂ ਥੱਲੇ ਰੱਖ ਲਓ, ਜਾਂ ਕਿਹਦੇ ਕੀ ਇੰਟਰਸਟ ਨੇ, ਉਹਦੇ 'ਚ ਖਾਸ ਤੌਰ ਤੇ ਜਿਹੜੀ ਨੈਗੇਟਿਵ ਭੂਮਿਕਾ ਦਾਇਸ਼ ਜਿਸ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਗੰਦਾ ਰੋਲ ਰਿਹਾ ਹੈ ਸੀਰੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ। ਔਰ ਉਹ ਜਦੋਂ ਕੱਟੜਤਾ ਦਾ ਲੈਵਲ ਆਉਂਦਾ ਤੇ ਫਿਰ ਉਹ ਬਾਕੀ ਸਾਰੇ ਜਿਹੜੇ ਨੇ ਉਹਨਾਂ ਨੂੰ ਪਿੱਛੇ ਛੱਡ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਹਾਲਾਂਕਿ ਕਿਉਂਕਿ ਇਹਦੀਆਂ ਜੜ੍ਹਾਂ ਜਾ ਕੇ ਸਾਰੀਆਂ 1999 'ਚ ਜਦੋਂ ਇਸਲਾਮਿਕ ਜਿਹਾਦ ਦਾ ਨਾਅਰਾ ਦਿੱਤਾ ਜਾਂਦਾ ਹੈ, ਉਦੋਂ ਆਲਮੋਸਟ ਸਾਰੇ ਹੀ ਆਪਣੇ ਰੈਂਕਸ ਕਲੋਜ਼ ਕਰ ਲੈਂਦੇ ਨੇ। ਜੇ ਅਸੀਂ ਈਵਨ ਪਾਕਿਸਤਾਨ ਦੇ ਵਿੱਚ ਜਾਂ ਇਸਲਾਮਿਕ ਵਰਲਡ ਦੇ ਵਿੱਚ ਦੇਖੀਏ, ਜਾਂ ਜੇ ਸਾਊਥ ਏਸ਼ੀਅਨ ਖਿੱਤੇ 'ਚ ਕਹੀਏ, ਤਾਂ ਬਹੁਤ ਵਾਰ ਸਾਨੂੰ ਲੱਗਦਾ ਹੈ ਕਿ ਭਾਈ ਇਹ ਜਿਹੜੇ ਦੋ ਵੱਡੇ ਫਿਕਰ ਜਾਂ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੀਆਂ ਟਕਸਾਲਾਂ ਕਹਿ ਸਕਦੇ ਹੋ, ਜਾਂ ਜਿੱਥੋਂ ਉਹਨਾਂ ਦੀ ਟ੍ਰੇਨਿੰਗ ਜਾਂ ਉਹਨਾਂ ਦਾ ਸਕੂਲ ਆਫ ਬਿਲੀਫ ਉਹਨਾਂ ਦੇ ਵਿੱਚ ਬਰੇਲਵੀ ਨੇ, ਦਿਓਬੰਦੀ ਨੇ। ਔਰ ਜ਼ਾਹਰ ਹੈ ਕਿ ਇਹੀ ਉਸ ਖਿੱਤੇ ਦੇ ਵਿੱਚ ਬਹੁਤ ਵਾਰ ਕੋਈ ਇੱਕ ਨਾਲ ਜੁੜਿਆ, ਕੋਈ ਦੂਸਰੇ ਨਾਲ ਜੁੜਿਆ। ਔਰ ਇਹ ਜਿਹੜੇ ਹੁਣ ਜਦੋਂ ਤੁਸੀਂ ਫੇਥ ਲੈਵਲ ਦੇ ਉੱਤੇ ਦੇਖਦੇ ਹੋ, ਜਦੋਂ ਵਹਾਬੀ ਇਸਲਾਮ ਕਿਹਾ ਜਾਂਦਾ ਹੈ, ਉਹਨਾਂ ਦਾ ਇੱਕ ਆਪਣੀ ਮਨੌਤ, ਬੇਸ਼ੱਕ ਉਹਨਾਂ ਦੀ ਇੱਕ ਆਪਣੀ ਹਿਸਟਰੀ 19th ਸੈਂਚੁਰੀ ਦੇ ਨਾਲ ਜਾ ਕੇ ਵਹਾਬ ਦੇ ਨਾਲ ਜੁੜਦੀ ਹੈ, ਪਰ ਇੱਕ ਉਹ ਤਬਕਾ ਜਿਹਾਦ ਦੇ ਵੇਲੇ ਜਾਂ ਅਗੇਂਸਟ ਸੋਵੀਅਤ ਯੂਨੀਅਨ ਤਾਂ ਸਾਰੇ ਇਕੱਠੇ ਹੋਏ, ਲੇਕਿਨ ਆਪੋ ਆਪਣੀਆਂ ਫੈਕਸ਼ਨਸ ਨਾਲ ਲਾਇਲਟੀ ਜਿਹੜੀ ਹੈ ਉਹ ਰਹਿੰਦੀ ਹੈ। ਔਰ ਇਹੀ ਕਾਰਨ ਸੀ ਕਿ ਜਿਹੜੇ ਸਿੱਖ ਜਾਂ ਦੂਸਰੀ ਮਾਈਨੋਰਿਟੀਜ਼ ਡਿਊਰਿੰਗ ਤਾਲਿਬਾਨ ਤਾਂ ਬਾਅਦ ਦੇ ਵਿੱਚ ਲਫ਼ਜ਼ ਆਇਆ, ਜਦੋਂ ਮੁੱਢਲੇ ਤੌਰ ਤੇ ਪਸ਼ਤੂਨ ਗੁਰਿਲੇ ਜਿਹੜੇ ਨੇ ਉਹ ਇਨਵੋਲਵ ਸੀ ਜਾਂ ਲੜਦੇ ਸੀ, ਸੋ ਉਹਨਾਂ ਨੇ ਟਾਰਗੇਟ ਨਹੀਂ ਸੀ ਕੀਤਾ ਮਾਈਨੋਰਿਟੀਜ਼ ਨੂੰ, ਕਿਉਂਕਿ ਉਹਨਾਂ ਦੇ ਲਈ ਉਹ ਲੋਕਲ ਸਦੀਆਂ ਤੋਂ ਰਹਿ ਰਹੇ ਲੋਕ ਉਹਨਾਂ ਦੇ ਆਪਣੇ ਕਬੀਲੇ ਨੇ। ਪਰ ਜਦੋਂ ਇਹ ਮਿਡਲ ਈਸਟ ਵਾਲੇ ਜਾਂ ਜਿਹਨੂੰ ਅੱਜ ਦਾਇਸ਼ ਕਿਹਾ ਜਾਂਦਾ ਹੈ, ਪਹਿਲਾਂ ਇਹਦੇ ਲਈ ਜਿਹੜੇ ਨੇ ਹੋਰ ਵੀ ਲਫ਼ਜ਼ ਜਿਹੜੇ ਨੇ ਸ਼ਾਇਦ ਸਲਫੀ ਜਾਂ ਕੁਛ ਇਸ ਕਿਸਮ ਦਾ ਲਫ਼ਜ਼ ਹੈ, ਕਿਉਂਕਿ ਉਹ ਕਿਸੇ ਨੂੰ ਵੀ ਹੋਰ ਨਹੀਂ ਮੰਨਦੇ, ਉਹ ਸਿੱਧੇ ਉਸ ਬੇਸ ਨਾਲ ਹੀ ਆਪਣੇ ਆਪ ਨੂੰ ਜੋੜ ਕੇ ਦੇਖਦੇ ਨੇ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ ਜਿਸ ਕਿਸਮ ਦਾ ਵਰਤਾਰਾ ਸੀ ਓਨਲੀ ਕੁਰਾਨ ਦੇ ਉੱਤੇ ਟੇਕ, ਔਰ ਉਹੀ ਵਰਤਾਰਾ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਸੀ ਸਾਥੀ ਉਹਨਾਂ ਦਾ ਉਸ ਤੋਂ ਬਾਅਦ ਜਿਹੜੀ 1400 ਸਾਲ 'ਚ ਡਿਵੈਲਪਮੈਂਟ ਹੋਈਆਂ ਜਾਂ ਕੌਣ ਅੱਗੇ ਆਇਆ,
ਕਿਨੇ ਕਿਹਨੂੰ, ਉਹਨੂੰ ਉਹ ਨਹੀਂ। ਸੋ ਉਸ ਪੀਰੀਅਡ 'ਚ ਸਾਰੇ ਇਕੱਠੇ ਸੀ, ਲੇਕਿਨ ਹੁਣ ਇਹ ਵੀ ਦੇਖਣ 'ਚ ਆਏਗਾ ਜਾਂ ਆ ਰਿਹਾ ਕਿਤੇ ਨਾ ਕਿਤੇ ਕਿ ਜਿਹੜੀਆਂ ਕੁਝ ਦਹਿਸ਼ਤਗਰਦੀ ਦੇ ਵਾਕਿਆਤ ਪਿਛਲੇ ਪੀਰੀਅਡ 'ਚ ਹੋਏ, ਜਦੋਂ ਤਾਲਿਬਾਨ ਦੇ ਨਾਲ ਸਮਝੌਤਾ ਹੋ ਗਿਆ ਅਮਰੀਕਾ ਦਾ, ਔਰ ਤਾਲਿਬਾਨ ਨੇ ਡਿਨਾਈ ਕੀਤਾ ਟੋਟਲੀ ਵੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਪਰ ਉੱਥੇ ਉਹ ਦਾਇਸ਼ ਹੋਏ ਜਾਂ ਹੋਰ ਕੌਣ ਗਰੁੱਪ ਨੇ, ਇੰਡੀਆ ਨੇ ਕਿਵੇਂ 5000 ਦੇ ਕਰੀਬ, ਜਿਵੇਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਸੀ, ਉਸ ਕਿਸਮ ਦੇ ਲੋਕ ਜਿਹੜੀ ਪਾਕਿਸਤਾਨ ਦੀ ਤਹਿਰੀਕੇ ਤਾਲਿਬਾਨ ਖੜੀ ਕੀਤੀ ਹੋਈ ਹੈ, ਉਹ ਵੀ ਉੱਥੇ ਬੇਸਡ ਨੇ। ਦਹਿਸ਼ਤਗਰਦੀ ਦੀਆਂ ਕਾਰਵਾਈਆਂ ਵੀ ਵਿਦਨ ਜੀ, ਔਰ ਈਰਾਨ ਜਿਹਦਾ ਆਪਣਾ ਇੰਟਰਸਟ, ਕਿਉਂਕਿ ਉਹਨਾਂ ਦੀ ਹਜ਼ਾਰਾਂ ਪੋਪੂਲੇਸ਼ਨ ਵੀ ਹੈ, ਬਾਰਡਰ ਵੀ ਅਫਗਾਨਿਸਤਾਨ ਦਾ ਈਰਾਨ ਨਾਲ ਲੱਗਦਾ ਹੈ, ਸੋ ਉਹਨਾਂ ਨੇ ਵੀ ਆਪਣੀ ਕੋਈ ਨਾ ਕੋਈ ਜਿਹੜੀ ਹੈ ਉਹ ਹਜ਼ਾਰਿਆਂ ਨੂੰ ਆਰਗੇਨਾਈਜ਼ ਕਰਕੇ ਆਪਣੀ ਖੇਡ ਖੇਡਦੇ ਨੇ। ਔਰ ਕੁਝ ਮਾਮਲਿਆਂ 'ਚ ਮਿਡਲ ਈਸਟ ਦੇ ਵਿੱਚ ਟੁਗੈਦਰਨੈਸ ਹੋ ਜਾਂਦੀ ਹੈ, ਜਦੋਂ ਦੁਸ਼ਮਣ ਇੱਕ ਹੈ, ਪਰ ਜਦੋਂ ਵਿਦਨ ਹੁੰਦਾ ਹੈ ਫਿਰ ਉਹ ਸਾਰੀਆਂ ਫੈਕਸ਼ਨਸ ਹੀ ਸਾਹਮਣੇ ਹੁੰਦੀਆਂ। ਸੋ ਇਹ ਵੀ ਇੱਕ ਆਉਣ ਵਾਲੇ ਪੀਰੀਅਡ 'ਚ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਸਾਰੀ ਜਿਹੜੀ ਡਿਵੈਲਪਮੈਂਟ ਹੈ ਕਿਸ ਪਾਸੇ ਜਾਂਦੀ ਹੈ। ਲੇਕਿਨ ਈਰਾਨ ਤਹਿਰਾਨ ਦੇ ਵਿੱਚ ਹੋਈ ਜਿਹੜੀ ਗੱਲਬਾਤ, ਜਿਹਦੇ 'ਚ ਐਟਲੀਸਟ ਅਫਗਾਨ ਗਵਰਨਮੈਂਟ ਦਾ ਐਕਸ ਵਾਈਸ ਪ੍ਰੈਜ਼ੀਡੈਂਟ ਸ਼ਾਮਲ ਹੁੰਦਾ ਹੈ, ਇਸ ਨੂੰ ਵੀ ਅਮਰੀਕਾ ਨੇ ਵੈਲਕਮ ਕੀਤਾ। ਉਹਨਾਂ ਨੇ ਕਿਹਾ, ਵੀ ਆਰ ਆਫ ਕੋਰਸ ਅਵੇਅਰ that Iran has hosted a meeting between Taliban and Islamic Republic negotiating teams. This is what we have always said, that Afghanistan's neighbors and countries in the region, they too have a stake in Afghanistan's future. They need to use their influence in ways that are positive, in ways that are constructive, in ways that promote the cause of peace, in ways that support the people of Afghanistan. ਹੁਣ ਇਹ ਤਾਂ ਇੰਨੀ ਕੁ ਗੱਲ ਤਾਂ ਅਸੀਂ ਵੈਲਕਮ ਦੇ ਤੌਰ ਦੇ ਉੱਤੇ ਦੇਖਦੇ ਹਾਂ, ਪਰ ਇਹਦੇ 'ਚ ਜਿਹੜਾ ਇੰਡੀਅਨ ਐਂਗਲ ਹੈ, ਕਿਉਂਕਿ ਹੁਣ ਤੱਕ ਇਹ ਸੀ ਕਿ ਜੇ ਤਾਲਿਬਾਨ ਮੇਨ ਨੈਗੋਸ਼ੀਏਟਿੰਗ ਪਾਰਟੀ ਹੈ ਜਾਂ ਟੀਮ ਹੈ, ਉਸ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦਾ ਰੀਜ਼ਨੇਬਲ ਇਨਫਲੂਐਂਸ ਹੈ, ਇਫ ਨਾਟ ਆਲ ਇਨਫਲੂਐਂਸ। ਲੇਕਿਨ ਜਦੋਂ ਤਹਿਰਾਨ ਦੇ ਵਿੱਚ ਇਹ ਗੱਲਬਾਤ ਦੀ ਸ਼ੁਰੂਆਤ ਹੁੰਦੀ ਹੈ ਤੇ ਅਚਾਨਕ ਮਾਸਕੋ ਜਾਂਦੇ ਆ, ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹ ਰੁਕਦਾ ਹੈ। ਉਹ ਵੈਦਰ ਤਾਲਿਬਾਨ ਦੇ ਨੁਮਾਇੰਦਿਆਂ ਨੂੰ ਮਿਲਿਆ ਨਹੀਂ ਮਿਲਿਆ, ਇਹ ਲੇਕਿਨ ਇਹ ਜਦੋਂ ਇਸ ਕਿਸਮ ਦੇ ਡ੍ਰੌਪ ਓਵਰ ਹੁੰਦੇ ਨੇ, ਰਾਹ ਜਾਂਦੇ ਆ, ਇਹ ਪਬਲਿਸਾਈਜ਼ ਨਹੀਂ ਕੀਤੇ ਜਾਂਦੇ। ਪਰ ਕਿਤੇ ਨਾ ਕਿਤੇ ਇੰਡੀਆ ਦੀ ਇਨਵੋਲਵਮੈਂਟ ਵੀ ਇਸ, ਕਿਉਂਕਿ ਹੁਣ ਤੱਕ ਇੰਡੀਆ ਇਹ ਸਮਝਦਾ ਸੀ, ਕਿਉਂਕਿ ਉਹਨੇ ਖੁਦ ਹੀ ਤਾਲਿਬਾਨ ਦਾ ਬਾਈਕਾਟ ਕੀਤਾ ਹੋਇਆ ਸੀ, ਲੇਕਿਨ ਲੇਟਰ ਔਨ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਤਾਲਿਬਾਨ ਹੀ ਫਿਊਚਰ ਨੇ। ਸੋ ਕਿਤੇ ਨਾ ਕਿਤੇ ਇਹ ਜਿਹੜਾ ਐਂਗਲ ਹੈ, ਇਹ ਨੈਗੋਸ਼ੀਏਸ਼ਨ ਦੇ ਵਿੱਚ ਹੈਲਪਫੁਲ ਕਿੰਨਾ ਕੁ ਹੋਏਗਾ ਇਹ ਤਾਂ ਪਤਾ ਨਹੀਂ, ਲੇਕਿਨ ਇੰਡੀਆ ਦਾ ਜਿਹੜਾ ਸ਼ਰਾਰਤ ਕਰਨ ਦਾ ਪੋਟੈਂਸ਼ੀਅਲ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਈਰਾਨ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਵੀ ਨੇ, ਬੇਸ਼ੱਕ ਇਹ ਤਾਂ ਨਹੀਂ ਹੈ ਕਿ ਕੋਈ ਮਾਰ ਮਰਾਈਏ ਵਾਲੇ ਨੇ, ਲੇਕਿਨ ਕਿਉਂਕਿ ਪਾਕਿਸਤਾਨ ਦੀ ਪ੍ਰੋਕਸੀਮਿਟੀ ਸਾਊਦੀ ਅਰੇਬੀਆ ਨਾਲ ਰਹੀ ਹੈ, ਬਾਰਡਰ ਭਾਵੇਂ ਈਰਾਨ ਨਾਲ ਲੱਗਦਾ ਹੈ, 20% ਤੋਂ ਜ਼ਿਆਦਾ ਪਾਪੂਲੇਸ਼ਨ ਪਾਕਿਸਤਾਨ ਦੀ ਸ਼ੀਆ ਪਾਪੂਲੇਸ਼ਨ ਹੈ। ਸੋ ਪਾਕਿਸਤਾਨ ਇੱਕ ਬੈਲੈਂਸ ਰੱਖ ਕੇ ਤੁਰਦਾ ਹੈ ਇਹਨਾਂ ਦੇ ਨਾਲ, ਸਾਊਦੀ ਅਰੇਬੀਆ ਔਰ ਈਰਾਨ ਨਾਲ। ਲੇਕਿਨ ਈਰਾਨ ਕਈ ਵਾਰ ਪਾਕਿਸਤਾਨ ਵਿਚਲਾ ਜਿਹੜਾ ਪ੍ਰੋ ਸਾਊਦੀ ਜਾਂ ਦੂਸਰੇ ਵਹਾਬੀ ਐਲੀਮੈਂਟ ਜਾਂ ਉਹਨੂੰ ਨਿਊਟਰਲਾਈਜ਼ ਕਰਨ ਲਈ ਉਹ ਇੰਡੀਆ ਕਾਰਡ ਵੀ ਇਸਤੇਮਾਲ ਕਰਦੇ ਨੇ। ਸੋ ਇਹ ਸਾਰੇ ਜਦੋਂ ਤੁਸੀਂ ਦੇਖਦੇ ਹੋ ਕਿ ਇਸ ਕਿਸਮ ਦੀ ਖਿਚੜੀ ਪੱਕ ਰਹੀ ਹੈ ਕਿ ਭਾਈ ਅੱਗ ਦੀਆਂ ਜਿਹੜੀਆਂ ਅੱਗ ਲਾਉਣ ਵਾਲੀਆਂ ਲੱਕੜਾਂ ਕਿਸੇ ਕੋਲ ਨੇ, ਪਤੀਲੀ ਕਿਸੇ ਕੋਲ ਹੈ, ਚੌਲ ਕਿਸੇ ਕੋਲ ਨੇ, ਦਾਲ ਕਿਸੇ ਕੋਲ ਹੈ, ਘਿਓ ਕੋਈ ਪਾ ਰਿਹਾ ਹੈ, ਖਿਚੜੀ ਪੱਕੇਗੀ, ਲੈ ਕੇ ਕੌਣ ਜਾਏਗਾ ਜਾਂ ਲੈ ਕੇ ਕਿਸੇ ਦੇ ਹੱਥ ਵੀ ਨਾ ਆਏ, ਅਲਟੀਮੇਟਲੀ ਉਹ ਹਾਂਡੀ ਟੁੱਟੇਗੀ, ਕਿਉਂਕਿ ਸਾਰੇ ਜਿਹੜੇ ਨੇ ਉਹ ਝਪਟਣਗੇ ਵੀ ਇਹਦੇ 'ਚੋਂ ਸਾਡਾ ਅਸੀਂ ਇਹਨੂੰ ਵੱਧ ਤੋਂ ਵੱਧ ਲੈ ਜਾਈਏ। ਸੋ ਇਸ ਸਾਰੀ ਸਿਚੁਏਸ਼ਨ 'ਚ ਇੱਕ ਅਨਸਟੇਬਿਲਿਟੀ ਦੀ ਲਾਈਨ ਹੈ। ਔਰ ਲੇਕਿਨ ਬਾਈਡਨ ਨੇ ਅੱਜ ਦੋ ਗੱਲਾਂ ਬੜੀਆਂ ਕਲੀਅਰਲੀ, ਇੱਕ ਤਾਂ ਇਹੀ ਇੰਤਜ਼ਾਰ ਸੀ ਕਿਉਂਕਿ ਇਹ ਚੱਲ ਰਿਹਾ ਸੀ ਕਿ ਜੀ ਬਦਗਾਮ 에ਅਰਪੋਰਟ ਦੇ ਲਈ ਅਮਰੀਕੀ ਫੌਜ ਰਹਿ ਜਾਏ, ਕਾਬਲ ਦੇ ਵਿਚਲੇ 에ਅਰਪੋਰਟ ਲਈ ਰਹਿ ਜਾਏ, 에ਅਰ ਬੇਸ ਲਈ, ਉਹਦੇ ਲਈ। ਸੋ ਇੱਕ ਗੱਲ ਇਹਦੇ 'ਚੋਂ ਹਾਲਾਂ ਅਮਰੀਕਨ ਐਮਬੈਸੀ ਨੂੰ ਡਿਫੈਂਡ ਕਰਨ ਲਈ ਤਾਂ ਉਹਨਾਂ ਦਾ ਇਹ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਐਮਬੈਸੀਜ਼ ਜਾਂ ਦੂਸਰੀਆਂ ਕਲੋਜ਼ ਕਰ ਰਹੇ ਹਾਂ, ਬਟ ਇਵੈਂਚੁਅਲੀ ਜਦੋਂ ਮਿਲਟਰੀ ਤੁਹਾਡੀ ਨਿਕਲ ਆਉਂਦੀ ਹੈ ਤੇ ਜੇ ਤੁਸੀਂ ਰੱਖਦੇ ਆ ਮਹਿਫੂਜ਼ ਨਹੀਂ ਸੀ। ਹੁਣ ਇਹ ਆਇਆ ਕਿ ਵੀ 31 ਅਗਸਤ ਤੋਂ ਪਹਿਲਾਂ US military mission in Afghanistan to end August 31st says ਜੋ ਬਾਈਡਨ, ਇਹ ਫਾਈਨਲ ਸਟੇਟਮੈਂਟ ਹੈ। ਔਰ ਫਿਰ ਉਹਨਾਂ ਨੇ ਆਪਣੀ ਵਿਕਟਰੀ ਵੀ ਐਲਾਨਣੀ ਸੀ। ਉਹਨਾਂ ਨੇ ਕਿਹਾ ਕਿ US military has achieved its goals in the country to degrade Al-Qaeda
ਐਂਡ ਪ੍ਰੀਵੈਂਟ ਮੋਰ ਅਟੈਕਸ। ਹੁਣ ਇਹ ਤਾਂ ਉਹਨਾਂ ਨੇ ਨਹੀਂ ਕਿਹਾ ਜੀ ਅਲ-ਕਾਇਦਾ ਅਸੀਂ ਖਤਮ ਕਰਤੀ, ਕਿਉਂਕਿ ਦਾਇਸ਼ ਤੋਂ ਇਲਾਵਾ ਅਲ-ਕਾਇਦਾ ਦੀ ਆਪਣੀ ਹੋਂਦ ਹੈ, ਸਟ੍ਰਾਈਕਿੰਗ ਕੈਪੇਬਿਲਿਟੀ ਵੀ ਹੈਗੀ ਆ, ਉਹ ਚਾਰੇ ਪਾਸੇ ਨਹੀਂ ਬੈਠੇ ਹੋਏ। ਅਲ-ਜਵਾਰੀ ਘੁੰਮ ਹੀ ਰਿਹਾ ਚਾਰ ਚਫੇਰੇ, ਉਹ ਕਿੱਥੇ ਹੈ ਕੀ ਨਹੀਂ। ਉਸਾਮਾ ਤੋਂ ਬਾਅਦ ਕੋਈ ਪ੍ਰਾਈਸ ਕੈਚ ਤਾਂ ਨਹੀਂ ਹੈ ਅਲ-ਕਾਇਦਾ ਦੇ ਕਿਸੇ ਵੀ ਟੌਪ ਲੀਡਰ ਦਾ। ਸੋ ਉਹਨਾਂ ਨੇ ਡੀਗ੍ਰੇਡ ਕਿਹਾ, ਲਫ਼ਜ਼ ਬਿਲਕੁਲ ਜਿਹਨੂੰ ਡਿਪਲੋਮੇਸੀ 'ਚ ਕਹਿੰਦੇ ਨੇ ਕਿ ਭਾਈ ਬਿਲਕੁਲ ਖਤਮ ਨਹੀਂ ਹੈ, ਪਰ ਅਮਰੀਕਾ ਨੂੰ ਜਿਹੜਾ ਥ੍ਰੈਟ ਲੈਵਲ ਹੈ ਉਹ ਹੁਣ ਏ ਗ੍ਰੇਡ ਨਹੀਂ ਹੈ, ਉਹ ਸੀ ਗ੍ਰੇਡ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਦੋ ਪਾਰਟ ਵੀ ਆਰ ਐਂਡਿੰਗ ਅਮਰੀਕਾਜ਼ ਲੌਂਗੈਸਟ ਵਾਰ, ਫਿਰ ਜਿਹਦੇ 'ਚ ਤੁਸੀਂ ਹੁੰਦੇ ਹੁਣ 20 ਸਾਲ ਦੀ ਜੰਗ ਚੱਲੀ ਤੇ ਅਮਰੀਕਾ ਜਦੋਂ ਇੱਕ ਜਨਰੇਸ਼ਨ ਗਿਣੀ ਜਾਂਦੀ ਉਹ 20 ਸਾਲ ਦੀ ਗਿਣੀ ਜਾਂਦੀ ਹੈ। ਸੋ ਇਸ ਗੱਲ ਨੂੰ ਕਿ ਅੱਗੋਂ ਅਸੀਂ ਕਿਸੇ ਨੂੰ ਨਹੀਂ ਭੇਜਣਾ, I will not send another generation of Americans to war in Afghanistan। ਤੋਬਾ ਤੋਬਾ ਤੋਬਾ, ਹੁਣ ਅਸੀਂ ਕੋਈ ਹੋਰ ਆਪਣੀ ਅਗਲੀ ਜਨਰੇਸ਼ਨ ਨਹੀਂ ਮਰਵਾਣੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਯੂਨਾਈਟਿਡ ਸਟੇਟਸ ਕੈਨ ਨਾਟ ਅਫੋਰਡ to remain tethered to policies created to respond to a world as it was 20 years ago. We need to meet the threats where they are today। ਉਹਨਾਂ ਨੇ ਕਿਹਾ ਜੀ 20 ਸਾਲ ਪਹਿਲਾਂ ਕੀ ਸੀ, ਹੁਣ ਅਸੀਂ ਉਹਦੇ 'ਚ ਥੋੜੀ ਫਸੇ ਰਹਿਣਾ। ਸੋ ਅਸੀਂ ਹੁਣ ਇਹਦੇ 'ਚੋਂ ਬਾਹਰ ਨਿਕਲ ਰਹੇ ਹਾਂ ਔਰ ਅਸੀਂ ਕੋਈ ਹੁਣ ਇਹ ਤਾਂ ਹੁਣ ਆ ਹੀ ਰਿਹਾ ਵੀ ਅਫਗਾਨਿਸਤਾਨ ਤੁਸੀਂ 20 ਸਾਲ 'ਚ ਉੱਥੋਂ ਨਿਕਲੋਗੇ ਕੀ ਹੋਏਗਾ, ਉਹਨੂੰ ਉਹਨਾਂ ਨੇ ਕਲੀਅਰ ਕੀਤਾ ਕਿ ਵੀ ਡਿਡਨਟ ਗੋ ਟੂ ਅਫਗਾਨਿਸਤਾਨ ਟੂ ਨੇਸ਼ਨ ਬਿਲਡ। ਅਸੀਂ ਕੋ ਉੱਥੇ ਉਹਨਾਂ ਦੀ ਨੇਸ਼ਨ ਬਿਲਡਿੰਗ ਕਰਨ ਥੋੜੀ ਗਏ ਸੀ, ਉਹਨਾਂ ਨੂੰ ਜਮਹੂਰੀਅਤ ਦਾ ਸਬਕ ਪੜ੍ਹਾਉਣ ਨਹੀਂ ਸੀ ਗਏ। ਹਾਲਾਂ ਪੜ੍ਹਾਉਣਾ ਤਾਂ ਬਹੁਤ ਕੁਝ ਚਾਹੁੰਦੇ ਸੀ ਵਿਚਾਰੇ, ਬਟ ਚਲੋ ਲੌਟ ਕੇ ਬੁੱਧੂ ਘਰ ਕੋ ਆਏ, ਜਾਨ ਬਚੀ ਤੋਂ ਲਾਖੋਂ ਪਾਏ। ਫਿਰ ਹੁਣ ਅਫਗਾਨ ਲੋਕ ਯਾਦ ਆ ਗਏ ਕਿ ਇਟ ਇਜ਼ ਦਾ ਰਾਈਟ ਐਂਡ ਰਿਸਪੌਂਸਿਬਿਲਿਟੀ ਆਫ ਦਾ ਅਫਗਾਨ ਪੀਪਲ ਅਲੋਨ ਟੂ ਡਿਸਾਈਡ देयर ਫਿਊਚਰ। ਹਾਲਾਂ ਇਹੀ ਗੱਲਾਂ ਜੇ 10 ਸਾਲ ਪਹਿਲਾਂ ਕਹੀਆਂ ਹੁੰਦੀਆਂ, ਜਦੋਂ ਅਸੀਂ ਦੇਖਦੇ ਹਾਂ ਕਿ 2011 ਦੇ ਵਿੱਚ ਉਸਾਮਾ ਮਾਰਿਆ ਜਾਂਦਾ, ਓਬਾਮਾ ਪ੍ਰੈਜ਼ੀਡੈਂਟ ਸੀ, ਦੈਟ ਵਾਸ ਦਾ ਇਹ 10 ਸਾਲ ਖਾਮਖਾ ਡਰੈਗ ਕੀਤੇ। ਔਰ ਓਬਾਮਾ ਵੀ ਇਸ ਮਾਮਲੇ 'ਚ ਫੋਰਨ ਪਾਲਿਸੀ ਦੇ ਮਾਮਲੇ 'ਚ ਕਮਜ਼ੋਰ ਪ੍ਰੈਜ਼ੀਡੈਂਟ ਸਾਬਤ ਹੋਇਆ। ਉਸ ਪੀਰੀਅਡ 'ਚ ਕਹਿ ਦਿੰਦੇ ਮਿਸ਼ਨ ਅਕੰਪਲਿਸ਼ਡ, ਕਿ ਸਾਡੇ 3000 ਪਲੱਸ ਸਿਟੀਜ਼ਨ ਮਾਰੇ ਸੀ, ਅਸੀਂ ਇੱਥੇ ਆਏ ਸੀ ਔਰ ਹੁਣ ਅਸੀਂ ਮਿਸ਼ਨ ਕਰ ਲਿਆ। ਔਰ ਉਹ ਇੱਕ ਉਦੋਂ ਤੁਸੀਂ ਵਿਕਟਰੀ ਵੀ ਡਿਕਲੇਅਰ ਕਰ ਸਕਦੇ ਸੀ। ਹੁਣ ਤਾਂ ਹਰ ਇੱਕ ਨੂੰ ਪਤਾ ਹੈ ਵੀ ਕਿਹਨਾਂ ਹਾਲਾਤਾਂ 'ਚ ਤੁਸੀਂ ਜਾ ਰਹੇ ਹੋ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਜਿਹੜੇ ਇੰਟਰਪ੍ਰੇਟਰ ਉੱਥੇ ਹਜ਼ਾਰਾਂ ਲੋਕ ਜਿਹੜੇ ਅਮਰੀਕਨਾਂ ਲਈ ਕੰਮ ਕਰਦੇ ਸੀ, ਇਹ ਚਲੋ ਚੰਗੀ ਗੱਲ ਕਹੀ, ਉਹ ਫਿਕਰਮੰਦ ਕਿ ਤਾਲਿਬਾਨ ਬਦਲਾ ਲੈਣਗੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਡਾ ਦਰਵਾਜ਼ੇ ਖੁੱਲ੍ਹੇ ਨੇ, ਅਸੀਂ ਐਜ਼ ਏ ਰੈਫਿਊਜੀ ਜਿਹੜੇ ਨੇ ਉਹ ਐਕਸੈਪਟ ਕਰਾਂਗੇ। ਔਰ ਦੇਰ ਇਜ਼ ਏ ਹੋਮ ਫਾਰ ਯੂ ਇਨ ਯੂਨਾਈਟਿਡ ਸਟੇਟਸ ਇਫ ਯੂ ਚੂਜ਼, ਵੀ ਵਿਲ ਸਟੈਂਡ ਵਿਦ ਯੂ ਜਸਟ ਐਜ਼ ਯੂ ਸਟੂਡ ਵਿਦ ਅਸ, ਕਿ ਤੁਸੀਂ ਸਾਡਾ ਸਾਥ ਦਿੱਤਾ ਅਸੀਂ ਤੁਹਾਡਾ ਦਿਆਂਗੇ। ਔਰ ਇਹੀ ਗੱਲ ਈਵਨ ਇੰਗਲੈਂਡ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਗੱਲਬਾਤ ਹੋ ਰਹੀ ਹੈ, ਜੌਨਸਨ ਕਨਫਰਮਸ ਮੋਸਟ ਬ੍ਰਿਟਿਸ਼ ਟਰੂਪਸ ਹੈਵ ਲੈਫਟ ਅਫਗਾਨਿਸਤਾਨ। ਉਹਨਾਂ ਨੇ ਵੀ ਇੰਟਰਪ੍ਰੇਟਰਸ ਨੂੰ ਜਾਂ ਜਿਹੜੇ ਇਹਨਾਂ ਦੇ ਸਪਾਈ ਮੁਖਬਰਾਂ ਦਾ ਪੂਰਾ ਸਿਸਟਮ ਸੀ ਉਸ ਨੂੰ ਉਹਨਾਂ ਨੇ ਯੂਕੇ 'ਚ ਸੈਟਲ ਕਰਨ ਦੀ ਗੱਲ ਕੀਤੀ। ਜਿਹੜੇ ਅਮਰੀਕਾ ਨਾਲ ਕੰਮ ਕਰਦੇ ਸੀ ਇਹਨਾਂ ਨੇ ਕਿਹਾ ਵੀ ਤੁਸੀਂ ਵੈਲਕਮ ਹੋ। ਲੇਕਿਨ ਇਸ ਸਾਰੇ ਦੇ ਬਾਵਜੂਦ ਜਿਹੜਾ ਕਲੋਜ਼ਿੰਗ 'ਚ ਉਹਨਾਂ ਨੇ ਜਿਹੜੀ ਕਮੈਂਟ ਹੈ, ਮੈਂ ਸਮਝਦਾ ਵੀ ਜਿਹੜਾ ਅਵੋਇਡ ਹੋ ਸਕਦਾ ਸੀ, ਉਹਦੇ 'ਚ ਉਹਨੇ ਕਿਹਾ ਆਈ ਡੂ ਨਾਟ ਟਰਸਟ ਦਾ ਤਾਲਿਬਾਨ ਬਟ ਆਈ ਟਰਸਟ ਦਾ ਕੈਪੈਸਿਟੀ ਆਫ ਦਾ ਅਫਗਾਨ ਮਿਲਟਰੀ। ਇਹ ਬਹੁਤ ਜਲਦੀ ਇਹ ਸਟੇਟਮੈਂਟ ਗਲਤ ਸਾਬਤ ਹੋ ਜਾਣੀ। ਔਰ ਇਹ ਹਿਸਟਰੀ ਦੇ ਵਿੱਚ ਜਦੋਂ ਤੁਸੀਂ ਕੋਈ ਚੀਜ਼ ਪ੍ਰੈਡਿਕਟ ਕਰਦੇ ਹੋ ਜਾਂ ਕਹਿੰਦੇ ਹੋ, ਉਦੋਂ ਤੁਸੀਂ ਗਲਤ ਸਾਬਤ ਨਹੀਂ ਹੋਣੇ ਚਾਹੀਦੇ। ਤੁਸੀਂ ਰੋਂਗ ਸਾਈਡ ਆਫ ਹਿਸਟਰੀ ਨਾ ਖਲੋਤੇ ਹੋ। ਉਹਨਾਂ ਨੇ ਚਲੋ ਇਹ ਤਾਂ ਸਮਝ ਆ ਸਕਦਾ ਜੀ ਇਤਬਾਰ ਨੇ, ਹਾਲਾਂ ਤਾਲਿਬਾਨ ਨੇ ਐਗਰੀਮੈਂਟ ਨੂੰ ਵਾਇਲੇਟ ਨਹੀਂ ਕੀਤਾ। ਹਾਲਾਂਕਿ ਤਾਲਿਬਾਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਯੋਧੇ ਵੀ ਨੇ ਔਰ ਡਿਪਲੋਮੈਟਿਕਲੀ ਵੀ ਬੜੇ ਸ਼ਰੂਡ ਨੇ। ਅਮਰੀਕਾ ਵੀ ਸਮਝਦਾ ਵੀ ਇਹ ਸਾਨੂੰ ਜੰਗ ਦੇ ਮੈਦਾਨ 'ਚ ਵੀ ਇਹਨਾਂ ਨੇ ਜਿਹੜਾ ਉਹ ਦੰਦ ਦਿਖਾਏ ਨੇ, ਅਸਲੀ ਟੇਬਲ ਤੇ ਵੀ ਦਿਖਾਏ। ਔਰ ਲੇਕਿਨ ਇਹ ਕਹਿਣਾ ਕਿ ਵੀ ਇਹ ਜਿਹੜਾ ਕੈਪੈਸਿਟੀ ਆਫ ਅਫਗਾਨ ਮਿਲਟਰੀ ਇਹ ਠੀਕ ਨਹੀਂ ਹੈ, ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਆਲਰੇਡੀ ਕਿੰਨੀ ਟੈਰੀਟਰੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਨੇ ਲਈ। ਔਰ ਜਦੋਂ ਅੱਜ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਅਫਗਾਨਿਸਤਾਨ ਦੇ ਸੂਬੇ ਬਗਦੀਜ਼ ਦੀ ਕੈਪੀਟਲ ਜਿਹੜਾ ਕਲਾਏ ਨਾਮ ਹੈ, ਜਿਸ ਦਾ ਨਾਂ ਕਲਾਏ ਨਾ, ਉਹਦੇ 'ਚ ਬੜੀ ਜ਼ਬਰਦਸਤ ਫਾਈਟਿੰਗ ਚੱਲ ਰਹੀ ਹੈ ਤਾਲਿਬਾਨ ਦੀ। ਔਰ ਅਫਗਾਨ ਗੌਰਮੈਂਟ ਨੇ ਹੋਰ ਕਮਾਂਡੋ ਭੇਜੇ ਨੇ, ਲੋਕ ਫੌਜ ਦਾ ਮੋਰਾਲ ਬੜਾ ਲੋ ਹੈ, ਉਹਨੂੰ ਅਪ ਕਰ ਰਹੇ ਨੇ। ਪਰ ਇਸ ਦੇ ਨਾਲ ਉਹਨੇ ਅਲਟੀਮੇਟਲੀ ਇਹ ਕਹਿ ਕੇ ਫਿਰ ਇੱਥੇ ਨਹੀਂ ਰੁਕੇ, ਆਸਕਡ ਇਫ ਤਾਲਿਬਾਨ ਟੇਕ ਓਵਰ ਵਾਜ਼ ਇਨਐਵਿਟੇਬਲ
द प्रेजिडेंट सैड नो इट इज़ नॉट। और उन्हें कहा जी वियतनाम नाल इहनूं कंपेयर करन दी लोड़ नहीं है। चलो वो समझ आ गया कि भाई वो अखीरले हैलीकाप्टर तो नहीं उड़े, पहले ही आ गए ने। पर यह भी कहना कि बई तालिबान का टेक ओवर जिहड़ा वो इनएविटेबल नहीं है, मेरा ख्याल है कि भी ये नहीं भी सालां च गलत साबित होएगा, ये दिनां दे विच ही गलत साबित होएगा। बट स्टिल वी प्रे फॉर पीस कि अफगानिस्तान दे विच कोई सैटलमेंट तहरान वाली पॉजिटिव डिवेलपमेंट है जे इंडिया विच लत्त ना मारे और तालिबान भी किते जिहड़े ने वो दोनों पासे तीनों पासे ना घूम रहे होण कि इधरों भी पैसे सुट्टो, इंडिया वाले भी सुट्टो, ईरान वाले भी सुट्टो, पाकिस्तान कोल तो है नहीं, अमरीका वाले भी सुट्टो और खा पी के ग्रुप करके फिर उस पासे नूं तोर लैण। बिल्कुल सो ये उत्थों दी सिचुएशन। जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੈਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅੰਸ਼ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਹੋਏ ਬੰਬ ਧਮਾਕੇ ਲਈ ਪਾਕਿਸਤਾਨ ਨੇ ਭਾਰਤੀ ਖੁਫੀਆ ਏਜੰਸੀ ਰਾਹ ਨੂੰ ਜ਼ਿੰਮੇਵਾਰ ਜਿਹੜਾ ਉਹ ਠਹਿਰਾਇਆ ਸੀ। ਸੋ ਭਾਰਤ ਨੇ ਇਸ ਦੋਸ਼ ਨੂੰ ਮੁੱਢੋਂ ਹੀ ਨਕਾਰਦਿਆਂ ਹਰ ਕਿਸਮ ਦੀ ਜਿਹੜੀ ਦਹਿਸ਼ਤਗਰਦੀ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ। ਸੋ ਪਾਕਿਸਤਾਨ ਦੇ ਖਿਲਾਫ ਭਾਰਤ ਨੇ OIC ਤੱਕ ਵੀ ਪਹੁੰਚ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇੱਕ ਪਾਸੇ ਮੋਦੀ ਹਕੂਮਤ ਡੋਮੈਸਟਿਕ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ ਹੋਈ ਔਰ ਕਿਵੇਂ ਉਸ ਫੇਲੀਅਰ ਨੂੰ ਕਵਰ ਕਰਨ ਦੇ ਲਈ ਹੁਣ ਲਗਭਗ ਅੱਧੇ ਮਿਨਿਸਟਰ ਉਹਨਾਂ ਤੋਂ ਰਿਜ਼ਾਈਨ ਲਿਆ, ਨਵੇਂ ਭਰਤੀ ਕੀਤੇ ਗਏ ਨੇ, ਪੂਰੀ ਫੌਜ। ਔਰ ਉਹ ਸਾਰਾ ਪਾਰਟ ਅਸੀਂ ਡਿਸਕਸ ਕਰਾਂਗੇ ਕਿ ਭਾਈ ਕਿਵੇਂ ਇਹ ਆਪਣੀ ਡੁੱਬਦੀ ਬੇੜੀ ਨੂੰ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਹੈ ਲੋਕਾਂ ਸਾਹਮਣੇ ਕਿ ਭਾਈ ਚਿਹਰੇ ਜਿਨ੍ਹਾਂ ਤੋਂ ਲੋਕ ਨਫ਼ਰਤ ਕਰਦੇ ਨੇ ਕਿ ਉਹਨਾਂ ਨੇ ਕਿਵੇਂ ਮਿਸ ਹੈਂਡਲ ਕੀਤਾ। ਉਹ ਹਰਸ਼ਵਰਧਨ ਹੋਏ ਹੈਲਥ ਮਿਨਿਸਟਰ ਔਰ ਦੂਸਰੇ ਜਾਵੇਡਕਰ ਔਰ ਇਸ ਕਿਸਮ ਦੇ ਭੜਕਾਊ ਜਿਹੇ ਲੋਕ। ਲੇਕਿਨ ਇਨ ਦਾ ਐਂਡ ਆਫ ਦਾ ਡੇ ਖਰਬੂਜ਼ਾ ਜਿਹੜਾ ਉਹ ਇਸ ਖੇਤ ਦਾ ਹੋਏ ਕਿ ਉਸ ਖੇਤ ਦਾ ਹਿੰਦੂਤਵਾ ਦੇ ਖੇਤ ਦਾ ਹੀ ਨੇ ਅਲਟੀਮੇਟਲੀ, ਔਰ ਉਹਨਾਂ ਦੇ ਉਹੀ ਰੰਗ ਹੋਣੇ ਨੇ।
ਦੂਸਰੇ ਪਾਸੇ ਕਿਉਂਕਿ ਅਫਗਾਨਿਸਤਾਨ ਦੇ ਮੁੱਦੇ ਤੇ ਅਸੀਂ ਗੱਲ ਕੀਤੀ ਕਿ ਭਾਰਤ ਬਿਲਕੁਲ ਟੋਟਲੀ ਉਹਦੀ ਫੋਰਨ ਪਾਲਿਸੀ ਵੀ ਟੋਟਲੀ ਫੇਲ ਹੋਈ, ਜੀ ਚਾਈਨਾ ਨੇ ਵੀ ਉਹਨੂੰ ਪੂਰੀ ਤਰ੍ਹਾਂ ਕਾਰਨਰ ਵੀ ਕੀਤਾ, ਥ੍ਰੈਸ਼ ਵੀ ਕੀਤਾ। ਔਰ ਜੇ ਉਹਨਾਂ ਦਾ ਐਕਸ ਗਵਰਨਰ ਜੰਮੂ ਕਸ਼ਮੀਰ ਦਾ ਵੋਹਰਾ ਕਹਿ ਰਿਹਾ ਹੈ ਕਿ ਚਾਈਨਾ ਮੀਨਸ ਬਿਜ਼ਨਸ, ਔਰ ਉਹ ਗਲਵਾਨ ਤੋਂ ਗੱਲ ਸ਼ੁਰੂ ਕਰਦਾ ਕਿ ਵੀ ਤੁਸੀਂ ਐਵੇਂ ਜਿਹੜੀਆਂ ਨੇ ਫੱਫੇ ਕੁੱਟਣੀਆਂ ਵਾਂਗੂ ਉਰਲੀਆਂ ਪਰਲੀਆਂ ਮਾਰਦੇ ਹੋ, ਚਾਈਨਾ ਜਿਹੜਾ ਦੈਟ ਮੀਨਸ, ਹੁਣ ਇਹਨਾਂ ਦਾ ਬੰਦਾ ਕਹਿ ਰਿਹਾ ਜਿਹੜਾ ਪ੍ਰੋਮੀਨੈਂਟਲੀ ਉਹ ਸਾਰੀ ਸਿਚੁਏਸ਼ਨ ਨੂੰ ਸਮਝਦਾ। ਸੋ ਅਮਰੀਕਾ ਦੇ ਹਵਾਲੇ ਨਾਲ ਵੀ ਅਮਰੀਕਾ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਭਾਈ ਸਾਡੀਆਂ ਇੰਨੀਆਂ ਕੀ ਲਿਮਿਟੇਸ਼ਨਸ ਨੇ, ਇੰਨਾ ਕੀ ਤੁਹਾਡਾ ਰੋਲ ਹੈ, ਇਸ ਤੋਂ ਬਿਯੋਂਡ ਨਹੀਂ ਹੈ। ਔਰ ਇਸ ਸਾਰੇ ਦੇ ਚਲਦੇ ਆ ਭਾਰਤ ਇੱਕ ਪਾਸੇ ਤਾਂ ਜਿਹੜਾ ਸਪੋਇਲ ਸਪੋਰਟ ਪਲੇ ਕਰ ਰਿਹਾ ਹੈ ਅਫਗਾਨਿਸਤਾਨ ਦੇ ਮੁੱਦੇ ਤੇ, ਔਰ ਅਸੀਂ ਦੇਖਿਆ ਜਿਵੇਂ ਕਿ ਤਹਿਰਾਨ ਦੇ ਵਿੱਚ ਮਾਸਕੋ ਨੂੰ ਜਾਂਦਾ ਜਾਂਦਾ ਐਸ ਜੈ ਸ਼ੰਕਰ ਜਿਹੜਾ ਉੱਥੇ ਰੁਕਦਾ ਹੈ, ਉਹ ਜ਼ਰੂਰ ਤਾਲਿਬਾਨ ਨਾਲ ਵੀ ਰਾਬਤਾ ਹੈ ਕਿਉਂਕਿ ਈਰਾਨ ਵੀ ਕਿਤੇ ਨਾ ਕਿਤੇ ਹੁਣ ਆਪਣੇ ਆਪ ਨੂੰ ਬਿਗਰ ਰੋਲ ਦੇ ਵਿੱਚ ਸਮਝਦਾ ਹੈ ਕਿ ਉਹ ਪਲੇ ਕਰੇਗਾ। ਔਰ ਕਿਉਂਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦਾ ਪ੍ਰੈਸ਼ਰ ਇੰਟਰਨੈਸ਼ਨਲੀ ਵੀ ਬਿਲਟ ਹੋਇਆ, ਔਰ ਉੱਥੇ ਉਹ ਦੱਸਣਾ ਵੀ ਚਾਹੁੰਦੇ ਨੇ ਕਿ ਜੇ ਅਸੀਂ ਆਪਣੀ ਡੀਲਿਮਿਟੇਸ਼ਨ ਪ੍ਰੋਸੈਸ ਵੀ ਕਰ ਰਹੇ ਹਾਂ, ਅਸੀਂ ਚੋਣਾਂ ਵੀ ਕਰਵਾ ਰਹੇ ਹਾਂ ਯੂਨੀਅਨ ਟੈਰੀਟਰੀ ਦੀਆਂ, ਔਰ ਉਹਦੇ ਲਈ ਉਹ ਜਿਹੜੀ ਜਿਹਨੂੰ ਗੁਪਕਰ ਗੈਂਗ ਕਹਿੰਦੇ ਸੀ ਉਹਨਾਂ ਦੇ ਨਾਲ ਇੱਕ ਜਿਹੜਾ 14 ਪ੍ਰੋ ਇੰਡੀਆ ਲੀਡਰਾਂ ਨਾਲ ਉਹ ਡਰਾਮਾ ਜਾਂ ਨਾਟਕ ਵੀ ਉਹਨਾਂ ਨੇ ਪੂਰਾ ਰਚਿਆ। ਹਾਲਾਂ ਉਹਦੇ ਚੋਂ ਨਿਕਲਣਾ ਕੀ ਸੀ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਵੀ ਨਾ ਏਜੰਡਾ ਨਾ ਕੋਈ ਰਿਲੀਜ਼ ਪੋਲੀਟੀਕਲ ਪ੍ਰਿਜ਼ਨਰਸ ਦੀ। ਨਤੀਜੇ ਦੇ ਤੌਰ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਆਪ ਹੀ ਗੁਪਕਰ ਵਾਲਿਆਂ ਨੇ ਕਿਹਾ ਜੀ ਅਸੀਂ ਬਹੁਤ ਡਿਸਅਪਾਇੰਟ ਹੋਏ, ਕੁਝ ਨਹੀਂ ਨਿਕਲਿਆ, ਤੁਹਾਨੂੰ ਪਹਿਲਾਂ ਨਹੀਂ ਸੀ ਪਤਾ। ਪਰ ਉਹਦੇ 'ਚ ਤੁਸੀਂ ਦੇਖੋ ਕਿ ਵੀ ਕਿਵੇਂ ਜਿਹੜਾ ਉਹ ਇੱਕ ਰਿਪਰੈਸਿਵ ਰਜੀਮ ਬਣਿਆ ਹੋਇਆ ਮੋਦੀ ਦਾ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਪਿਛਲੇ ਕੱਲ ਮਹਿਬੂਬਾ ਮੁਫਤੀ ਜਿਹਦੀ ਆਪਣੀ ਉਮਰ ਜਿਹੜੀ ਆ ਉਹ 60 ਦੇ ਨੇੜੇ ਆ ਔਰ ਉਹਦੀ ਮਾਂ ਲੇਟ 70s 'ਚ ਹੈ, ਉਹਦੀ ਮਾਂ ਦੇ ਖਿਲਾਫ ਇਲੈਕਟੋਰੇਟ ਡਾਇਰੈਕਟੋਰੇਟ ਨੇ ਵਾਰੰਟ ਕੱਢੇ ਨੇ ਮਨੀ ਲਾਂਡਰਿੰਗ ਕੇਸ ਦੇ ਵਿੱਚ, ਕਿਉਂਕਿ ਜਿਹੜੀ ਡੀਲਿਮਿਟੇਸ਼ਨ ਪ੍ਰੋਸੈਸ ਦੇ ਸਾਹਮਣੇ ਜਿਹੜਾ ਕਮਿਸ਼ਨ ਬਣਾਇਆ ਹੋਇਆ ਉਹਨਾਂ ਨੇ ਉਹਦੇ ਸਾਹਮਣੇ ਮਹਿਬੂਬਾ ਮੁਫਤੀ ਨੇ ਕਿਹਾ ਵੀ ਨਹੀਂ ਇਹ ਤਾਂ ਸਾਡਾ ਸਾਰਾ ਡੈਮੋਗ੍ਰਾਫਿਕਸ ਬਦਲਣ ਲਈ ਹੈ, ਸਾਡੀ ਪਾਰਟੀ ਪੇਸ਼ ਨਹੀਂ ਹੋਏਗੀ। ਹਾਲਾਂ ਫਾਰੂਕ ਅਬਦੁੱਲਾ ਔਰ ਦੂਸਰੀਆਂ ਪਾਰਟੀਆਂ, ਆਪਣੀ ਪਾਰਟੀ ਔਰ ਜਨਸੰਘਿਆ ਦੀ, ਔਰ ਉਹ ਪੇਸ਼ ਹੋਏ। ਔਰ ਅੱਜ ਜੇ ਉਹਨੇ ਐਲਾਨ ਕੀਤਾ ਵੀ ਸਾਡੀ ਪਾਰਟੀ ਪੇਸ਼ ਨਹੀਂ ਹੋਏਗੀ, ਅਗਲੇ ਦਿਨ ਉਹਨੂੰ ਨੋਟਿਸ ਜੜ ਦਿੱਤਾ ਉਹਦੀ ਮਾਂ ਨੂੰ, ਬੁੱਢੀ ਨੂੰ, ਕਿ ਬਈ ਤੂੰ ਆ ਕੇ ਪੇਸ਼ ਹੋ ਮਨੀ ਲਾਂਡਰਿੰਗ ਕੇਸ ਦੇ ਵਿੱਚ। ਅੱਜ ਉਹ ਸਾਰੇ ਚੀਕਾਂ ਮਾਰ ਰਹੇ ਨੇ। ਹਾਲਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਡੀਲ ਕਿਹਦੇ ਨਾਲ ਕਰ ਰਹੇ ਨੇ। ਵਨਸ ਯੂ ਫੂਲ ਮੀ ਸ਼ੇਮ ਔਨ ਯੂ, ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ। ਤੁਸੀਂ ਬਾਰ-ਬਾਰ ਧੋਖਾ ਖਾ ਰਹੇ ਹੋ। ਲੇਕਿਨ ਇਸ ਸਭ ਦੇ ਚਲਦੇ ਆ ਪਾਕਿਸਤਾਨ ਨੇ ਇਸ ਸਾਰੇ ਮਾਮਲੇ 'ਚ ਅਸੀਂ ਦੇਖਿਆ ਵੀ ਹੁਣ ਐਗਰੈਸਿਵ ਡਿਪਲੋਮੇਸੀ ਲਈ ਹੈ। 23 ਜੂਨ ਨੂੰ ਜੋ ਲਾਹੌਰ ਦੇ ਵਿੱਚ ਲਸ਼ਕਰੇ ਤਾਇਬਾ ਦੇ ਜਿਹੜੇ ਮੁਖੀ ਹਾਫਿਜ਼ ਜਿਹੜੇ ਵੀਰ ਨੇ ਮੈਨੂੰ ਕਰੈਕਟ ਕੀਤਾ, ਪਹਿਲਾਂ ਸੈਯਦ ਸੀ ਫਿਰ ਮੈਂ ਸੀਦ ਕਿਹਾ, ਉਹਨਾਂ ਨੇ ਕਿਹਾ ਜੀ ਨਾ ਸੈਯਦ ਹੈ ਨਾ ਸੀਦ ਹੈ। ਇਹ ਜਿਹੜਾ ਜਦੋਂ ਲਿਖਦੇ ਨੇ ਮੈਂ ਬੋਲਣ ਲੱਗਦਾ ਜਾਂ ਸਈਦ ਨਿਕਲਦਾ ਹੈ ਨਹੀਂ ਤਾਂ ਚਲੋ ਉਹਨਾਂ ਨੂੰ ਅਸੀਂ ਸੈਯਦ ਤਾਂ ਨਹੀਂ ਕਹਿੰਦੇ, ਸੀਦ ਹੀ ਕਹਿ ਲੈਂਦੇ ਹਾਂ। ਸੋ ਉਹ ਬੰਬ ਧਮਾਕਾ ਪਾਕਿਸਤਾਨ ਨੇ ਸਿੱਧੇ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਕਿਹਾ ਵੀ ਇਹ ਭਾਰਤ ਦੀ ਖੁਫੀਆ ਏਜੰਸੀ ਰਾ ਨੇ ਕੀਤਾ। ਹੁਣ ਮੈਂ ਇਹ ਦੇਖ ਰਿਹਾ ਸੀ ਕਿ ਵੀ ਉਹਦਾ ਉਹ ਪ੍ਰੋਪਰ ਡੋਜ਼ੀਅਰ ਬਣਾ ਕੇ ਇੰਟਰਨੈਸ਼ਨਲ ਵੀ ਆਪਣੀ ਲੌਬੀ ਕਰਨ ਜਾਂ ਕਰਨਗੇ। ਦੂਸਰਾ ਲੇਕਿਨ ਤੁਸੀਂ ਦੇਖੋ ਵੀ ਝੂਠਾ ਔਰ ਇਹ ਜਿਹੜਾ ਜਿਹਨੂੰ ਕਹਿੰਦੇ ਨੇ ਚੋਰ ਦੀ ਦਾੜੀ 'ਚ ਤਿਨਕਾ, ਅਜੇ ਤੱਕ ਇਸ ਦੇ ਉੱਤੇ ਬਜਾਏ ਕਿ ਭਾਰਤ ਇਹ ਗੱਲ ਕਹਿੰਦਾ ਹੈ ਕਿ ਜੀ ਠੀਕ ਹੈ ਅਸੀਂ ਵੀ ਆਰ ਰੈਡੀ ਫਾਰ ਐਨੀ ਇਨਵੈਸਟੀਗੇਸ਼ਨ। ਜਿਵੇਂ ਜੇ ਪਾਕਿਸਤਾਨ 'ਚ ਕੋਈ ਵਾਕਿਆ ਇੰਡੀਆ 'ਚ ਹੁੰਦਾ, ਪਾਕਿਸਤਾਨ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਾਂਗੇ, ਦੱਸੋ ਇਨਵੈਸਟੀਗੇਟ ਕਰੋ। ਹੁਣ ਇਸ ਸਭ ਨੂੰ ਪਾਸੇ ਰੱਖਦੇ ਆ ਜਿਹੜੀ ਲਾਈਨ ਭਾਰਤ ਦੇ ਨੁਮਾਇੰਦੇ ਨੇ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਲਈ ਔਰ ਉਹਨਾਂ ਦਾ ਅਰਨਿੰਦਮ ਬਾਗਚੀ ਜਿਹੜਾ ਅੱਜ ਕੱਲ੍ਹ ਮੇਨ ਉਹਨੂੰ ਕੀਤਾ ਹੋਇਆ ਐਜ਼ ਏ ਸਪੋਕਸਪਰਸਨ ਅਰਨਿੰਦਮ ਬਾਗਚੀ, ਉਹ ਇਹ ਕਹਿੰਦਾ ਹੈ ਇੰਡੀਆ ਟ੍ਰੈਸ਼ਿਜ਼ ਪਾਕ ਕਲੇਮ ਦੈਟ ਰਾ ਬਿਹਾਈਂਡ ਅਟੈਕ ਨੀਅਰ ਹਾਫਿਜ਼ ਸੀਦ's residence. International community is well aware of Pakistan's credentials when it comes to terrorism. ਹੁਣ ਇਹ ਜਿਹੜਾ ਉਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਹੈ ਅਰਿੰਦਮ, ਉਹ ਇਹ ਕਹਿੰਦਾ ਕਿ ਵੀ ਇਹ ਬਿਲਕੁਲ ਜਿਹੜਾ ਪਾਕਿਸਤਾਨ ਦਾ ਝੂਠਾ ਇਲਜ਼ਾਮ ਹੈ
ਔਰ ਉਹਨਾਂ ਨੇ ਕਿਹਾ ਇਟਸ ਨਾਟ ਨਿਊ ਫॉर ਪਾਕਿਸਤਾਨ ਟੂ ਐਂਗੇਜ ਇਨ ਬੇਸਲੈਸ ਪ੍ਰੋਪੇਗੈਂਡਾ ਅਗੇਂਸਟ ਇੰਡੀਆ, ਕਿ ਇਹ ਬਿਲਕੁਲ ਇਹਦਾ ਕੋਈ ਬੇਸ ਹੀ ਨਹੀਂ ਹੈ, ਇਹ ਆਧਾਰਹੀਨ ਹੈ, ਬਿਨਾਂ ਆਧਾਰ ਤੋਂ ਇਹ ਪ੍ਰੋਪੇਗੈਂਡਾ ਹੈ। ਪਾਕਿਸਤਾਨ ਸ਼ੁੱਡ ਫੋਕਸ ਔਨ ਸੈਟਿੰਗ ਇਟਸ ਓਨ ਹਾਊਸ ਇਨ ਆਰਡਰ ਐਂਡ ਟੇਕ ਕ੍ਰੈਡੀਬਲ ਐਂਡ ਵੈਰੀਫੀਏਬਲ ਐਕਸ਼ਨ ਅਗੇਂਸਟ ਟੈਰਰਿਜ਼ਮ ਐਮਨੇਟਿੰਗ ਫਰੋਮ ਇਟਸ ਸੋਇਲ। ਇਹ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ, ਕਿ ਜੀ ਤੁਸੀਂ ਆਪਣੀ ਧਰਤੀ ਤੋਂ ਜਿਹੜਾ ਨਿਕਲ ਰਿਹਾ ਉਹਦੇ ਉੱਤੇ ਅੰਕੁਸ਼ ਲਾਓ ਔਰ ਇਹ ਬੰਦ ਕਰੋ। ਔਰ ਉਹਨਾਂ ਨੇ ਕਿਹਾ ਜੀ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਆ ਉਹਨਾਂ ਨੂੰ ਪਾਕਿਸਤਾਨ ਬਾਰੇ ਪਤਾ ਹੈ, ਦਹਿਸ਼ਤਗਰਦੀ ਦੀ ਜਦੋਂ ਗੱਲ ਆਉਂਦੀ ਹੈ। ਔਰ ਇਸ ਸਾਰੇ ਦੇ ਨਾਲ ਗੱਲ ਇੱਥੇ ਨਹੀਂ ਮੁੱਕੀ ਹੈ, ਕਿਉਂਕਿ ਪਾਕਿਸਤਾਨ ਨੇ ਰਿਪੀਟਡਲੀ ਖਾਸ ਤੌਰ ਤੇ ਕਸ਼ਮੀਰ ਦਾ ਇਸ਼ੂ OIC ਦੇ ਵਿੱਚ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ 57 ਮੈਂਬਰ ਨੇ ਉਹਦੇ, ਮੁਸਲਿਮ ਦੇਸ਼ ਨੇ, ਉਹਦੇ 'ਚ ਬਾਰ-ਬਾਰ ਚੁੱਕਿਆ। ਔਰ ਜਿਹੜੇ OIC ਦੇ ਸੈਕਟਰੀ ਜਨਰਲ ਨੇ ਮਿਸਟਰ ਯੂਸਫ ਐਲ ਔਥੇਮੀਨ, ਉਹਨਾਂ ਨੇ ਅਪਰੋਚ ਕੀਤਾ ਇੰਡੀਆ ਨੂੰ ਕਿ ਜੀ ਅਸੀਂ ਆਪਣਾ OIC ਦਾ ਡੈਲੀਗੇਸ਼ਨ ਭੇਜਣਾ ਚਾਹੁੰਦੇ ਹਾਂ ਕਸ਼ਮੀਰ ਦੇ ਵਿੱਚ, ਔਰ ਤਾਂ ਕਿ ਉੱਥੋਂ ਦੀ ਸਥਿਤੀ ਬਾਰੇ ਹੋਏ। ਹੁਣ ਇੱਥੇ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ OIC ਦੇ ਜਿਹੜੇ ਸੈਕਟਰੀ ਜਨਰਲ ਨੇ ਮਿਸਟਰ ਯੂਸਫ, ਉਹਨਾਂ ਦੀ ਮੀਟਿੰਗ ਹੁੰਦੀ ਹੈ। ਇੰਡੀਆ ਦਾ ਐਂਬੈਸਡਰ ਜਿਹੜਾ ਸਾਊਦੀ ਅਰੇਬੀਆ ਦੇ ਵਿੱਚ ਹੈ, 5 ਜੁਲਾਈ ਨੂੰ ਇਹ ਮੀਟਿੰਗ ਹੁੰਦੀ ਹੈ। ਔਰ ਇਹ ਜ਼ਾਹਰ ਹੈ ਕਿ ਇਨੀਸ਼ੀਏਟਿਵ ਤਾਂ OIC ਦੇ ਸੈਕਟਰੀ ਜਨਰਲ ਹੈ, ਔਰ ਇਸ ਨੂੰ ਜਿਹੜਾ ਬਰੀਫ ਵੀ ਕਰ ਰਹੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਪੋਕਸਪਰਸਨ, ਉਹੀ ਬਾਗਚੀ ਜਿਹੜਾ ਪਾਕਿਸਤਾਨ ਨੂੰ ਟਰੈਸ਼ ਕਰ ਰਿਹਾ, ਉਹੀ ਇਸ ਮੀਟਿੰਗ ਦਾ ਜ਼ਿਕਰ ਕਰ ਰਿਹਾ ਜਿਹੜੀ OIC ਦੇ ਸੈਕਟਰੀ ਜਨਰਲ ਦੀ ਇੰਡੀਆ ਦਾ ਜਿਹੜਾ ਸਾਊਦੀ ਅਰੇਬੀਆ 'ਚ ਐਂਬੈਸਡਰ ਹੈ ਉਹਦੇ ਨਾਲ ਹੋਈ। ਔਰ ਇਹ ਉਹਦੇ 'ਚ ਵੀ ਉਹਨਾਂ ਨੂੰ ਵੀ ਉਹ ਕਹਿ ਰਿਹਾ ਬਜਾਏ ਕਿ ਐਕਨੋਲਜ ਕਰਨ ਦੇ ਵੀ ਅਸੀਂ ਕਸ਼ਮੀਰ 'ਚ ਆਈਨੀ ਗੁੰਡਾਗਰਦੀ ਕੀਤੀ ਔਰ ਕੀ ਚੱਲ ਰਿਹਾ, ਇੰਡੀਆ ਹੈਜ਼ ਆਸਕਡ ਦਾ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਟੂ ਕਰੈਕਟ some of the perceptions about India, as well as be careful that its platform is not hijacked for comments on its internal affairs। ਉਹਨਾਂ ਨੂੰ ਵੀ ਧਮਕਾ ਰਹੇ ਨੇ ਕਿ ਜੀ ਇਹ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਵੀ ਤੁਹਾਡੇ ਪਲੇਟਫਾਰਮ ਤੋਂ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਵਾਲੇ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਔਰ ਹਾਲਾਂਕਿ OIC ਨੇ ਇਹ ਮੰਗ ਕੀਤੀ, OIC in turn wanted India to allow a delegation to visit the disputed territory in line with relevant resolutions of OIC Council of Foreign Ministers, ਕਿ ਭਾਈ ਸਾਡੀ ਜਿਹੜੀ ਫੋਰਨ ਮਿਨਿਸਟਰਸ ਦੀ ਜਿਹੜੇ ਸਾਡੇ ਮੈਂਬਰ ਨੇ 57 ਦੇਸ਼, ਉਹਨਾਂ ਦੀ ਮੀਟਿੰਗ 'ਚ ਇਹ ਫੈਸਲਾ ਹੋਇਆ ਸੀ ਕਿ ਵੀ ਅਸੀਂ ਡੈਲੀਗੇਸ਼ਨ ਭੇਜਾਂਗੇ। ਔਰ ਇਹ ਜਿਹੜਾ ਇਸ ਸਾਰੇ 'ਚ among the wide range of issues discussed was India's bugbear of OIC issuing frequent statements on situation in Kashmir, often at the prodding of Pakistan। ਹੁਣ ਇੱਕ ਪਾਸੇ ਉਹ ਪਾਕਿਸਤਾਨ ਨੂੰ ਕਹਿ ਰਿਹਾ ਜੀ ਇਹਨਾਂ ਦਾ ਇਹ ਟਰੈਸ਼ ਅਸੀਂ ਕਰ ਰਹੇ ਹਾਂ ਸਾਰਾ, ਇਹ ਪਤਾ ਹੀ ਹੈ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਵੀ ਇਹ ਫੰਬਾ ਜਿਹੜਾ ਟੈਰਰਿਜ਼ਮ ਦਾ ਜਿਹੜਾ ਐਪੀਟੋਮ ਹੈ ਉਹ ਪਾਕਿਸਤਾਨ ਹੈ। ਔਰ ਤੁਸੀਂ ਇਹਨਾਂ ਦੀ ਦੇਖੋ ਕਿ ਵੀ ਕਿਆ ਪਿੱਦੀ ਕਾ ਸ਼ੋਰਬਾ OIC ਨੂੰ ਜਾ ਕੇ ਅੱਖਾਂ ਦਿਖਾ ਰਹੇ ਨੇ। ਹਾਲਾਂਕਿ ਤਲਬ ਉਹਨਾਂ ਨੇ ਕੀਤਾ ਕਿ ਭਾਈ ਇਹ ਡੈਲੀਗੇਸ਼ਨ ਸਾਡਾ ਜਾਣਾ ਚਾਹੁੰਦਾ ਹੈ, ਉਹਨਾਂ ਨੂੰ ਕਹਿ ਰਿਹਾ ਜੀ ਤੁਸੀਂ ਪਾਕਿਸਤਾਨ ਦੇ ਕਹਿਣ ਤੇ ਇਹ ਜਿਹੜੀਆਂ OIC ਸਟੇਟਮੈਂਟਾਂ ਫਰੀਕੁਐਂਟ ਇਹ ਦਿੰਦਾ ਹੈ, ਇਹ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਜਿਹੜਾ ਉਹ ਹੈ ਦਖਲਅੰਦਾਜ਼ੀ ਹੈ। ਦ ਐਂਬੈਸਡਰ ਸਪੋਕ ਅਬਾਊਟ ਦ ਨੀਡ ਟੂ ਕਰੈਕਟ ਸਮ ਮਿਸਪਰਸੈਪਸ਼ਨਸ ਅਬਾਊਟ ਇੰਡੀਆ perpetrated by vested interests, कि vested interest का मतलब पाकिस्तान वाले। It should also be careful that platform is not subverted for comments on India's internal affairs, कि साढ़े अंदरूनी मामलों 'ਚ दखलअंदाजी ਲਈ ਤੁਹਾਡਾ ਇਹ ਜਿਹੜਾ OIC ਦਾ ਪਲੇਟਫਾਰਮ ਹੈ ਉਹ ਨਹੀਂ ਵਰਤਿਆ ਜਾਣਾ ਚਾਹੀਦਾ। ਔਰ ਡਾਕਟਰ ਯੂਸਫ ਨੇ ਉਹਨਾਂ ਨੇ ਕਿਹਾ ਜੀ ਵੈਲਕਮਡ ਐਂਡ ਰਿਵਿਊਡ ਵਿਦ ਡਾਕਟਰ ਸੈਯਦ a number of issues concerning the situation of Muslims in India, along with Jammu and Kashmir dispute and relevant UN and OIC resolutions opposing any unilateral actions on the issue। ਹਾਲਾਂਕਿ ਇਹ ਇਸ ਤੋਂ ਪਹਿਲਾਂ ਕਿ ਇੰਡੀਆ ਰਿਐਕਟ ਕਰਦਾ, OIC ਦੀ ਸਟਰੋਂਗ ਸਟੇਟਮੈਂਟ ਆਣੀ ਚਾਹੀਦੀ ਸੀ ਜਿਹੜੀ ਸਾਰੇ ਮੀਡੀਆ 'ਚ ਡਿਸਕਸ ਹੋ ਰਹੀ ਹੁੰਦੀ ਕਿ ਉਹਨਾਂ ਨੇ ਤਲਬ ਕੀਤਾ ਇੰਡੀਆ ਨੂੰ, ਉਹਨਾਂ ਨੂੰ ਕਿਹਾ। ਔਰ ਕੱਲਾ ਇਹ ਜੰਮੂ ਕਸ਼ਮੀਰ ਦਾ ਇਸ਼ੂ ਹੀ ਨਹੀਂ ਕਿ ਵੀ ਤੁਸੀਂ ਯੂਨੀਲੈਟਰਲੀ ਕੀਤਾ, ਉਹਨਾਂ ਨੇ UN ਰੈਜ਼ੋਲੂਸ਼ਨਸ ਦੀ ਲਾਈਟ ਦੇ ਵਿੱਚ, OIC ਦੇ ਰੈਜ਼ੋਲੂਸ਼ਨਸ ਦੀ ਲਾਈਟ 'ਚ ਜਿੱਥੇ ਜੰਮੂ ਕਸ਼ਮੀਰ ਦੇ ਮੁੱਦੇ ਤੇ ਗੱਲ ਕੀਤੀ ਇਹਨਾਂ ਦੇ ਨਾਲ,
ਉੱਥੇ ਜਿਹੜੀ ਪਲਾਈਟ ਭਾਰਤ ਵਿੱਚ ਮੁਸਲਮਾਨਾਂ ਦੀ ਹੈ ਉਸ ਮੁੱਦੇ ਦੇ ਉੱਤੇ ਵੀ ਗੱਲਬਾਤ ਕੀਤੀ ਔਰ ਹਾਲਾਂਕਿ ਸਟੇਟਮੈਂਟ ਇੰਨੀ ਕਿ ਹੀ ਕਨਵੇਡ the desire of OIC General Secretariat to dispatch a delegation to the disputed territory in line with relevant resolutions of OIC Council of Ministers. और उन्होंने he also Secretary General also asked about the possibility of a meeting between Pakistan and India, stating that General Secretariat stands ready to assist if the two parties would so request. ਹੁਣ ਉਹ ਆਪਣੇ ਵੱਲੋਂ OIC ਵੀ ਮੀਡੀਏਸ਼ਨ ਕਰਵਾਉਣਾ ਚਾਹੁੰਦੀ ਹੈ। ਹਾਲਾਂਕਿ ਮੈਂ ਸਮਝਦਾ ਇਹ ਖਬਰਾਂ ਵੀ ਨੇ ਕਿ ਜਿਹੜੀ ਜਿਹਨੂੰ ਬੈਕ ਚੈਨਲ ਡਿਪਲੋਮੇਸੀ ਹੈ ਵੀ ਆਇਆ ਵੀ ਇੰਡੀਆ ਪਾਕਿਸਤਾਨ ਦੀ ਚੱਲ ਰਹੀ ਹੈ, ਪਰ ਇਸ ਮਾਮਲੇ ਜੇ ਅਸੀਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਜਿਹੜੀ ਰਿਪੀਟਡ ਅਸ਼ੋਰੈਂਸ ਉਹਨਾਂ ਦੀ ਨੈਸ਼ਨਲ ਅਸੈਂਬਲੀ 'ਚ ਵੀ ਔਰ ਪਬਲਿਕ ਜਿੱਥੇ ਕਿ ਉਹ ਲੋਕਾਂ ਤੋਂ ਕਾਲਾਂ ਲੈਂਦੇ ਨੇ, ਓਪਨ ਸੈਸ਼ਨ ਹੁੰਦਾ ਉਹਨਾਂ ਦਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਦੋਂ ਤੱਕ ਆਰਟੀਕਲ 370 ਜੋ ਪ੍ਰੀ ਪੋਜੀਸ਼ਨ ਹੈ 5 ਅਗਸਤ 2019 ਤੋਂ ਉਹ ਰੀਸਟੋਰ ਨਹੀਂ ਕੀਤੀ ਜਾਂਦੀ, ਇੰਡੀਆ ਨਾਲ ਕੋਈ ਗੱਲਬਾਤ ਨਹੀਂ ਹੋਏਗੀ। ਔਰ ਅਸੀਂ ਹੋਪ ਕਰਦੇ ਹਾਂ ਕਿ ਪਾਕਿਸਤਾਨ ਇਸ ਸਟੈਂਡ ਤੇ ਸਟਿਕ ਕਰੇ। OIC ਨੂੰ ਵੀ ਥੋੜੇ ਜਿਹੇ ਦੰਦ ਤਿੱਖੇ ਕਰਨ ਦੀ ਲੋੜ ਹੈ। ਇਹ ਉਹਨਾਂ ਫਰੇਬੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਿਹੜੇ ਚਾਣਕਿਆ ਦੇ ਪੁੱਤਰ ਨੇ, ਜਿਨ੍ਹਾਂ ਦੇ ਸਾਹਮਣੇ ਮੈਕੀਆਵੈਲੀ ਜਾਂ ਹੋਰ ਕੋਈ ਡਿਪਲੋਮੇਸੀ ਦੁਨੀਆ ਦੀ ਜਿਹੜੀ ਹੈ ਉਹ ਬਿਲਕੁਲ ਫਿੱਕੀ ਪੈ ਜਾਂਦੀ ਹੈ। ਇਹ ਪਿਓ ਨੇ ਇਸ ਸਾਰੇ ਫਰਾਡ ਔਰ ਇਸ ਝੂਠ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਸਾਮ ਦੇ ਹਵਾਲੇ ਨਾਲ ਕਿ ਅਸਾਮ ਵਿੱਚ ਬੀਜੇਪੀ ਦੀ ਹਕੂਮਤ ਹੈ ਔਰ ਬੀਜੇਪੀ ਦੇ ਅਸਾਮ ਦੇ ਚੀਫ ਮਿਨਿਸਟਰ ਨੇ ਪੁਲਿਸ ਵੱਲੋਂ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਸਿੱਧੇ ਤੌਰ ਤੇ ਜਿਹੜਾ ਉਹ ਜਾਇਜ਼ ਦੱਸਿਆ ਹੈ। ਸੋ ਵਿਊਅਰਸ ਯਾਦ ਰਹੇ ਕਿ ਯੂਪੀ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਪਹਿਲਾਂ ਹੀ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਦਲਿਤ ਅਤੇ ਮੁਸਲਮਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਾਰ ਰਹੀ ਹੈ। ਸੋ ਇਹ ਸਿਲਸਿਲਾ ਹੁਣ ਅਸਾਮ ਵਿੱਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਵੀ ਗੱਲਬਾਤ ਕਰਦੇ ਹਾਂ, ਮੈਂ ਇਹ ਗੱਲ ਕਹੀ ਸੀ ਕਿ ਜਦੋਂ ਅਸੀਂ ਦੁਨੀਆ ਦੇ ਵਿੱਚ ਗਵਰਨਿੰਗ ਦੇ ਸਿਸਟਮ ਦੇਖਦੇ ਹਾਂ, ਜਦੋਂ ਲਫ਼ਜ਼ ਮਿਲਟਰੀ ਰੂਲ ਆਉਂਦਾ ਹੈ, ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਹੈ ਉਹ ਮਾਰਸ਼ਲ ਲਾਅ ਹੁੰਦਾ ਹੈ ਕਿ ਵੀ ਫੌਜ, ਤੁਹਾਡੀ ਕੋਈ ਆਵਾਜ਼ ਨਹੀਂ। ਆਟੋਕ੍ਰੇਸਿਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਂ ਡਿਕਟੇਟਰਸ਼ਿਪਸ ਕਿਹਾ ਜਾਂਦਾ ਹੈ, ਉਦੋਂ ਵੀ ਤੁਹਾਨੂੰ ਆਈਡੀਆ ਹੁੰਦਾ ਹੈ ਕਿ ਕਿਸ ਕਿਸਮ ਦਾ ਸਿਸਟਮ ਹੋਏਗਾ। ਕਮਿਊਨਿਜ਼ਮ ਲਫ਼ਜ਼ ਆਏ, ਸੋਵੀਅਤ ਯੂਨੀਅਨ ਹੋਏ, ਚਾਈਨਾ ਹੋਏ ਜਾਂ ਜਿਹੜਾ ਉਹ ਨਾਰਥ ਕੋਰੀਆ ਹੋਏ, ਤੁਹਾਨੂੰ ਇਹ ਆਈਡੀਆ ਹੋ ਜਾਂਦਾ ਹੈ ਕਿ ਭਾਈ ਉੱਥੇ ਜੋ ਹਕੂਮਤ ਵਨ ਪਾਰਟੀ ਰੂਲ ਹੈ, ਕਮਿਊਨਿਸਟ ਪਾਰਟੀਆਂ ਉੱਥੇ ਉਹੀ ਹਕੂਮਤ ਨੇ, ਉਹਨਾਂ ਦਾ ਹੀ ਰਾਜ ਹੈ। ਉੱਥੇ ਤੁਹਾਡੀ ਆਵਾਜ਼ ਵੀ ਬੰਦ ਔਰ ਜੋ ਸਰਕਾਰ ਕਹੇ ਉਹਦੇ 'ਚ ਹੀ
ਤੁਹਾਨੂੰ ਜਿਹੜਾ ਹੈ, ਯਕੀਨ ਕਰਨਾ ਪਏਗਾ। ਜੀ ਪਰ ਜਦੋਂ ਲਫ਼ਜ਼ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਰਿਪਬਲਿਕ ਇਹ ਆਂਦਾ ਹੈ ਤੇ ਫਿਰ ਅਬਰਾਹਿਮ ਲਿੰਕਨ ਦੀ ਇਹ ਡੈਫੀਨੇਸ਼ਨ ਜਿਹੜੀ ਹੈ ਉਹ ਇੱਕਦਮ ਸਾਹਮਣੇ ਆਂਦੀ ਹੈ ਕਿ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਡੈਮੋਕ੍ਰੇਸੀ ਇਹ ਹੈ ਜਿਹਨੂੰ ਲੋਕ ਬਣਾਉਂਦੇ ਨੇ, ਲੋਕਾਂ ਲਈ ਹੁੰਦੀ ਹੈ ਔਰ ਅਲਟੀਮੇਟਲੀ ਲੋਕ ਹੀ ਫਾਈਨਲ ਜਿਹੜੇ ਨੇ ਉਹ ਡਿਸਾਈਡਿੰਗ ਫੈਕਟਰ ਹੁੰਦੇ ਨੇ। ਹੁਣ ਇਸ ਜਮਹੂਰੀਅਤ ਜਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਕਿੰਨਾ ਵੱਡਾ ਕਲੰਕ ਇਸ ਵੇਲੇ ਭਾਰਤ ਬਣ ਚੁੱਕਾ ਹੈ, ਇਹਦਾ ਜ਼ਿਕਰ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਹਵਾਲੇ ਨਾਲ ਕਰਦੇ ਹਾਂ। ਅਸੀਂ ਬਾਰਡਰਸ ਜਿਹੜੀ ਹੈ ਉਹਨਾਂ ਦੀ ਰਿਪੋਰਟਰਸ ਸੈਨਸ ਬਾਰਡਰਸ, ਉਹਨਾਂ ਦੀ ਰਿਪੋਰਟ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਪ੍ਰੈਡੇਟਰ ਦੇ ਤੌਰ ਤੇ ਮੋਦੀ ਨੂੰ ਦੁਨੀਆ ਦੇ ਉਹਨਾਂ 36-37 ਦੇਸ਼ਾਂ ਦੀ ਲਿਸਟ ਸ਼ਾਮਲ ਕੀਤਾ ਹੈ, ਜਿੱਥੇ ਕਿਵੇਂ ਜਰਨਲਿਸਟ ਦਾ ਮਰਡਰ ਹੋ ਰਹੇ ਨੇ, ਕਿਵੇਂ ਉਹਨਾਂ ਦੇ ਯੋਧੇ ਜਿਹਨੂੰ ਉਹ ਵਾਰੀਅਰ ਕਹਿੰਦੇ ਨੇ, ਯੋਧਾ, ਉਹ ਉਹਨਾਂ ਨੇ ਟਰੋਲਰ ਬਿਠਾਏ ਹੋਏ ਨੇ ਜਿਹੜੇ ਜੇ ਕੋਈ ਵੀ ਉਹਨਾਂ ਤੋਂ ਡਿਫਰੈਂਟ ਵਿਊ ਪੁਆਇੰਟ ਹੈ ਤੇ ਕਿਵੇਂ ਹਰਾਸ, ਮਰਡਰ ਦੀਆਂ ਥ੍ਰੈਟਸ ਔਰ ਜਿਹੜੀਆਂ ਬੀਬੀਆਂ ਜਰਨਲਿਸਟ ਨੇ ਉਹਨਾਂ ਨੂੰ ਰੇਪ ਦੀਆਂ ਧਮਕੀਆਂ ਔਰ ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਨੇ ਫਲੱਡ ਕਰਕੇ ਸਾਰੀ ਇਸ ਕਿਸਮ ਦੀ ਹੇਟ ਮੇਲ। ਔਰ ਇਸ ਦੇ ਨਾਲ ਨਾਲ ਅਸੀਂ ਅਦਰਵਾਈਜ਼ ਵੀ ਦੇਖਦੇ ਹਾਂ ਯੂਐਸਐਫ ਨੇ ਕੀ ਕਿਹਾ, ਯੂਰਪੀਅਨ ਪਾਰਲੀਮੈਂਟ ਵਾਲਿਆਂ ਨੇ ਕੀ ਕਿਹਾ, ਜਿਹੜੇ ਸਤਾਨ ਸਵਾਮੀ ਜਿਹੜਾ 84 ਸਾਲਾਂ ਦਾ ਬਜ਼ੁਰਗ ਕਿਵੇਂ ਟਾਰਚਰ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਮਾਰਿਆ ਔਰ ਜ਼ਾਹਰ ਹੈ ਕਿ ਉਹ ਇੱਕ ਵੱਡਾ ਨਾਂ ਸੀ ਆਲਰੇਡੀ ਟਰਾਈਬਲਸ ਲੋਕਾਂ ਲਈ ਕੰਮ ਕਰਨ ਦੇ ਵਿੱਚ। ਹੁਣ ਇਹ ਪਾਰਟ ਤਾਂ ਕਿਉਂਕਿ ਬਹੁਤ ਸਾਰਾ ਹਿਊਮਨ ਰਾਈਟਸ ਰਿਪੋਰਟਸ ਰਾਹੀਂ ਸਾਹਮਣੇ ਆ ਜਾਂਦਾ ਹੈ, ਸੋਸ਼ਲ ਮੀਡੀਆ ਨੂੰ ਕਿਵੇਂ ਅੱਜ ਜਿਹੜਾ ਨਵਾਂ ਮਿਨਿਸਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਬਣਿਆ ਉਹਨੇ ਵੀ ਟਵਿੱਟਰ ਔਰ ਦੂਜਿਆਂ ਨੂੰ ਕਿਹਾ ਕਿ ਵੀ ਇਫ ਯੂ ਹੈਵ ਟੂ ਸਟੇ ਇਨ ਇੰਡੀਆ ਯੂ ਵਿਲ ਹੈਵ ਟੂ ਪਲੇ ਬਾਈ ਦਾ ਰੂਲਸ ਆਫ ਆਵਰ ਗਵਰਨਮੈਂਟ, ਕਿ ਵੀ ਜੇ ਇੱਥੇ ਰਹਿਣਾ ਹੈ ਤੇ ਸਾਡੇ ਹੀ ਬੰਸਰੀ ਦੇ ਉੱਤੇ ਨਾਚ ਕਰੋਗੇ, ਅਦਰਵਾਈਜ਼ ਪੈਕ ਐਂਡ ਲੀਵ। ਹੁਣ ਜ਼ਾਹਰ ਹੈ ਵੀ ਇਹ ਤਾਂ ਉਹਨਾਂ ਨੇ ਆਵਾਜ਼ ਪੂਰੀ ਤਰ੍ਹਾਂ ਕੁਚਲੀ ਹੋਈ ਹੈ। ਹੁਣ ਜਿਹੜਾ ਇੱਕ ਪਾਰਟ ਵੱਡੇ ਪੈਮਾਨੇ ਤੇ ਚੱਲ ਰਿਹਾ ਕਿਉਂਕਿ ਮੀਡੀਆ ਉਹਨਾਂ ਦੇ ਕੰਟਰੋਲ 'ਚ ਹੈ ਔਰ ਉਹ ਰਿਪੋਰਟ ਹੀ ਨਹੀਂ ਹੋ ਰਿਹਾ। ਯੂਪੀ ਦੇ ਵਿੱਚ ਵੱਡੇ ਪੈਮਾਨੇ ਤੇ ਅਸੀਂ ਦੇਖਿਆ, ਅਸਾਮ ਉਸ ਦੇ ਵਿੱਚ ਹੁਣ ਉਸ ਦੀ ਸ਼ੁਰੂਆਤ ਹੈ। ਉਹ ਨੇ ਜਿਨ੍ਹਾਂ ਦੇ ਲਈ ਅਮਰੀਕਾ ਦੇ ਵਿੱਚ ਸਟੇਜਡ ਐਨਕਾਊਂਟਰ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਤੇ ਸਾਡੇ ਉਸ ਖਿੱਤੇ ਦੇ ਵਿੱਚ ਫੇਕ ਐਨਕਾਊਂਟਰ ਕੀਤਾ ਜਾਂਦਾ ਹੈ। ਐਨਕਾਊਂਟਰ ਹੁੰਦਾ ਹੈ ਮੁਕਾਬਲਾ। ਹੁਣ ਜ਼ਾਹਰ ਹੈ ਇੱਕ ਤਾਂ ਮੁਕਾਬਲਾ ਹੈ ਜਿਹਦੇ 'ਚ ਕੋਈ ਵੀ ਗੈਂਗ ਹੈ ਜਾਂ ਕੋਈ ਫਰੀडम ਫਾਈਟਰ ਨੇ ਜਾਂ ਕੋਈ ਕ੍ਰਿਮੀਨਲਸ ਨੇ, ਉਹਨਾਂ ਦੀ ਜਿਹੜਾ ਉਹ ਏਜੰਸੀਆਂ ਦੇ ਨਾਲ ਮੁੱਠਭੇੜ ਹੁੰਦੀ ਹੈ ਔਰ ਉਹਦੇ 'ਚ ਈਦਰ ਉਹ ਮਾਰੇ ਜਾਂਦੇ ਨੇ ਜਾਂ ਉਹ ਜਾਂ ਜ਼ਖਮੀ ਇਹ ਇੱਕ ਐਨਕਾਊਂਟਰ ਹੈ। ਪਰ ਇੱਕ ਉਹ ਹੈ ਕਿ ਜਿਹਦੇ 'ਚ ਆਲਰੇਡੀ ਬੰਦੇ ਤੁਹਾਡੀ ਕਸਟਡੀ 'ਚ ਨੇ, ਉਹਨਾਂ ਨੂੰ ਤੁਸੀਂ ਚੁੱਕਿਆ ਹੋਇਆ, ਪਰ ਲਾਅ ਨੂੰ ਫਲਾਊਟ ਕਰਦੇ ਆ ਕਿਉਂਕਿ ਜਿਹੜਾ ਲਾਅ ਹੈ ਇੰਡੀਅਨ ਪੀਨਲ ਕੋਡ ਉਹਦੇ 'ਚ ਇਹ ਹੈ ਵੀ ਜਿਹਨੂੰ ਵੀ ਤੁਸੀਂ ਗ੍ਰਿਫਤਾਰ ਕਰਦੇ ਹੋ ਪਹਿਲਾਂ ਤਾਂ ਗ੍ਰਿਫਤਾਰੀ ਲਈ ਵਾਰੰਟ ਜ਼ਰੂਰੀ ਹੁੰਦੇ ਨੇ, ਵਾਰੰਟ ਗ੍ਰਿਫਤਾਰੀ, ਫਿਰ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਹੈ ਵਿਦਿਨ 24 ਆਵਰਸ ਉਹਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ। ਪੇਸ਼ ਜਿਹੜਾ ਤੁਸੀਂ ਹੁਣ ਹੋ ਕੀ ਰਿਹਾ ਹੈ, ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ 1980 ਤੋਂ 1990 ਤੱਕ ਇੱਕ ਟੈਸਟ ਲੈਬੋਰਟਰੀ ਸੀ ਜਿਹਦੇ 'ਚ ਕਿਵੇਂ ਉਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਚੁੱਕੇ, ਉਹਨਾਂ ਦੀ ਅਰੈਸਟ ਤਾਂ ਦੂਰ ਦੀ ਗੱਲ, ਵਾਰੰਟ ਤਾਂ ਕੀ ਹੈ। ਈਵਨ ਅਸੀਂ 1955 ਦੀ ਗੱਲ ਕਰ ਰਹੇ ਹਾਂ, ਨਹਿਰੂ ਈਰਾ ਜਿਹਨੂੰ ਡੈਮੋਕ੍ਰੇਸੀ ਦਾ ਯੁੱਗ ਕਿਹਾ ਜਾਂਦਾ ਸੀ ਕਿ ਜੀ ਬੜਾ ਨਹਿਰੂ ਜਿਹੜਾ ਉਹ ਸੋਸ਼ਲਿਸਟ ਔਰ ਵਰਲਡ ਕਲਾਸ। ਹੁਣ ਦਰਬਾਰ ਸਾਹਿਬ ਦੇ ਫੌਜ ਆ ਕੇ ਘੇਰ ਲੈਂਦੀ ਹੈ, ਪੁਲਿਸ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਪਾਬੰਦੀ ਹੈ। ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਜਿਹੜੇ ਕਿ ਇੱਕ ਉੱਚ ਅਹੁਦਾ ਰੱਖਦੇ ਨੇ, ਜਥੇਦਾਰ ਅਕਾਲ ਤਖਤ ਸਾਹਿਬ ਤੋਂ ਬਾਅਦ ਦੂਸਰੀ ਸਾਡਾ ਜਿਹੜੇ ਮੋਸਟ ਰਿਸਪੈਕਟੇਬਲ, ਉਹਨਾਂ ਨੂੰ ਜਿਹੜੀ ਪੁਲਿਸ ਉਹ ਗ੍ਰਿਫਤਾਰ ਕਰਦੀ ਉਹ ਕਹਿੰਦੀ ਹੈ ਵਾਰੰਟ। ਉਹ ਪੁੱਛ ਕਹਿੰਦੇ ਨੇ ਅੱਗੋਂ ਕਿ ਵਾਰੰਟ ਕਿੱਥੇ ਨੇ, ਤੇ ਉਹ ਜਿਹੜਾ ਗ੍ਰਿਫਤਾਰ ਕਰਨ ਗਿਆ ਪੁਲਿਸ ਦਾ ਮੁਖੀ ਹੈ ਉਹ ਕਹਿੰਦਾ ਹੈ ਕਿ ਮੈਂ ਖੁਦ ਹੀ ਵਾਰੰਟ ਹੈ। ਸੋ ਜੇ ਇਹ 1955 ਦੀ ਗੱਲ ਹੈ ਔਰ ਹੁਣ ਇਹ ਐਕਸਪੈਕਟ ਕਰਨਾ ਜਿਵੇਂ ਉਹ ਚੁੱਕਦੇ ਨੇ ਔਰ 24 ਘੰਟੇ 'ਚ ਤਾਂ ਕੀ ਪੇਸ਼ ਕਰਨਾ, ਗਾਇਬ ਹੀ ਕਰ ਦਿੱਤੇ। ਇੰਨਾ ਟਾਰਚਰ ਹੁੰਦਾ ਹੈ ਉਹਨਾਂ ਨੂੰ, ਉਹ ਕਰਦੇ ਨੇ ਕਿ ਵਾਰੀ ਟਾਰਚਰ 'ਚ ਹੀ ਮਰ ਜਾਂਦੇ ਨੇ ਔਰ ਉਹ ਇਸ ਗੱਲ ਤੋਂ ਹੀ ਮੁਨਕਰ ਹੁੰਦੇ ਨੇ ਕਿ ਜੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਮੈਜਿਸਟ੍ਰੇਟ ਦੇ ਸਾਹਮਣੇ ਤਾਂ ਪੇਸ਼ ਨਹੀਂ ਹੋਏ। ਪੰਜਾਬ 'ਚ ਇਹ ਹੋਇਆ, ਕਸ਼ਮੀਰ 'ਚ ਲਗਾਤਾਰਤਾ ਦੇ ਨਾਲ ਹੋ ਰਿਹਾ, ਪਰ ਪੰਜਾਬ ਜਾਂ ਕਸ਼ਮੀਰ ਨੂੰ ਤਾਂ ਕਨਫਲਿਕਟ ਜ਼ੋਨ ਕਿਹਾ ਜਾਂਦਾ ਸੀ ਕਿ ਜੀ
ਪੰਜਾਬ ਨੂੰ ਡਿਸਟਰਬਡ ਏਰੀਆ ਡਿਕਲੇਅਰ ਕੀਤਾ ਹੈ, ਜੰਮੂ ਕਸ਼ਮੀਰ ਅੱਜ ਵੀ ਯੂਨੀਅਨ ਟੈਰੀਟਰੀ ਬਣਾ ਕੇ ਫੌਜ ਦੇ ਥੱਲੇ ਹੈ। ਪਰ ਯੂਪੀ ਔਰ ਅਸਾਮ ਜਿਹੜੀਆਂ ਬੀਜੇਪੀ ਰੂਲਡ ਸਟੇਟਸ ਨੇ, ਯੋਗੀ ਆਦਿੱਤਿਆਨਾਥ ਜਦੋਂ ਦਾ ਆਇਆ ਹੈ, ਹੁਣ ਅਗਲੇ ਸਾਲ ਚੋਣਾਂ ਨੇ ਔਰ ਆਲਮੋਸਟ 3.5 ਸਾਲ ਦੇ ਪੀਰੀਅਡ 'ਚ ਜਾਂ ਆਲਮੋਸਟ 4 ਸਾਲ ਦੇ ਪੀਰੀਅਡ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੇਕ ਐਨਕਾਊਂਟਰ, ਝੂਠੇ ਪੁਲਿਸ ਮੁਕਾਬਲੇ ਯੋਗੀ ਨੇ ਯੂਪੀ ਦੇ ਵਿੱਚ ਬਣਾਏ ਨੇ। ਉਹਨਾਂ 'ਚ ਮਰਨ ਵਾਲੇ ਕੌਣ ਨੇ? ਮੈਜੋਰਿਟੀ ਦਲਿਤ ਨੌਜਵਾਨ ਜਿਹੜੇ ਚੈਲੰਜ ਕਰਦੇ ਨੇ ਸਿਸਟਮ ਨੂੰ, ਮੁਸਲਮਾਨ ਨੌਜਵਾਨ, ਜਾਂ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਗੈਂਗਸਟਰਸ ਕਹਿ ਕੇ, ਹਾਲਾਂ ਭਾਵੇਂ ਕੋਈ ਗੈਂਗਸਟਰਸ ਵੀ ਹੋਏ, ਜਿਹੜਾ ਤੁਹਾਡੀ ਕਸਟਡੀ 'ਚ ਹੈ ਉਹ ਕਾਨੂੰਨ, ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਭਾਈ ਕਾਨੂੰਨ ਦੀ ਬਾਲਾਦਸਤੀ ਹੈ, ਲਾਅ ਆਫ ਦਾ ਲੈਂਡ ਦਾ ਮਤਲਬ ਇਹ ਹੁੰਦਾ ਹੈ ਵੀ ਉਹਨੂੰ ਕਾਨੂੰਨ ਮੌਤ ਦੀ ਸਜ਼ਾ ਦੇ, ਭਾਵੇਂ ਪੁਲਿਸ ਦੇ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਜਿਹਨੂੰ ਗ੍ਰਿਫਤਾਰ ਕੀਤਾ, ਜਿਹੜਾ ਉਹਨਾਂ ਦੀ ਕਸਟਡੀ 'ਚ ਹੈ, ਉਹਨੂੰ ਗੋਲੀ ਮਾਰ ਕੇ ਮਾਰੇ। ਲੇਕਿਨ ਹਜ਼ਾਰਾਂ ਦੀ, ਔਰ ਸੁਪਰੀਮ ਕੋਰਟ ਤੱਕ ਇਹਦਾ ਹੋਇਆ ਔਰ ਕੋਈ ਐਕਸ਼ਨ ਨਹੀਂ। ਔਰ ਜੋ ਯੋਗੀ ਨੇ ਕੀਤਾ, ਔਰ ਉਹਦੇ 'ਚ ਇਹ ਹੈ ਕਿ ਵੀ ਆਪਣੇ ਵਿਰੋਧੀਆਂ ਨੂੰ ਐਲੀਮੀਨੇਟ ਕਰੋ, ਮੁਸਲਮਾਨਾਂ, ਦਲਿਤਾਂ ਔਰ ਟਰਾਈਬਲਸ ਦੇ ਵਿੱਚ ਇੱਕ ਖੌਫ ਪੈਦਾ ਕਰੋ ਕਿ ਕੋਈ ਆਵਾਜ਼ ਨਾ, ਔਰ ਕਿਉਂਕਿ ਮਾਰ ਦਿੱਤਾ ਹੈ, ਕੋਈ ਹਿਸਾਬ ਕਿਤਾਬ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਕੰਪਨਸੇਸ਼ਨ ਦੀ ਗੱਲ ਨਹੀਂ। ਹੁਣ ਯੂਪੀ ਦੇ ਵਿੱਚ ਆਲਮੋਸਟ ਕਲੋਜ਼ ਟੂ 20% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ ਔਰ 100 ਦੇ ਕਰੀਬ ਯੂਪੀ ਦੇ ਐਸੇ ਡਿਸਟ੍ਰਿਕਟ ਨੇ ਜਿੱਥੇ ਜਿਹੜੀ ਹੈ ਮੁਸਲਮਾਨ ਵੋਟ ਡਿਸਾਈਡ ਕਰਦੀ ਹੈ ਕੌਣ ਜਿੱਤੇਗਾ। ਸੋ ਉੱਥੇ ਜਿਵੇਂ ਬਾਕੀ ਤਾਂ ਚੱਲ ਹੀ ਰਿਹਾ ਲਵ ਜਿਹਾਦ ਦੇ ਥੱਲੇ, ਲਿੰਚਿੰਗਸ ਹੋਰ ਕੀ ਹੋ ਰਹੀਆਂ। ਹੁਣ ਅਸੀਂ ਗੱਲ, ਜੇ ਇਹਨਾਂ ਦੇ ਹੱਥ ਵੈਸਟ ਬੰਗਾਲ ਆ ਜਾਂਦਾ ਹੈ ਤੇ ਉੱਥੇ ਇਸ ਤੋਂ ਵੀ ਬਦਤਰ ਉਹਨਾਂ ਨੇ ਕਰਨਾ ਸੀ, ਕਿਉਂਕਿ ਜੇ ਅਸੀਂ ਪਾਪੂਲੇਸ਼ਨ ਦਾ ਲੈਵਲ ਦੇਖੀਏ, ਵੈਸਟ ਬੰਗਾਲ ਦੇ ਵਿੱਚ ਆਲਮੋਸਟ ਜਿਹੜੀ ਹੈ ਉਹ 32-33% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਲੇਕਿਨ ਇੱਕ ਹੋਰ ਸਟੇਟ ਜਿਹਦਾ ਜ਼ਿਕਰ ਅਸਾਮ ਦੇ ਹਵਾਲੇ ਨਾਲ ਇਹ ਤਾਂ ਹੁੰਦਾ ਹੈ ਜੀ, ਉੱਥੇ ਅਮਿਤ ਸ਼ਾਹ ਗਿਆ, ਉਹਨੇ ਜਾ ਕੇ ਕਿਹਾ ਕਿ ਦੇ ਆਰ ਟਰਮਾਈਟਸ, ਜਿਹੜੇ ਮੁਸਲਮਾਨ ਨੇ ਇਹਨਾਂ ਨੂੰ ਸਿਉਂਕ ਨੇ, ਇਹਨਾਂ ਨੂੰ ਪਾਸਾ ਕਰੋ। ਔਰ ਇਹਦੇ ਬਾਵਜੂਦ ਕਿ ਅਸਾਮ ਦੇ ਲੋਕ ਇਨ ਜਿਹੜਾ ਸੋਲੀਡੈਰਿਟੀ ਸੀਏ ਦੇ ਅਗੇਂਸਟ ਖਲੋਤੇ, ਨਾਟ ਫॉर ਦਾ ਰੀਜ਼ਨ ਕਿ ਉਹ ਮੁਸਲਮਾਨਾਂ ਦੀ ਆਮਦ ਦੇ ਅਗੇਂਸਟ ਸੀ ਕਿ ਜੀ ਉਹ ਆ ਰਹੇ ਨੇ, ਉਹਨਾਂ ਦੇ ਲਈ ਜਿਹੜੇ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਨੇ ਉਹ ਵੀ ਉਹਨੂੰ ਉਨਾ ਹੀ ਡੇਂਜਰ ਸਮਝਦੇ ਨੇ। ਲੇਕਿਨ ਬੀਜੇਪੀ ਨੇ ਅਲਟੀਮੇਟਲੀ ਮੈਨੀਪੂਲੇਟ ਕਰ ਲਈ ਅਸਾਮ ਦੀ ਇਲੈਕਸ਼ਨ, ਐਂਟਾਈ ਮੁਸਲਿਮ ਹੇਟਰੇਡ ਨੂੰ ਵਰਤਿਆ। ਕਾਂਗਰਸ ਨੇ ਜਿਹੜੀ ਇੱਕ ਮੁਸਲਿਮ ਪਾਰਟੀ ਨਾਲ ਅਲਾਈਅੰਸ ਕੀਤਾ ਸੀ ਉਹਨੂੰ ਜਿਹੜਾ ਉਹ ਜਿਹਾਦੀਆਂ ਦੇ ਨਾਲ ਜੋੜ ਦਿੱਤਾ ਔਰ ਬੀਜੇਪੀ ਦੀ ਹਕੂਮਤ ਬਣ ਗਈ ਦੁਬਾਰਾ। ਪਹਿਲਾਂ ਵੀ ਬੀਜੇਪੀ ਦੀ ਸੀ। ਹੁਣ ਜਿਹੜਾ ਉੱਥੇ ਚੀਫ ਮਿਨਿਸਟਰ ਹਿਮੰਤ ਬਿਸਵਾ ਸ਼ਰਮਾ ਬਣਿਆ, ਉਹ ਜੋ ਕੁਝ ਯੂਪੀ ਦੇ ਵਿੱਚ ਆਦਿੱਤਿਆਨਾਥ ਕਾਨੂੰਨ ਦੀ ਜ਼ਦ ਦੇ ਵਿੱਚ ਹੁੰਦਿਆਂ ਵੀ ਬੇਕਾਨੂੰਨੀ, ਗੈਰ ਕਾਨੂੰਨੀ ਕੰਮ ਕਰ ਰਿਹਾ, ਉਹ ਉਹਨੇ ਸ਼ੁਰੂ ਕੀਤਾ ਹੈ। ਤੇ ਉਹਨੇ ਉਹੀ ਫੇਕ ਐਨਕਾਊਂਟਰ, ਝੂਠੇ ਪੁਲਿਸ ਮੁਕਾਬਲੇ, ਔਰ ਉਹਨੂੰ ਉਹ ਜਸਟੀਫਾਈ ਕਰ ਰਿਹਾ ਹੈ। ਪਿਛਲੇ ਦਿਨਾਂ ਦੀ ਉਹਦੀ ਸਟੇਟਮੈਂਟ, ਪੁਲਿਸ ਸ਼ੂਟ ਆਊਟ ਸ਼ੁੱਡ ਬੀ ਦਾ ਪੈਟਰਨ ਇਫ ਅਕਿਊਜ਼ਡ ਟਰਾਈਜ਼ ਟੂ ਫਲੀ। ਹੁਣ ਹੋਇਆ ਕੀ ਹੈ, ਇਹਨੇ ਜਦੋਂ ਦਾ ਟੇਕ ਓਵਰ ਕੀਤਾ ਹੈ, ਸੈਂਕੜਿਆਂ ਜਿਹੜੇ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ ਮੁਸਲਮਾਨ ਯੰਗਸਟਰਸ ਜਿਹੜੇ ਨੇ ਉਹ ਮਾਰ ਦਿੱਤੇ ਨੇ। ਕਿਉਂਕਿ ਹੁਣ ਅਸਾਮ ਦੇ ਵਿੱਚ 40% ਤੋਂ ਜ਼ਿਆਦਾ ਪਾਪੂਲੇਸ਼ਨ ਮੁਸਲਮਾਨਾਂ ਦੀ ਹੈ, ਸਕੈਟਰਡ ਹੈ, ਲੇਕਿਨ ਇਹ ਉਹਨਾਂ ਦੀ ਪਾਪੂਲੇਸ਼ਨ ਹੈ। ਇੱਕ ਜ਼ਮਾਨੇ 'ਚ ਤਾਂ ਉਹ ਮੈਜੋਰਟੀ 'ਚ ਸੀ, ਫਿਰ ਇਹਨਾਂ ਨੇ ਕਿਵੇਂ ਉਹਨੂੰ ਮੈਨੀਪੂਲੇਟ ਕੀਤਾ। ਹੁਣ ਇਹ ਹਿਮੰਤ ਬਿਸਵਾ ਸ਼ਰਮਾ ਕਹਿ ਰਿਹਾ ਪੁਲਿਸ ਨੂੰ ਕਿ ਵੀ ਜੇ ਕੋਈ ਭੱਜਣਾ, ਹੁਣ ਭੱਜਣ ਦਾ ਮਤਲਬ ਇਹ ਜਦੋਂ ਐਨਕਾਊਂਟਰ ਬਣਾਉਂਦੇ ਨੇ ਕਹਾਣੀ ਤਾਂ ਇਹੀ ਬਣਾਉਂਦੇ ਨੇ ਕਿ ਜੀ ਅਸੀਂ ਗ੍ਰਿਫਤਾਰ ਕੀਤਾ, ਉਹਨੂੰ ਪੇਸ਼ੀ ਲਈ ਲਿਜਾ ਰਹੇ ਸੀ, ਉਹਨੇ ਦੋਸ਼ੀ ਨੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਔਰ ਅਸੀਂ ਸੈਲਫ ਡਿਫੈਂਸ ਮਾਰਤਾ। ਫਿਰ ਹੁੰਦਾ ਜੀ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਪੰਜਾਬ ਦੇ ਵਿੱਚ ਐਨਕਾਊਂਟਰ ਬਣਾਉਣ ਲੱਗੇ। ਹੁਣ ਇਹ ਹਿਮੰਤ ਬਿਸਵਾ ਇਹ ਕਹਿ ਰਿਹਾ ਕਿ ਵੀ ਕਿਉਂਕਿ ਉੱਤੇ ਸਵਾਲ ਚੁੱਕਿਆ ਗਿਆ, ਉਹਨੇ ਕਿਹਾ ਜੀ ਜਸਟੀਫਾਈਂਗ the series of encounters in Assam since he assumed office, Chief Minister Himant Biswa Sarna on Monday asserted that shooting at criminals should be the pattern. ਕਿ ਇਹ ਤਾਂ ਆਮ ਹੋਣਾ ਚਾਹੀਦਾ ਹੈ, ਹਰ ਥਾਂ ਹੋਣਾ ਚਾਹੀਦਾ, ਕ੍ਰਿਮੀਨਲਸ ਨੂੰ ਮਾਰ ਦਿਓ। ਜੇ ਭੱਜਣ ਦੀ ਕੋਈ, ਹੁਣ ਜੇ ਉਸ ਲਈ ਲਾਇਆ ਕਿ ਕੱਲ ਨੂੰ ਉਹਨੂੰ ਇਹ ਨਾ ਹੋਏ ਕਿ ਵੀ ਤੂੰ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਐਕਸ਼ਨ ਦੀ ਹਮਾਇਤ ਕਰ ਰਹੇ। ਔਰ ਇਹ ਉਹਨਾਂ ਨੇ ਕਿਹਾ ਕਿ ਰਾਈਜ਼ਿੰਗ ਨੰਬਰ ਆਫ ਐਨਕਾਊਂਟਰਸ which have seen at least a dozen suspected insurgents and criminals being shot dead, ਇਹ ਜਿਹੜਾ has whipped up a political furor in Assam। ਕਿ ਵੀ ਪਿਛਲੇ ਦਿਨਾਂ 'ਚ ਦਰਜਨਾਂ ਐਨਕਾਊਂਟਰਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ
ਨੌਜਵਾਨ ਨੇ ਉਹ ਮਾਰੇ ਨੇ। ਔਰ ਉਹ ਇਹ ਕਹਿ ਰਿਹਾ ਕਿ ਵੀ ਜੇ ਕੋਈ ਗਨ ਖੋ ਕੇ ਦੌੜਨਾ ਚਾਹੁੰਦਾ ਹੈ ਇਹ ਉਹ ਉਧਰ ਇਹੀ ਤਰੀਕਾ ਹੈ ਕਿ ਵੀ ਉਹਨੂੰ ਜਿਹੜਾ ਮਾਰੋ ਔਰ ਮਾਰ ਕੇ ਉਹਨੂੰ ਖਤਮ ਕਰੋ, ਜਿਹੜਾ ਫੇਸ ਟੂ ਫੇਸ ਉਹ ਇਹ ਗੱਲਬਾਤ ਦੇ ਵਿੱਚ ਉਹਨੂੰ ਜਸਟੀਫਾਈ ਕਰ ਰਿਹਾ। when someone asked me, ਇਹ ਉਹਦਾ ਸਟੇਟਮੈਂਟ ਹੈ, whether shooting incidents are becoming a pattern in the state, I replied, shooting should be the pattern if it involved a criminal trying to escape। ਹੁਣ ਮਤਲਬ ਇਹ ਲੀਗਲੀ ਇਲੈਕਟਡ ਬੰਦਾ ਜਿਹੜਾ ਹੈ ਉਹ ਇਸ ਨੂੰ ਜਸਟੀਫਾਈ ਕਰ ਰਿਹਾ ਹੈ। ਸੋ ਅਸੀਂ ਇਹ ਦੇਖ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸਾਮ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਐਲੀਮੀਨੇਟ ਕੀਤੇ ਜਾਣਗੇ ਯੰਗਸਟਰਸ। ਸੋ ਕੱਲਾ ਇਹ ਨਹੀਂ ਹੈ ਕਿ ਵੀ ਹੁਣ ਦੂਸਰਾ ਹੁੰਦਾ ਜੀ ਜੇ ਉਹ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ ਤੇ ਸੁਪਰੀਮ ਕੋਰਟ ਉਹਦਾ ਕਿਉਂ ਨਹੀਂ ਕੋਗਨੀਜ਼ੈਂਸ ਲੈਂਦਾ। ਹੁਣ ਇੱਕ ਲਾਅ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਸੈਕਸ਼ਨ 60A ਆਫ IT ਐਕਟ, ਇਸ ਨੂੰ ਲਗਭਗ ਜਿਹੜਾ ਉਹ ਕਿੰਨੇ ਸਾਲ ਪਹਿਲਾਂ ਆਲਮੋਸਟ ਜਿਹੜਾ 6 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਹਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਸੀ ਕਿ ਵੀ ਇਹ ਅਨਕਨਸਟੀਟਿਊਸ਼ਨਲ ਹੈ, ਪਰ ਅਜੇ ਵੀ ਇਸ ਦੇ ਉੱਤੇ ਕੇਸ ਰਜਿਸਟਰ ਹੋ ਰਹੇ ਨੇ। ਇਹਦੇ ਬਾਵਜੂਦ ਔਰ distressing and shocking that people are still tried under section 66A of IT Act, says Supreme Court। ਹੁਣ 6 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਅਨਕਨਸਟੀਟਿਊਸ਼ਨਲ ਹੈ ਔਰ ਪਰਸੋਂ ਸੁਪਰੀਮ ਕੋਰਟ found it distressing and shocking and terrible that people were still booked and tried under section 66A of Information Technology Act even 6 years after Supreme Court struck down the provision as unconstitutional and a violation of free speech। ਹੁਣ ਇਹ ਤੁਸੀਂ ਦੇਖ ਲਓ ਵੀ ਆਵਾਜ਼ ਕਿਸ ਹੱਦ ਤੱਕ ਕਰਸ਼ ਕੀਤੀ ਜਾ ਰਹੀ ਹੈ। 6 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਜਿਹਨੂੰ ਅਨਕਨਸਟੀਟਿਊਸ਼ਨਲ ਕਹਿ ਕੇ ਕਿਹਾ ਕਿ ਵੀ ਇਹਦੇ ਤੇ ਨਹੀਂ, ਉਹਦੇ ਤੇ ਅਜੇ ਵੀ ਕੇਸ ਰਜਿਸਟਰ ਹੋ ਰਹੇ ਨੇ। ਸੋ ਮੈਂ ਜਦੋਂ ਇਹ ਕਿਹਾ ਕਿ ਵੀ ਇਹ ਡੈਮੋਕ੍ਰੇਸੀ ਤੁਸੀਂ ਉਹਨੂੰ ਐਲਾਨ ਕਰ ਦਿਓ ਕਿ ਹਿੰਦੂਤਵਾਦੀ ਡਿਕਟੇਟਰਸ਼ਿਪ ਹੈ, ਐਟਲੀਸਟ ਧੋਖਾ ਨਾ ਕਰੋ, ਡੈਮੋਕ੍ਰੇਸੀ ਲਫ਼ਜ਼ ਨੂੰ ਬਦਨਾਮ ਨਾ ਕਰੋ। ਫਿਰ ਲੋਕਾਂ ਨੇ ਦੇਖਣਾ ਉਹਨਾਂ ਨੇ ਹਿੰਦੂਤਵਾਦੀ ਡਿਕਟੇਟਰਸ਼ਿਪ ਥੱਲੇ ਰਹਿਣਾ ਕਿ ਨਹੀਂ। ਪਰ ਇਹਦੇ ਬਾਵਜੂਦ ਜਦੋਂ ਤੁਸੀਂ ਉਹਨਾਂ ਦਾ ਨੈਰੇਟਿਵ ਦੇਖੋਗੇ ਦੁਨੀਆ 'ਚ ਆ ਕੇ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਤੇ ਉਹ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦਾ ਸੀ ਮਾਈ ਫੁੱਟ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਆਪਣੀ ਵਜ਼ਾਰਤ ਦਾ ਵਿਸਥਾਰ ਕੀਤਾ ਹੈ ਔਰ ਲਗਭਗ ਅੱਧੇ ਮੰਤਰੀ ਜਿਹੜੇ ਨੇ ਉਹ ਬਦਲ ਦਿੱਤੇ ਗਏ ਹਨ, ਪਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਰਹਿਣ ਦਿੱਤਾ ਗਿਆ ਹੈ। ਸਰਕਾਰੀ ਵਜ਼ੀਰਾਂ ਵੱਲੋਂ
ਜ਼ੋਰ ਸ਼ੋਰ ਨਾਲ 3 ਖੇਤੀਬਾੜੀ ਕਾਨੂੰਨਾਂ ਨੂੰ ਜਾਇਜ਼ ਜਿਹੜਾ ਉਹ ਠਹਿਰਾਇਆ ਗਿਆ ਹੈ। ਸੋ ਇਉਂ ਲੱਗਦਾ ਹੈ ਕਿ ਮੋਦੀ ਸਰਕਾਰ ਟਕਰਾਅ ਦੇ ਰਸਤੇ ਨੂੰ ਪਹਿਲ ਦੇ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਕੱਲ ਸਾਡੇ ਇੱਕ ਵਿਊਅਰ ਨੇ ਪੁੱਛਿਆ ਕਿ ਜੀ ਮੋਦੀ ਨੇ ਆਪਣੇ ਅੱਧੇ ਮਿਨਿਸਟਰ ਬਦਲ ਦਿੱਤੇ, ਨਵੇਂ ਲਿਆਂਦੇ, ਇੰਨੇ ਦਲਿਤ, ਇੰਨੇ ਬੈਕਵਰਡ ਕਲਾਸ ਦੇ, ਇੰਨੀਆਂ ਬੀਬੀਆਂ, ਤੁਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕੀਤਾ। ਮੈਂ ਕਿਹਾ ਜੀ ਗੱਲ ਇਹ ਹੈ ਕਿ ਵੈਸੇ ਤਾਂ ਇੱਕ ਐਕਸਪ੍ਰੈਸ਼ਨ ਅੰਗਰੇਜ਼ੀ ਵਾਲੇ ਇਸਤੇਮਾਲ ਕਰਦੇ ਨੇ ਕਿ ਵੀ ਨਵੀਆਂ ਬੋਤਲਾਂ 'ਚ ਪੁਰਾਣੀ ਸ਼ਰਾਬ, ਤੇ ਦੂਸਰਾ ਇਹ ਹੈ ਕਿ ਵੀ ਇਹ ਆਪਣੇ ਆਪ ਦੇ ਵਿੱਚ ਮੋਦੀ ਹਕੂਮਤ ਦੀ ਇੱਕ ਫੇਲਿਅਰ ਨੂੰ ਐਕਨੋਲਜ ਕਰਨਾ ਵੀ ਹੈ, ਜਿਵੇਂ ਕਾਂਗਰਸ ਜਾਂ ਆਪੋਜੀਸ਼ਨ ਨੇ ਵੀ ਲਿਆ ਕਿ ਉਹੀ ਹਰਸ਼ਵਰਧਨ ਜਿਹੜਾ ਹੈਲਥ ਮਿਨਿਸਟਰ ਖੁਦ ਡਾਕਟਰ ਔਰ ਰਾਮਦੇਵ ਨੂੰ ਨਾਲ ਖੜਾ ਕਰਕੇ ਕੋਰੋਨਿਲ ਦੀ ਕਿੱਟ ਵੇਚ ਰਿਹਾ ਕਿ ਜੀ ਇਹ ਸਭ ਇਲਾਜ ਕਰ ਦਿੰਦਾ ਹੈ, ਉਹਨੂੰ ਜਾਣਾ ਪਿਆ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਉਹ ਸਾਰੀ ਫੇਲਿਅਰ ਹੋਈ। ਔਰ ਜਿਹਨੇ ਮੋਦੀ ਨੂੰ ਫੋਲੋ ਕੀਤਾ 2002 ਤੋਂ, ਜਦੋਂ 2001 ਦੇ ਵਿੱਚ ਚੀਫ ਮਿਨਿਸਟਰ ਬਣਦਾ ਗੁਜਰਾਤ ਦਾ, ਉਹਨੇ ਕਿਹਾ ਜੀ ਇਹਦਾ ਇਹੀ ਪੈਟਰਨ ਸੀ ਕਿ ਇਹਦੀ, ਕਿਉਂਕਿ ਹੈ ਤਾਂ ਇੱਕੋ ਹੀ ਮੰਤਰੀ ਹੈ, ਬਾਕੀ ਤਾਂ ਸੰਤਰੀ ਨੇ, ਨੀਤੀਆਂ ਤਾਂ ਮੋਦੀ ਦੀਆਂ ਹੀ ਨੇ, ਪਰ ਜਦੋਂ ਇਹ ਫੇਲ ਹੁੰਦਾ ਹੈ ਤੇ ਜਿਹੜੇ ਅੱਗੇ ਇਹਦੀਆਂ ਨੀਤੀਆਂ ਲਾਗੂ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਜ਼ਿੰਮੇਵਾਰ ਦੱਸ ਕੇ ਚਿਹਰਾ ਬਦਲ ਦੇਣ ਦੀ ਗੱਲ ਕਰਦਾ ਕਿ ਲੋਕਾਂ 'ਚ ਕੋਈ ਗੁੱਸਾ ਘਟ ਜਾਏ ਕਿ ਜੀ ਇਹ ਨਹੀਂ ਆਈਟੀ ਵਾਲਾ ਕੱਢਤਾ, ਹਰਸ਼ਵਰਧਨ ਕੱਢਤਾ, ਨਵਿਆਂ ਨੂੰ ਕਰਤਾ ਔਰ ਇਹ ਸਾਰਾ ਕਰਤਾ। ਸੋ ਉਹਨਾਂ ਨੇ ਕਿਹਾ ਜੀ ਅਲਟੀਮੇਟਲੀ ਪਹਿਲਾਂ ਵੀ ਮੋਦੀ ਅਮਿਤ ਸ਼ਾਹ ਦੀ ਲਾਈਨ ਸੀ, ਹੁਣ ਵੀ ਉਹੀ ਹੈ। ਸੋ ਇਹਦੇ ਨਾਲ ਕੋਈ ਜੇਲ੍ਹ ਮੈਨੂਅਲ ਉਹੀ ਹੈ, ਜੇਲ੍ਹ ਦਾ ਗਾਰਡ ਬਦਲ ਗਿਆ ਤੇ ਉਹਦੇ ਨਾਲ ਕੋਈ ਮੈਨੂਅਲ ਨਹੀਂ ਬਦਲਦੀ ਹੈ। ਸੋ ਅਸੀਂ ਵੀ ਇਸੇ ਲਈ ਇਹਦਾ ਨੋਟਿਸ ਨਹੀਂ ਸੀ ਲਿਆ, ਲੇਕਿਨ ਇੱਕ ਜਿਹੜੀ ਆਸ ਕਿਸੇ ਨੂੰ ਸੀ ਕਿ ਸ਼ਾਇਦ ਕਈ ਵਾਰ ਬੰਦਾ ਗਲਤੀਆਂ ਤੋਂ ਵੀ ਸਿੱਖਦਾ ਹੈ ਜਾਂ ਇਹ ਰਿਅਲਾਈਜ਼ ਕਰਦਾ ਹੈ ਵੀ ਕਿੰਨਾ ਵੱਡਾ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਕਿਸਾਨ ਲਹਿਰ ਦੇ ਹਵਾਲੇ ਨਾਲ। ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਜੇ ਐਗਰੀਕਲਚਰ ਮਿਨਿਸਟਰ ਕੋਈ ਇਸ ਕਿਸਮ ਦਾ ਲਿਆਂਦਾ ਜਾਂਦਾ ਹੈ ਜਿਹੜਾ ਗੱਲਬਾਤ ਨੂੰ ਅੱਗੇ ਤੋਰਨ ਦੀ ਗੱਲ ਕਰੇ, ਤੇ ਫਿਰ ਇਹ ਵੀ ਨਜ਼ਰ ਆਏਗਾ ਕਿ ਜੀ ਮੋਦੀ ਨੇ ਰਿਲੈਂਟ ਕੀਤਾ ਹੈ ਔਨ ਦਾ ਫਾਰਮਰਸ ਇਸ਼ੂ। ਹੁਣ ਬਾਕੀ ਸਾਰੇ ਪ੍ਰੋਮੀਨੈਂਟ ਫੇਸਿਸ ਜਿਹੜੇ ਨੇ ਉਹ ਉਹਨੇ ਬਦਲੇ ਨੇ, ਜਿਹੜੇ ਲੋਅਰ ਲੈਵਲ ਦੇ ਸੀ ਕਈ ਸਟੇਟ ਮਿਨਿਸਟਰ ਉਹਨਾਂ ਨੂੰ ਅਪ ਬਣਾਇਆ, ਬਟ ਇੱਕ ਵੱਡਾ ਸੀਨੀਅਰ ਉਹਨਾਂ 'ਚ ਆਰਐਸਐਸ ਕਾਡਰ ਵੀ ਹੈ, ਤਾਂ ਸਾਰੇ ਆਰਐਸਐਸ ਹੁੰਦੇ ਨੇ, ਇੱਕ ਓਵਰ ਜ਼ੈਲਸ ਜਿਹੜਾ ਕੈਡਰ ਹੈ। ਲੇਕਿਨ ਐਗਰੀਕਲਚਰ ਮਿਨਿਸਟਰ ਦੇ ਤੌਰ ਤੇ ਨਰਿੰਦਰ ਤੋਮਰ ਨੂੰ ਹੀ ਰਹਿਣ ਦਿੱਤਾ ਗਿਆ। ਹੁਣ ਇਹਦੇ ਚੋਂ ਜਿਹੜੇ ਲੋਕ ਪੋਲੀਟੀਕਲ ਐਨਾਲਿਸਿਸ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਇਹਦਾ ਮਤਲਬ ਇਹ ਹੈ ਕਿ ਉਹ ਕਿਸਾਨਾਂ ਦੇ ਨਾਲ ਲਗਾਤਾਰ ਕਨਫਰੰਟੇਸ਼ਨ ਦੀ ਨੀਤੀ ਨੂੰ ਜਾਰੀ ਰੱਖਣਾ ਚਾਹੁੰਦਾ। ਔਰ ਤੋਮਰ ਨੇ ਈਵਨ ਮੰਤਰੀ ਮੰਡਲ ਦੇ ਵਿਸਤਾਰ ਜਾਂ ਉਹਦੀ ਐਕਸਪੈਂਸ਼ਨ ਤੋਂ ਪਹਿਲਾਂ ਵੀ ਇਹੀ ਬਿਆਨ ਕੀਤਾ ਹੈ। ਉਹਨੇ ਕਿਹਾ ਜੀ ਗੱਲਬਾਤ ਹੋ ਸਕਦੀ ਹੈ ਪਰ ਕਾਨੂੰਨਾਂ ਨੂੰ ਬਦਲਣ ਤੋਂ ਬਿਨਾਂ ਹੋਰ ਜਿਹੜੀ ਮਰਜ਼ੀ ਕਰ ਉਹ ਤਾਂ ਗੱਲ ਹੀ ਨਹੀਂ ਰਹਿੰਦੀ ਹੈ। ਸੋ ਉਹਦੀ ਡਿਫਾਈਂਸ ਜਿਹੜੀ ਹੈ ਉਸ ਨੂੰ ਐਜ਼ ਏ ਸਟਰੈਂਥ ਮੰਨ ਕੇ ਹੀ ਉਸ ਨੂੰ ਰਿਟੇਨ ਕੀਤਾ ਗਿਆ। ਸੋ ਵਿਦਨ ਕਿਸਾਨ ਜਥੇਬੰਦੀਆਂ ਦੇ ਆਪਣੇ ਉਹ ਵੀ ਅੱਡ ਰਾਗ ਅਲਾਪ ਰਹੇ ਨੇ, ਜਿਵੇਂ ਗੁਰਨਾਮ ਸਿੰਘ ਚੜੂਨੀ ਜਿਹੜਾ ਹਰਿਆਣੇ ਤੋਂ ਹੈ, ਗੁੱਡ ਆਰਗੇਨਾਈਜ਼ਰ, ਹਰਿਆਣੇ 'ਚ ਸਭ ਤੋਂ ਜ਼ਿਆਦਾ ਖੱਟਰਤਾ ਜੇ ਨੀਂਦ ਹਰਾਮ ਕੀਤੀ ਹੋਈ ਹੈ ਤੇ ਚੜੂਨੀ ਔਰ ਉਸ ਦੇ ਐਕਸ਼ਨਸ ਨੇ ਕੀਤੀ ਹੋਈ ਹੈ, ਔਰ ਉਹਦੀ ਚੰਗੀ ਕਮਾਂਡ ਹੈ ਆਪਣੇ ਜਾਟਾਂ ਦੇ ਉੱਤੇ ਵੀ। ਲੇਕਿਨ ਉਹਨੇ ਜਦੋਂ 2 ਦਿਨ ਪਹਿਲਾਂ ਇੱਕ ਟਵੀਟ ਆਪਣਾ ਜਾਂ ਉਹ ਬਿਆਨ ਦਿੱਤਾ, ਉਹਨੇ ਕਿਹਾ ਜੀ ਕਿ ਵੀ ਇਹ ਇਕੱਲਾ ਤੁਸੀਂ ਵੈਸਟ ਬੰਗਾਲ 'ਚ ਗਏ ਕਿ ਜੀ ਬੀਜੇਪੀ ਨੂੰ ਹਰਾਓ, ਬੀਜੇਪੀ ਹਾਰ ਗਈ, ਉਹਦੇ ਨਾਲ ਕੋਈ ਤਬਦੀਲੀ ਥੋੜੀ ਹੋ ਗਈ। ਉਹਨੇ ਆਪਣੇ ਵੱਲੋਂ ਇਹ ਕਿਹਾ ਕਿ ਜੀ ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ 'ਚ ਅਸੀਂ ਮਜ਼ਬੂਤ ਹੈ ਔਰ ਕਿਸਾਨ ਪਾਰਟੀ ਜਿਹੜੀ ਹੈ ਉਹ ਚੋਣਾਂ ਲੜੇ, ਸਾਡੀ ਸਰਕਾਰ ਹੋਏਗੀ, ਫਿਰ ਅਸੀਂ ਦੇਖਾਂਗੇ। ਉਹ ਇੱਕ ਰੋਲ ਮਾਡਲ ਉਹਨੇ ਇੱਕ ਆਪਣਾ ਜਿਹੜਾ ਡ੍ਰੀਮ ਦੱਸਿਆ ਵੀ ਇਵੇਂ ਹੋ ਸਕਦਾ। ਨਾਲ ਦੀ ਨਾਲ ਜਿਹੜਾ ਉਹ ਸੰਯੁਕਤ ਕਿਸਾਨ ਮੋਰਚਾ ਸੋ ਕਾਲਡ ਹੈ, ਉਹਨਾਂ ਨੇ ਕਿਹਾ ਜੀ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ, ਅਸੀਂ ਇਸ ਕਿਸਮ। ਸੋ ਮਤਲਬ ਇਹ ਹੈ ਵੀ ਉਹ ਵੀ ਪ੍ਰੋਲੋਂਗ ਵੀ ਇਸ ਲਈ ਕਰ ਰਹੇ ਨੇ ਔਰ ਸ਼ਾਇਦ ਕੁਛ ਐਸੀਆਂ ਚੀਜ਼ਾਂ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ, ਹਕੂਮਤ ਨੂੰ ਪਤਾ ਹੈ ਕਿਉਂਕਿ ਉਹਨਾਂ ਦੇ ਤਾਂ ਸਾਰੇ ਇੰਟੈਲੀਜੈਂਸ ਏਜੰਟ ਵੀ ਉੱਥੇ ਹੀ ਹੁੰਦੇ ਨੇ ਜਾਂ ਪਤਾ ਨਹੀਂ ਨਾ ਜੋ ਕਿੰਨੇ ਉਹਨਾਂ ਦੇ ਏਜੰਟ ਨੇ। ਸੋ ਸਾਨੂੰ ਤਾਂ ਲੱਗਦਾ ਹੈ ਕਿ ਭਾਈ ਇੰਨੀ ਕੰਟੀਨਿਊਟੀ, ਲੰਬਾ ਵਕਤ, ਇਹ ਉਹ ਜਿਹੜਾ ਹੈ ਵੀ ਹੈ, ਪਰ ਉੱਥੇ ਉਹਨਾਂ ਦੀ ਕੋਈ ਨਾ ਕੋਈ ਐਸੀ ਐਚਲੀਜ਼ ਹੀਲ ਹੈ, ਕੋਈ ਉਹਨਾਂ ਦੀ ਰਾਵਣ ਦੀ ਧੁੰਨੀ ਹੈ ਜਿਹਦੇ 'ਚ ਉਹਨਾਂ ਨੂੰ ਪਤਾ ਹੈ ਵੀ ਤੀਰ ਮਾਰਨਾ। ਇਸ ਲਈ ਸਰਕਾਰ ਨੇ ਉਹਦੇ 'ਤੇ ਕੋਈ ਜਿਹੜੀ ਹੈ ਉਹ
ਬੈਕ ਸਟੈਪ ਲੈਣ ਵਾਲੀ ਲਾਈਨ ਨਹੀਂ ਲੱਗਦੀ। ਫਿਰ ਜੇ ਮਿਨਿਸਟਰ ਉਹੀ ਰੱਖਿਆ, ਦੂਸਰਾ ਜਿਹਨੂੰ ਪੂਰਾ ਐਲੀਵੇਟ ਕਰਕੇ ਮਿਨਿਸਟਰ ਬਣਾਇਆ ਅਨੁਰਾਗ ਠਾਕੁਰ, ਜੀ ਇਹ ਹਮੀਰਪੁਰ ਦਾ ਰਹਿਣ ਵਾਲਾ, ਪਰ ਇਹਦੇ ਪੰਜਾਬ ਨਾਲ ਜਲੰਧਰ ਦੁਆਬਾ ਕਾਲਜ 'ਚ ਪੜ੍ਹਿਆ, ਸਟੇਟ ਮਿਨਿਸਟਰ ਸੀ। ਹਾਲਾਂ ਜਦੋਂ ਸ਼ਾਹੀਨ ਬਾਗ ਪ੍ਰੋਟੈਸਟ ਦੇ ਵੇਲੇ ਕਪਿਲ ਮਿਸ਼ਰਾ ਤੋਂ ਬਾਅਦ ਜੇ ਸਭ ਤੋਂ ਡੇਂਜਰਸ ਐਂਟਾਈ ਮੁਸਲਮਾਨ ਸਟੇਟਮੈਂਟ ਦਿੱਤੀ ਸੀ ਤਾਂ ਇਹਨੇ ਦਿੱਤੀ ਸੀ, ਯਾਨੀ ਪੂਰੀ ਤਰ੍ਹਾਂ ਹਾਲਾਂ ਰਾਜਪੂਤ ਬੈਕਗਰਾਊਂਡ ਹੈ, ਲੇਕਿਨ ਇਹ ਜਿਵੇਂ ਖੜੇ ਕਰ ਰਹੇ ਨੇ, ਜੇ ਹੁਣ ਰਾਜਨਾਥ ਸਿੰਘ ਨੂੰ ਕੋਈ ਡੋਮੀਨੇਟ ਰੋਲ ਨਹੀਂ ਹੈ ਤੇ ਉਹਨਾਂ 'ਚੋਂ ਉਹਨਾਂ ਨੂੰ ਖੜੇ ਕਰ ਰਹੇ ਨੇ। ਔਰ ਇਹਨੇ ਜਿਹੜਾ ਅਨੁਰਾਗ ਠਾਕਰ ਨੇ ਟ੍ਰਿਬਿਊਨ ਨੂੰ ਇੰਟਰਵਿਊ ਦਿੱਤਾ, ਔਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਫਾਰਮਰਸ, ਕਿਉਂਕਿ ਹੁਣ ਉਹਦਾ ਸੰਬੰਧ ਹਿਮਾਚਲ ਨਾਲ ਹੈ, ਲੇਕਿਨ ਜਲੰਧਰ 'ਚ ਅਜੇ ਵੀ ਉਹਦੀ ਫੈਮਿਲੀ ਵੀ, ਉਹਦਾ ਪਿਓ ਵੀ ਜਿਹੜਾ ਠਾਕੁਰ, ਉਹ ਪੰਜਾਬ ਨਾਲ ਸੰਬੰਧਿਤ ਰਿਹਾ, ਇਹਨਾਂ ਦੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਪੰਜਾਬ 'ਚ ਖਰੀਦੀਆਂ ਹੋਈਆਂ ਨੇ। ਪਰ ਹੁਣ ਤੁਸੀਂ ਇਹਦੇ ਇੰਟਰਵਿਊ ਦੀ ਹੈਡਲਾਈਨ ਜਿਹੜੀ ਟ੍ਰਿਬਿਊਨ ਨੇ ਦਿੱਤੀ, ਵੈਸਟਡ ਇੰਟਰਸਟਸ launched misinformation campaign tried to mislead farmers and Anurag Thakur. The historical farm laws will benefit every single farmer of this nation. ਹੁਣ ਉੱਥੇ ਉਹਨੂੰ ਰੱਖਣਾ ਤੇ ਅਨੁਰਾਗ ਠਾਕਰ ਤੋਂ ਹੁਣ ਇਹ ਕਹਾ ਰਹੇ ਨੇ ਕਿ ਜੀ ਇਹ ਜਿਹੜਾ ਇਹ ਬਿਲਕੁਲ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ, ਮਿਸ ਇਨਫੋਰਮੇਸ਼ਨ ਕੈਂਪੇਨ ਹੈ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਰ ਇਹ ਜਿਹੜੇ ਕਾਨੂੰਨ ਨੇ ਤਿੰਨੋਂ ਖੇਤੀ ਕਾਨੂੰਨ, ਇਹ ਕਿਸਾਨਾਂ ਦੇ ਫਾਇਦੇ 'ਚ ਨੇ। ਔਰ ਉਹਨੇ ਕਿਹਾ ਕਿ ਜੀ ਪੀਪਲ ਵਿਦ ਮੈਲੀਸ਼ੀਅਸ ਇੰਟੈਂਸ਼ਨਸ ਵਿਲ ਨੈਵਰ ਸਕਸੀਡ ਇਨ ਡਿਸਰਪਟਿੰਗ ਦਾ ਪੀਸ ਐਂਡ ਹਾਰਮਨੀ ਆਫ ਇੰਡੀਆ। ਉਹੀ ਦੇਸ਼ ਦਰੋਹੀ ਵੀ ਬਣਾਤਾ, ਉਹਨੇ ਕਿਹਾ ਵੀ ਮਿਸਲੀਡ ਵੀ ਕੀਤਾ ਹੈ, ਔਰ ਇਸੇ ਕਰਕੇ ਇਹ ਸਾਰੇ ਇਕੱਠੇ ਹੋਏ ਨੇ ਔਰ ਉਹਨਾਂ ਦੀਆਂ ਮਾੜੀਆਂ ਇੰਟੈਂਸ਼ਨਸ ਨੇ ਉਹ ਪੀਸ ਐਂਡ ਹਾਰਮਨੀ, ਉਹ ਭਾਰਤ ਦੀ ਜਿਹੜੀ ਅਮਨ ਔਰ ਆਪਸੀ ਹੈ ਸਦਭਾਵਨਾ, ਉਹਨੂੰ ਡਿਸਟਰੋਏ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਕਨਫਰੰਟੇਸ਼ਨ ਦਾ ਪਾਥ ਤਾਂ ਰਹੇਗਾ ਹੀ, ਪਰ ਜਿਨ੍ਹਾਂ ਨਾਲ ਕਨਫਰੰਟੇਸ਼ਨ ਹੈ, ਜੇ ਉਹੀ ਜਿਹਨੂੰ ਕਹਿੰਦੇ ਨੇ ਕਿ ਵਣ ਦੀ ਲੱਕੜ ਤਾਂ ਪਹਿਲਾਂ ਹੀ ਸੀ, ਪਰ ਚਲੋ ਜੇ ਵਣ ਦੀ ਲੱਕੜ ਵੀ ਹੋਏ, ਇੱਕ ਉਹਨੂੰ ਮੁੱਠੇ ਦੇ ਵਿੱਚ ਬੰਨ੍ਹ ਲਿਆ ਜਾਏ ਤੇ ਉਹ ਤਾਕਤ ਬਣ ਜਾਂਦੀ ਹੈ। ਲੇਕਿਨ ਇੱਥੇ ਤਾਂ ਐਂ ਲੱਗਦਾ ਵੀ ਜਿਹਦੇ ਕੋਲ ਜਿਹੜੀ ਲੱਕੜ ਆ ਉਹ ਸਮਝਦਾ ਹੈ ਕਿ ਸਾਰਾ ਜੰਗਲ ਹੀ ਮੇਰਾ ਹੈ, ਔਰ ਇਸ ਐਟੀਟਿਊਡ ਦੇ ਨਾਲ ਹਕੂਮਤ ਜਿਹੜੀ ਹੈ ਉਹ ਕ੍ਰਸ਼ ਕਰਨ ਦੇ ਮੂਡ 'ਚ ਹੀ ਹੈ। ਪਰ ਉਹ ਕਹਿੰਦੇ ਨੇ ਵੀ ਬਜਾਏ ਕਿ ਇੱਕ ਝਟਕੇ 'ਚ ਕ੍ਰਸ਼ ਕਰਨ ਦੇ, ਇਹਨਾਂ ਨੂੰ ਸਲੋ ਡੈਥ ਦਿਓ, ਖੁੱਲੀ ਜਿਹੜੀ ਹੈ ਉਹ ਰੱਸੀ ਛੱਡ ਦਿਓ ਕਿ ਵੀ ਇਹ ਆਪਣੀ ਮੌਤ 'ਤੇ ਆਪ ਹੀ ਮਰ ਜਾਣ। ਸੋ ਇਹ ਕੋਈ ਬਹੁਤੀ ਇਹਦੇ 'ਚੋਂ ਕੁਝ ਨਿਕਲਣ ਦੀ ਆਸ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ, ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਬਈ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਭ ਪਾਸਿਓਂ ਸ਼ਲਾਘਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਨਸਾਨੀਅਤ ਦਾ ਕੇਂਦਰ ਬਣਿਆ ਇਹ ਗੁਰਦੁਆਰਾ ਕੋਵਿਡ-19 ਦੇ ਕਹਿਰ ਦੇ ਦੌਰਾਨ ਵੀ ਹਜ਼ਾਰਾਂ ਲੋਕਾਂ ਨੂੰ ਜ਼ਰੂਰੀ ਜਿਹੜੀਆਂ ਸੇਵਾਵਾਂ ਉਹ ਪ੍ਰਦਾਨ ਕਰਦਾ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਜਾਂ ਸਿੱਖ ਕੌਮ ਦੀ ਸੇਵਾ ਦੇ ਆਸਪੈਕਟ ਦੀ ਗੱਲ ਹੁੰਦੀ ਹੈ ਤੇ ਸਾਡਾ ਸਿਰ ਬਾਬਾ ਗੁਰੂ ਨਾਨਕ ਸਾਹਿਬ ਦੀ ਉਸ ਮਹਾਨ ਵਿਚਾਰਧਾਰਾ ਦੇ ਅੱਗੇ ਬਾਰ-ਬਾਰ ਝੁਕਦਾ। ਇੱਕ ਫਖਰ ਵੀ ਮਹਿਸੂਸ ਹੁੰਦਾ ਹੈ ਕਿ ਕਿਵੇਂ ਇਨਸਾਨੀਅਤ, ਹਿਊਮੈਨਿਟੇਰੀਅਨਿਜ਼ਮ ਇਹ ਸਿੱਖੀ ਦਾ ਕੋਰ ਹੈ ਜੀ, ਸਿੱਖੀ ਦਾ ਬੇਸ ਹੈ, ਆਧਾਰ ਹੈ। ਔਰ ਸਾਡੀ ਅਰਦਾਸ ਦੋ ਵੇਲੇ ਦੀ ਦੁਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਜਦੋਂ ਕੋਵਿਡ-19 ਦਾ ਕ੍ਰਾਈਸਿਸ ਸ਼ੁਰੂ ਹੁੰਦਾ ਹੈ 1919 ਦੇ ਵਿੱਚ ਹੀ ਜ਼ਾਹਰ ਹੈ, ਔਰ ਕਿਵੇਂ ਦੁਨੀਆ ਭਰ ਦੇ ਵਿੱਚ ਸਾਡੇ ਗੁਰਦੁਆਰੇ ਆਪਣੇ ਆਪ ਦੇ ਵਿੱਚ ਇੱਕ ਸ਼ੈਲਟਰ ਪਲੇਸ ਜਿਹੜੇ ਕਹੇ ਜਾਂ ਜਦੋਂ ਗੁਰਦੁਆਰੇ ਦਾ ਕਨਸੈਪਟ ਆਉਂਦਾ ਹੈ ਫਿਰ ਇਹ ਹੈ ਕਿ ਨਿਸ਼ਾਨ ਸਾਹਿਬ ਹਰ ਇੱਕ ਲਈ ਫੂਡ, ਪਨਾਹ, ਸ਼ੈਲਟਰ, ਦੁਖੀਏ ਦਾ ਦੁੱਖ ਦੂਰ ਕਰਨ, ਇਹ ਉਹ। ਲੇਕਿਨ ਸੱਚਮੁੱਚ ਜੇ ਇਸ ਦੀ ਐਪਲੀਕੇਬਿਲਿਟੀ ਦੇਖਣੀ ਹੋਏ ਤਾਂ ਕੋਵਿਡ-19 ਦੇ ਚੱਲਦਿਆਂ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਸੀ ਉਹਨਾਂ ਨੇ ਗੁਰਦੁਆਰਿਆਂ ਨੂੰ ਬੇਸ ਬਣਾ ਕੇ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਉਹਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਜਿੱਥੇ ਇੱਕ ਪਾਸੇ ਐਡਮਿਰੇਸ਼ਨ ਹੈ, ਦੂਸਰੇ ਪਾਸੇ ਆਪਣੀ ਪਛਾਣ ਬਣਾਉਣ 'ਚ ਔਰ ਸਿੱਖ ਧਰਮ ਦੀ ਇਨਸਾਨੀਅਤ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ 'ਚ ਬੜਾ ਵੱਡਾ ਰੋਲ ਅਦਾ ਕੀਤਾ। ਦੁਬਈ, ਜਦੋਂ ਅਸੀਂ ਦੁਬਈ ਦੇਖਦੇ ਹਾਂ, UAE, ਹਾਲਾਂਕਿ ਜਦੋਂ ਇਸਲਾਮਿਕ ਮੁਲਕਾਂ ਦੇ ਵਿੱਚ ਕਿਸੇ ਹੋਰ ਮਜ਼ਹਬ ਦੀ ਥਾਂ ਦਾ ਹੋਣਾ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਦੁਬਈ ਦਾ ਗੁਰਦੁਆਰਾ ਸਾਹਿਬ ਇਸ ਵੇਲੇ ਭਾਰਤ ਤੋਂ ਬਾਹਰ ਜਾਂ ਹੁਣ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਇਹਦਾ ਪ੍ਰੋਮੀਨੈਂਸ ਹੈ, ਸਭ ਤੋਂ ਜ਼ਿਆਦਾ ਕਸ਼ਿਸ਼ ਵਾਲੀ ਥਾਂ ਬਣ ਚੁੱਕੀ ਹੈ। ਕੋਵਿਡ ਤੋਂ ਪਹਿਲਾਂ 1 ਮਿਲੀਅਨ ਲੋਕ ਸਾਲ ਦੇ ਵਿੱਚ ਜਿਹੜਾ ਉੱਥੇ ਵਿਜ਼ਿਟ ਕਰਦੇ ਨੇ, ਜਿਨ੍ਹਾਂ 'ਚ 30% ਉਹ ਨੇ ਜਿਹੜੇ UAE ਬਾਹਰਲੇ ਮੁਲਕਾਂ ਤੋਂ ਆਉਂਦੇ ਨੇ। ਔਰ ਇਹ ਜਿਹੜਾ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਟੋਟਲ ਕੰਸਟਰਕਸ਼ਨ ਏਰੀਆ 1,20,000 ਸਕੁਅਰ ਫੀਟ ਹੈ, 25,400 ਸਕੁਅਰ ਫੀਟ ਪਲਾਟ ਜਿਹੜਾ ਹੈ ਇਹ ਇਸ ਦੀ ਜਿਹੜੀ ਡੋਨੇਸ਼ਨ ਹੈ ਇਹਦੇ ਲਈ ਲੈਂਡ ਦੀ, ਇਹ ਉਹਨਾਂ ਦੇ UAE ਦੇ ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਤੇ ਰੂਲਰ ਵੀ ਨੇ ਦੁਬਈ ਦੇ, ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਨੇ ਦਿੱਤੀ ਸੀ 2008 ਦੇ ਵਿੱਚ। ਦਰਸ਼ਕ ਦੇਖ ਸਕਦੇ ਨੇ ਇਸ ਨੂੰ। ਔਰ ਇਹ ਰਿਪੋਰਟਿੰਗ ਦੁਨੀਆ ਭਰ ਦੇ ਮੀਡੀਆ 'ਚ ਹੋਈ ਹੈ। ਦੁਬਈ ਗੁਰਦੁਆਰਾ ਕੰਟੀਨਿਊ ਟੂ ਸਰਵ ਹਿਊਮੈਨਿਟੀ ਈਵਨ ਡਿਊਰਿੰਗ ਪੈਂਡੈਮਿਕ। ਔਰ ਇਹ ਜਿਹੜਾ ਫਰੋਮ ਈਅਰ 2012 to 2019 the Gurdwara has hosted iftar throughout the holy month of Ramadan। ਹੁਣ ਇਹ ਵੀ ਉੱਥੋਂ ਦੇ ਇਸਲਾਮਿਕ ਮੀਡੀਆ 'ਚ ਵੀ ਔਰ ਬੜੀ ਪ੍ਰੋਮੀਨੈਂਸ ਦੇ ਨਾਲ ਛਪਦਾ ਰਿਹਾ ਕਿ ਕਿਵੇਂ ਜਿਹੜਾ ਉਹਨਾਂ ਨੇ ਇਫਤਾਰ ਲਗਾਤਾਰ ਜਿੰਨੀ ਦੇਰ ਰਮਜ਼ਾਨ ਚੱਲਦਾ, ਔਰ ਉਹਦੇ ਲਈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਕੰਧਾਰੀ, ਉਹ ਕਹਿੰਦੇ ਨੇ ਵੀ ਪੁੱਟ ਅਪ ਸੈਪਰੇਟ ਪਾਰਟੀਸ਼ਨਸ ਫॉर men and women inside the Gurdwara। We have a Maulvi and hundreds of people break their fast after he leads the prayers। We couldn't do it for the last 2 Ramadans because of pandemic and so many people wrote to me how much they missed it। So ਇੱਕ ਪਾਸੇ ਤਾਂ ਜ਼ਾਹਰ ਹੈ UAE ਇੱਕ ਇਸਲਾਮਿਕ ਕੰਟਰੀ ਹੈ, ਪਰ ਉਹਦੇ 'ਚ ਇੱਕ ਮਜ਼ਹਬੀ ਹਮਾਂਗੀ ਦੀ ਇਸ ਤੋਂ ਖੂਬਸੂਰਤ ਮਿਸਾਲ ਕੀ ਹੋ ਸਕਦੀ ਹੈ। ਔਰ ਹੁਣ ਇਸ ਪੀਰੀਅਡ ਜਿਹੜੀਆਂ ਉਹਨਾਂ ਨੇ ਗੁਰੂ ਨਾਨਕ ਦਰਬਾਰ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈ, ਔਰ ਇਸ ਸਾਰੇ ਨੇ ਜਦੋਂ ਉਹ ਬਰੀਫ ਕਰ ਰਹੇ ਨੇ ਕਿ ਆਲਮੋਸਟ ਆਮ ਦਿਨਾਂ 'ਚ 1500 ਲੋਕ ਰੋਜ਼ਾਨਾ ਜਿਹੜੇ ਨੇ ਉਹ ਲੰਗਰ ਛਕਦੇ ਨੇ, ਪਰ ਖਾਸ ਦਿਨਾਂ ਦੇ ਉੱਤੇ 50,000 ਔਨ ਸਪੈਸ਼ਲ ਡੇਜ਼। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਬਈ ਕਿਸ ਲੈਵਲ ਦੇ ਉੱਤੇ ਜਿਹੜੇ ਉੱਥੇ ਰਹਿਣ ਵਾਲੇ ਮੁਸਲਮਾਨ, ਹਿੰਦੂ ਵਿਜ਼ਿਟਰ ਨੇ ਉਹ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਕਿ ਉੱਥੇ ਲੰਗਰ ਛਕਣ ਦੇ ਲਈ ਆਉਂਦੇ ਨੇ। ਬਟ ਉਹਨਾਂ ਨੇ ਇਹ ਕਿਹਾ ਕਿ ਜਦੋਂ ਦਾ ਲੋਕਡਾਊਨ
ਸ਼ੁਰੂ ਹੋਇਆ ਉਸ ਕਿਸਮ ਦਾ ਲੰਗਰ ਤਾਂ ਅਸੀਂ ਨਹੀਂ ਲਾ ਸਕੇ। when the first lockdown in the UAE was announced and we couldn't have our langar, we went to labor camps in different emirates and distributed 150,000 kilos of raw food har thaan te ja ke. There were many blue collared workers desperate to get back, so we organized 15 chartered flights to India free of cost. 15 chartered flights भी, क्योंकि ज़ाहिर है ਉੱਥੋਂ ਭਾਰਤ ਤੋਂ ਆਉਂਦੇ ਨੇ ਵਰਕਰ ਕੰਮ ਕਰਨ ਵਾਲੇ। ਫਿਰ ਉਹਨਾਂ ਨੇ ਕਿਹਾ when vaccination started we managed to source it and conducted a camp in February this year to inoculate 5,000 people। ਹੁਣ ਗੁਰਦੁਆਰੇ 'ਚ ਵੈਕਸੀਨੇਸ਼ਨ ਦਾ ਸੈਂਟਰ 5,000 ਲੋਕ। This was inclusive and open to all. People from all religions and social strata were vaccinated free of charge। ਕਿ ਉਹਨਾਂ ਨੂੰ ਕੋਈ ਚਾਰਜ ਨਹੀਂ ਦੇਣਾ ਪਿਆ। ਇਹ ਜਿਹੜਾ ਸਾਰਿਆਂ ਦੇ ਲਈ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਹੋਰ ਵੀ ਕਈ ਕੁਝ ਕਰਨਾ ਚਾਹੁੰਦੇ ਹਾਂ, ਅਸੀਂ we wanted to do something useful and everyone told us that we should do something with oxygen given the paucity back home India. Using my business connections in China, we managed to procure a total of 770 concentrates and shipped them to various parts of India. We sent them to Punjab, Delhi, Mumbai, Bengaluru, ਚੇਨਈ, ਮੱਧ ਪ੍ਰਦੇਸ਼ ਐਂਡ ਝਾਰਖੰਡ। 770 ਇਹ ਜਿਨ੍ਹਾਂ ਨੂੰ ਇਹ ਦੇਸ਼ ਧਰੋਹੀ ਔਰ ਕੀ ਨਹੀਂ ਕਹਿੰਦੇ ਦਹਿਸ਼ਤਗਰਦ, ਇਹ ਸਿੱਖ ਕਰ ਰਹੇ ਨੇ ਉੱਥੇ ਜਿੱਥੇ ਹਕੂਮਤ ਦੇ ਕੋਲ ਨਹੀਂ ਹੈ ਵੀ ਉਹਨਾਂ ਨੇ ਆਕਸੀਜਨ ਦੇਣੀ ਹੈ। ਫਿਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਅੱਡ-ਅੱਡ ਗੁਰਦੁਆਰਿਆਂ 'ਚ ਵੀ ਭੇਜਿਆ, ਉਹਨਾਂ ਨੇ ਅੱਗੋਂ ਪੂਰੀ ਡੀਟੇਲ ਦਿੱਤੀ ਹੈ। ਫਿਰ ਕਨਕਲੂਡ ਉਹਨਾਂ ਨੇ ਕੀਤਾ ਇੰਟਰਨੈਸ਼ਨਲ ਮੀਡੀਆ ਨੂੰ ਬਰੀਫ ਕਰਦੇ ਆ ਕਿ ਮੈਂ ਇਸ ਥਾਂ ਨੂੰ ਇੱਕ ਗੁਰਦੁਆਰਾ ਜਾਂ ਇੱਕ ਰਿਲੀਜੀਅਸ ਇਬਾਦਤਗਾਹ ਤੱਕ ਨਹੀਂ ਸਮਝਦਾ। For me, I feel it as a center of humanity and not just as a Gurdwara for the Sikhs. I was guided by the one thought of Guru Nanak Sahib that we need to promote humanity. We can only be the best Sikh or Hindu or Muslim if we are the best human beings. मैं समझदा भी ये sum up करदा है सिक्खी ਦੀਆਂ ਟੀਚਿੰਗਸ ਨੂੰ। ਇਹ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਦੁਬਈ ਦੇ ਇਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਨੇ ਸੱਚਮੁੱਚ ਗੁਰੂ ਨਾਨਕ ਸਾਹਿਬ ਦਾ ਹੀ ਮੈਸੇਜ ਇੱਕ ਪਿਤਾ ਇੱਕਸ ਕੇ ਹਮ ਬਾਰਕ ਕਿ ਕੋਈ ਉਸ ਅਲਮਾਈਟੀ ਵਾਹਿਗੁਰੂ ਰੱਬ ਅੱਲਾਹ ਤਾਲਾ ਰਾਮ ਉਸ ਦੇ ਅਸੀਂ ਬੱਚੇ हैं ਔਰ ਉਸ ਫਿਲਾਸਫੀ ਨੂੰ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਦਿਖਾਇਆ। ਔਰ ਕਨਕਲੂਜਨ 'ਚ ਜਿਵੇਂ ਅਸੀਂ ਭਗਤ ਕਬੀਰ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਗੌੜੀ ਪੂਰਵੀ 12ਵੀਂ, ਮਨ ਰੇ ਛਾਡੋ ਭਰਮ प्रगट होए नाचो, या माया के डांडे, सूर के सन्मुख रन ते डर पै, सती के सांचै भांडे, डगमग छाड़ रे मन बौरा, अब तो जरे मरे सिद्ध पाइए, लीनो हाथ संधौरा रहाओ। जिवें रहाओ दी तुक दे दुआले ही सारा शब्द घुमदा है। हुण इहदे च डगमग तो असीं वाकिफ हैं कि जदों ਮਾਝੇ 'ਚ ਕਹਿੰਦੇ ਨੇ ਵੜਵੇ ਜੀਆ ਨਿਕਲਵੇ ਜੀਆ ਕਿ ਮਨ ਇੱਕ ਗੱਲ ਦੇ ਉੱਤੇ ਖਲੋਂਦਾ ਨਹੀਂ ਹੈ, ਡਿਸਾਈਡ ਨਹੀਂ ਕਰ ਪਾਉਂਦਾ, ਕਦੇ ਇਹ ਡਗਮਗ ਡੋਲਣਾ। ਤੇ ਉਹ ਕਹਿੰਦੇ ਨੇ ਕਿ ਹੇ ਮੇਰੇ ਬੌਰੇ, ਬੌਰਾ ਬਾਵਲੇ ਨੂੰ ਸ਼ਦਾਈ ਕਮਲਾ, ਹੇ ਮੇਰੇ ਬੌਰੇ ਸ਼ਦਾਈ ਕਮਲੇ ਮਨ, ਡਗਮਗ ਛਾੜ ਰੇ ਮਨ ਬੌਰਾ। ਇਹ ਛੱਡ ਦੇ ਜਿਹੜੀ ਡਗਮਗ ਹੈ ਤੇ ਕੀ ਕਰ, ਅਬ ਤੋਂ ਜਰੇ ਮਰੇ ਸਿੱਧ ਪਾਈਏ, ਲੀਨੋ ਹਾਥ ਸਿੰਧੌਰਾ। ਹੁਣ ਸੰਧੌਰਾ ਕਹਿੰਦੇ ਨੇ ਸੰਧੂਰਿਆ ਹੋਇਆ ਨਾਰੀਅਲ, ਨਾਰੀਅਲ ਦੇ ਉੱਤੇ। ਔਰ ਇਹ ਗੱਲ ਜਾ ਕੇ ਜੁੜਦੀ ਹੈ ਬਾਹਮਣਾਂ ਦੀ ਸਤੀ ਦੀ ਰਸਮ ਦੇ ਨਾਲ ਕਿ ਜਦੋਂ ਔਰਤ ਨੂੰ ਮਜਬੂਰ ਕੀਤਾ ਜਾਂਦਾ ਸੀ ਹਿੰਦੂ ਕਾਨੂੰਨ ਮੁਤਾਬਕ, ਸ਼ਾਸਤਰਾਂ ਮੁਤਾਬਕ, ਕਿ ਉਹ ਆਪਣੇ ਹਸਬੈਂਡ ਦੀ ਪਾਇਰ ਦੇ ਉੱਤੇ, ਚਖਾ ਦੇ ਉੱਤੇ ਹੀ ਸੜੇ, ਤੇ ਪਹਿਲਾਂ ਉਸ ਦੀ ਇੱਕ ਦੇਵੀ ਦੀ ਤਰ੍ਹਾਂ ਉਹਨੂੰ ਸਤੀ ਦੇਵੀ ਕਹਿੰਦੇ ਸੀ, ਉਹਦੀ ਪੂਜਾ ਕੀਤੀ ਜਾਂਦੀ ਸੀ, ਉਹਨੂੰ ਪੂਰਾ ਦੇਵੀ ਬਣਾਇਆ ਜਾਂਦਾ ਸੀ ਵੀ ਹੁਣ ਤਾਂ ਤੂੰ ਚੱਲੀ ਹੈ। ਔਰ ਫਿਰ ਉਹਦੇ ਹੱਥ ਦੇ ਵਿੱਚ ਇੱਕ ਨਾਰੀਅਲ ਫੜਾਇਆ ਜਾਂਦਾ ਸੀ ਜਿਹਦੇ ਤੇ ਸੰਦੂਰ ਜਿਹੜਾ ਉਹ ਭੁੱਕਿਆ ਹੁੰਦਾ ਸੀ, ਉਹਨੂੰ ਫੜਾ ਕੇ ਕਹਿੰਦੇ ਸੀ ਵੀ ਹੁਣ ਤੂੰ ਬਹਿ ਜਾ ਚਖਾ ਤੇ ਜੇ ਉਹਨੇ ਸੰਦੂਰ ਉਹ ਫੜ ਲਿਆ ਹੋਇਆ ਹੈ ਜਿਹੜਾ ਉਹਨੂੰ ਫੜਨਾ ਪੈਂਦਾ ਸੀ ਤੇ ਉਹ ਡਰਦੀ ਵਿੱਚ ਜਾ ਨਾ ਰਹੀ ਹੋਏ ਬਲਦੀ ਅੱਗ ਦੇ ਤਾਂ ਉਹਨੂੰ ਚੁੱਕ ਕੇ ਸੁੱਟ ਦਿੱਤਾ ਜਾਂਦਾ ਸੀ। ਤੇ ਕਬੀਰ ਸਾਹਿਬ ਉਸ ਪਾਰਟ ਨੂੰ ਆਪਣੀ ਗੱਲ ਕਹਿਣ ਲਈ ਕਿ ਜਦੋਂ ਤੁਸੀਂ ਇੱਥੇ ਤੱਕ ਪਹੁੰਚ ਜਾਓ ਕਿ ਭਾਈ ਤੁਹਾਡੇ ਲਈ ਰੱਬ ਤੋਂ ਬਿਨਾਂ ਕੁਛ ਨਹੀਂ ਹੈ, ਕਿ ਵੀ ਹੁਣ ਤਾਂ ਮੈਂ
ਸੰਧੌਰਾ ਫੜ ਲਿਆ ਹੱਥ 'ਚ ਹੁਣ ਤਾਂ ਮੈਨੂੰ ਸੜਨਾ ਪੈਣਾ ਮਤਲਬ ਇਹ ਹੈ ਕਿ ਇਸ ਦੁਨੀਆ 'ਚ ਆਏ ਹੈ ਰੱਬ ਦੇ ਇਸ ਰਸਤੇ ਨੂੰ ਚੁਣਿਆ ਹੁਣ ਪਿੱਛੇ ਹਟਣ ਦੀ ਗੱਲ ਨਹੀਂ ਹੈ ਅਬ ਤੋਂ ਜਰੇ ਮਰੇ ਹੁਣ ਤਾਂ ਸੜਨਾ ਪੈਗਾ ਔਰ ਉਸ ਦੀ ਸ਼ੁਰੂਆਤ ਉਹਨਾਂ ਨੇ ਪਹਿਲਾਂ ਉਹੀ ਡਾਊਟ ਜਿਹੜਾ ਮਨ ਦੇ ਵਿੱਚ ਕਨਫਿਊਜ਼ਨ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਕਿ ਘੁੰਡ ਜਿਹੜਾ ਕੱਢਿਆ ਹੋਇਆ ਇਹਨੂੰ ਚੁੱਕੋ ਖੁੱਲ ਕੇ ਨੱਚੋ ਬਿਲਕੁਲ ਇਹ ਨਹੀਂ ਕਿ ਡਾਂਸ ਕਰੋ ਨੱਚਣਾ ਇਹ ਹੈ ਕਿ ਰੱਬ ਦੇ ਰਸਤੇ ਨੂੰ ਬਿਨਾਂ ਕਿਸੇ ਭਰਮ ਤੋਂ ਅਪਣਾਓ ਮਨ ਰੇ ਛਾਡੋ ਭਰਮ ਚੋਂ ਨਿਕਲੋ ਦੁਬਿਧਾ ਚੋਂ ਨਿਕਲੋ ਡਿਊਅਲਿਟੀ ਚੋਂ ਨਿਕਲੋ ਕਨਫਿਊਜ਼ਨ ਚੋਂ ਨਿਕਲੋ ਭੰਬਲ ਭੂਸੇ ਚੋਂ ਨਿਕਲੋ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਖੁੱਲ ਕੇ ਸਾਹਮਣੇ ਆਓ ਇਹ ਆ ਮਾਇਆ ਕੇ ਡਾਂਡੇ ਹੋਏ ਮਾਇਆ ਦੇ ਪੁਤਲੇ ਮਾਇਆ ਦੇ ਠੱਗ ਜਿਹਨੂੰ ਉਹ ਮਨ ਜਿਹਨੂੰ ਮਾਇਆ ਨੇ ਠੱਗਿਆ ਹੋਇਆ ਕਿ ਇਸ ਚੋਂ ਨਿਕਲੋ ਸੂਰ ਕੇ ਸਨਮੁਖ ਰਨ ਤੇ ਡਰ ਪੈ ਹੁਣ ਸੂਰਬੀਰ ਦੀ ਗੱਲ ਹੈ ਕਿ ਉਹ ਸੂਰਬੀਰ ਕਾਹਦਾ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਡਰ ਕੇ ਪਿੱਛੇ ਦੌੜੇ ਸਤੀ ਕੇ ਸਾਂਚੇ ਭਾਂਡੇ ਹੁਣ ਜਿਸ ਔਰਤ ਨੂੰ ਸਤੀ ਕਰਨਾ ਹੈ ਸੰਧੂਰਿਆ ਨਾਰੀਅਲ ਫੜਾ ਕੇ ਉਹ ਜਾਣ ਤੋਂ ਪਹਿਲਾਂ ਕਹੇ ਜੀ ਮੈਂ ਭਾਂਡੇ ਇਕੱਠੇ ਕਰ ਲਾਂ ਜਰਾ ਕਿ ਵੀ ਉਹ ਫਿਰ ਸਤੀ ਤਾਂ ਨਾ ਹੋਈ ਨਾ ਉਹ ਤਾਂ ਭਾਂਡੇ ਵੀ ਹੁਣ ਇਹ ਆਪਣੇ ਮਨ ਨੂੰ ਸਮਝਾ ਰਹੇ ਨੇ ਔਰ ਸਾਨੂੰ ਇਹ ਸਮਝਾ ਰਹੇ ਨੇ ਕਿ ਭਾਈ ਜਦੋਂ ਇਸ ਰਸਤੇ ਤੇ ਤੁਰ ਪਈਏ ਅਬ ਤੋਂ ਜਰੇ ਮਰੇ ਸਿੱਧ ਪਾਈਏ ਫਿਰ ਡਗਮਗ ਨਹੀਂ ਹੈ ਕਾਮ ਕ੍ਰੋਧ ਮਾਇਆ ਕੇ ਲੀਨੇ ਇਹ ਬਿਦ ਜਗਤ ਬਿਗੂਤਾ ਕਹਿ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਉੱਚਾ ਕਿ ਵੀ ਇਹ ਦੁਨੀਆ ਕਾਮ ਔਰ ਕ੍ਰੋਧ ਲਸਟ ਗਰੀਡ ਅਟੈਚਮੈਂਟ ਈਗੋ ਇਸ 'ਚ ਫਸੀ ਹੋਈ ਹੈ ਔਰ ਬਿਗੂਤਾ ਹੁੰਦਾ ਖੁਆਰ ਹੋਣਾ ਕਿ ਇਹ ਜਿਹੜੀ ਦੁਨੀਆ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਖੁਆਰ ਹੋ ਰਹੀ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਰਾਜਾ ਰਾਮ ਨਾ ਛੋਡੋ ਉਹ ਰਮਿਆ ਹੋਇਆ ਵਾਹਿਗੁਰੂ ਜਿਹੜਾ ਰਾਜਿਆਂ ਦਾ ਰਾਜਾ ਹੈ ਮੈਂ ਉਸ ਰੱਬ ਨੂੰ ਨਹੀਂ ਛੱਡਣਾ ਸਗਲ ਊਚ ਤੇ ਉੱਚਾ ਉਹੀ ਉੱਚੇ ਤੋਂ ਉੱਚਾ ਹੈ ਬਾਕੀ ਜਿਹੜੀ ਹੈ ਦੁਨੀਆ ਦੇ ਨਾਲ ਲੱਗ ਕੇ ਮਾਇਆ ਦੇ ਵਿੱਚ ਫਸਣਾ ਇਹ ਖਵਾਰੀ ਤੋਂ ਬਿਨਾ ਕੁਛ ਨਹੀਂ ਹੈ ਡਗਮਗ ਛਾੜ ਰੇ ਮਨ ਬੋਰਾ ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਧਾਰਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਇਸ਼ੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ